ਕਿ ਕੁੜੀ ਨੂੰ ਮੈਡੀਕਲ ਵੀ ਕਰਾਉਣ ਦੀ ਲੋੜ ਨਹੀਂ, ਕੁੜੀ ਨੇ ਕਹਿ ਦਿੱਤਾ ਮੇਰੇ ਨਾਲ ਰੇਪ ਹੋਇਆ, ਮੁੰਡੇ ਬਹੁਤ ਚੁੱਕੇ ਇਟ ਇਜ਼ ਰੇਪ। ਉਹ ਟੈਰਰਿਸਟ ਵੀ ਸੀ ਤੇ ਉਹਦੇ ਲਾਇਰ ਨੇ ਉਹਨੂੰ ਰਿਪਰੈਜ਼ੈਂਟ ਕੀਤਾ ਤੇ ਮੈਂ ਉਹਦੀ ਐਪਰੀਸੀਏਸ਼ਨ ਕਰਦਾ ਲਾਇਰ ਦੀ। ਠੀਕ ਹੈ ਕਿ ਤੂੰ ਇੰਨੀ ਪ੍ਰੋਬਲਮਸ ਤੋਂ ਬਾਅਦ ਵੀ ਠੀਕ ਆ, ਉਹਨੂੰ ਜਸਟਿਸ ਜੋ ਸੀ ਉਹਨੂੰ ਮਿਲਣਾ ਹੀ, ਫਾਂਸੀ ਸਜ਼ਾ ਹੋਈ, ਸਭ ਕੁਝ ਹੋਇਆ, ਉਹ ਸਜ਼ਾ ਤੇ ਹੋਣੀ ਸੀ। ਪਰ ਉਹਦੇ ਲਈ ਵੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ, ਕੋਈ ਹਸਪੀਟਲ ਤੁਹਾਡੇ ਕੋਲੋਂ ਜਦੋਂ ਤੁਸੀਂ ਕਿਸੇ ਇੰਜਰਡ ਪੇਸ਼ੈਂਟ ਨੂੰ ਲੈ ਕੇ ਜਾਂਦੇ ਹੋ 1 ਰੁਪਿਆ ਡਿਮਾਂਡ ਨਹੀਂ ਕਰ ਸਕਦਾ, ਔਰ ਚਲਾਨ ਭੁਗਤਣਾ ਤੁਹਾਨੂੰ ਨਹੀਂ ਪਤਾ ਕਿੰਨਾ ਔਖਾ ਭਾਜੀ। ਜਿਹੜਾ ਜੁਡੀਸ਼ੀਅਲ ਸਿਸਟਮ ਦੇ ਵਿੱਚ ਕੋਰਟ ਰਾਹੀਂ ਚਲਾਨ ਭੁਗਤਣਾ ਨਾ, ਉਹਦੇ ਵਿੱਚ ਤੁਸੀਂ ਜੱਜ ਸਾਹਿਬ ਨੂੰ ਕਹਿੰਦੇ ਨਾ ਸਰ ਅਗਲੀ ਵਾਰੀ ਨਹੀਂ ਕਰਾਂਗਾ 500, ਸਰ ਪਲੀਜ਼ ਮਾਫ ਕਰ ਦਿਓ 700, ਅੱਜ ਵੀ ਇਦਾਂ ਹੁੰਦਾ, ਉਹ ਵਧੀ ਜਾਂਦਾ ਭਾਜੀ। ਆ ਮੂਵੀ ਦਾ ਸੀਨ ਲੱਗਦਾ ਜਦ ਕਿਸੇ ਨੂੰ ਚਾਬੀ ਖਿੱਚ ਕੇ ਉਹਨੂੰ ਡਿੱਗਣਾ, ਉਹਦੇ ਸਿਰ ਤੇ ਸੱਟ ਲੱਗੀ, ਕਿਸੇ ਦੀ ਮੌਤ ਹੋ ਗਈ, ਹੂ ਇਜ਼ ਰਿਸਪੌਂਸਿਬਲ ਫॉर दैट। 3 ਸਾਲ ਦੀ ਸਜ਼ਾ 'ਚ ਰਾਮ ਰਹੀਮ ਨੂੰ 8 ਵਾਰੀ ਪੈਰੋਲ ਮਿਲ ਗਈ ਹੈ। We the people of India solemnly constitute to resolve India into a social democratic economic republic where everyone is equal before law. ਪੰਜਕਾਸਟ 'ਚ ਤੁਹਾਡਾ ਸਵਾਗਤ ਹੈ ਜੀ। ਗੱਲ ਪੰਜਾਬ ਦੀ, ਗੱਲ ਪੰਜਾਬੀਆਂ ਦੀ, ਗੱਲ ਪੰਜਾਬੀ ਦੇ ਵਿੱਚ। ਕਹਿੰਦੇ ਨੇ ਹਰ ਇਨਸਾਨ ਦੇ ਅੰਦਰ 2 ਭੁੱਖਾਂ ਹੁੰਦੀਆਂ ਨੇ, ਇੱਕ ਢਿੱਡ ਦੀ, ਇੱਕ ਰੂਹ ਦੀ। ਅੱਜ ਜਿਹੜੇ ਮੇਰੇ ਨਾਲ ਗੈਸਟ ਨੇ ਇਹ ਆਪਣੀ ਪੇਟ ਦੀ ਭੁੱਖ ਖਤਮ ਕਰਨ ਲਈ ਇੱਕ ਐਡਵੋਕੇਟ ਨੇ, ਅਤੇ ਰੂਹ ਦੀ ਭੁੱਖ ਮੁਕਾਉਣ ਲਈ ਇੱਕ ਬੜਾ ਦਿਲਚਸਪ ਚੀਜ਼ ਹੈ ਜੋ ਇਹ ਕਰਦੇ ਆ, ਉਹ ਇਹ ਹੈ ਕਿ NGO ਰਨ ਕਰਦੇ ਆ, ਸੋਸ਼ਲ ਵੈਲਫੇਅਰ ਕਹਿ ਲਈਏ, ਸੋਸ਼ਲ ਵਰਕ ਕਹਿ ਲਈਏ। ਹੁਣ ਰੂਹ ਦੀ ਭੁੱਖ ਵੱਡੀ ਹੈ ਜਾਂ ਢਿੱਡ ਦੀ ਭੁੱਖ ਵੱਡੀ ਹੈ, ਇਹ ਆਪਾਂ ਪੁੱਛਾਂਗੇ ਐਡਵੋਕੇਟ ਹਰਸਿਮਰਨ ਸਿੰਘ ਜੀ ਤੋਂ। ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿੱਦਾਂ ਮੇਰਾ ਪਹਿਲਾ ਸਵਾਲ ਹੀ ਇੱਦਾਂ ਰਹੂਗਾ, ਥੋੜ੍ਹਾ ਜਿਹਾ ਇੰਗੇਜਿੰਗ ਰਹੂਗਾ, ਸੋ ਦੈਟ ਕਿ ਆਪਣਾ ਜਿਹੜਾ ਯੂਥ ਹੈ ਜਿਨ੍ਹਾਂ ਦਾ ਅਟੈਂਸ਼ਨ ਸਪੈਨ ਥੋੜ੍ਹਾ ਘੱਟ ਗਿਆ, ਆਪਾਂ ਉਹਨਾਂ ਨੂੰ ਇੰਗੇਜ ਕਰਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ। ਸੋ ਮੇਰਾ ਪਹਿਲਾ ਸਵਾਲ ਥੋੜ੍ਹਾ ਦਿਲਚਸਪ ਰਹੂਗਾ। ਮੈਂ ਪਿੱਛੇ ਨਾ ਭਾਜੀ ਇੱਕ ਰੀਲ ਵੇਖਦਾ ਪਿਆ ਸੀਗਾ ਇੰਸਟਾਗ੍ਰਾਮ 'ਤੇ, ਉੱਥੇ ਇੱਕ ਫੀਮੇਲ ਐਡਵੋਕੇਟ ਸੀ, ਉਹਨਾਂ ਨੇ ਉਹਦੇ ਵਿੱਚ ਕਿਹਾ ਕਿ ਜੇ ਇੱਕ ਮੁੰਡਾ ਕਿਸੇ ਫੀਮੇਲ ਦੇ ਨਾਲ ਵਿਆਹ ਦਾ ਲਾਰਾ ਲਾ ਕੇ ਜਾਂ ਵਿਆਹ ਦਾ ਕਹਿ ਕੇ ਸੈਕਸ਼ੂਅਲ ਇੰਟਰਕੋਰਸ ਕਰ ਲੈਂਦਾ, ਪਰ ਉਸ ਤੋਂ ਬਾਅਦ ਵਿਆਹ ਨਹੀਂ ਕਰਵਾਉਂਦਾ, ਉਹ ਲੇਡੀ ਉਹਦੇ 'ਤੇ ਰੇਪ ਦਾ ਚਾਰਜ ਪਾ ਸਕਦੀ ਆ। ਪਰ ਜੇ ਇਹ ਰੋਲ ਰਿਵਰਸ ਕਰ ਦਈਏ ਅਤੇ ਜੇ ਇੱਕ ਕੁੜੀ ਕਿਸੇ ਮੁੰਡੇ ਨੂੰ ਵਿਆਹ ਦਾ ਲਾਰਾ ਲਾ ਕੇ ਸੈਕਸ਼ੂਅਲ ਇੰਟਰਕੋਰਸ ਮਤਲਬ ਕੰਸੈਂਸ਼ੂਅਲੀ ਕਰ ਲੈਂਦੇ ਨੇ, ਉਸ ਤੋਂ ਬਾਅਦ ਜੇ ਕੁੜੀ ਵਿਆਹ ਨਹੀਂ ਕਰਵਾਉਂਦੀ ਅਤੇ ਮੁੰਡਾ ਉਹਦੇ 'ਤੇ ਰੇਪ ਨਹੀਂ ਪਾ ਸਕਦਾ, ਰੇਪ ਦਾ ਚਾਰਜ ਨਹੀਂ ਪਾ ਸਕਦਾ। ਸਹੀ ਗੱਲ ਹੈ ਭਾਜੀ? ਇਹ ਕੁਛ ਸਮੇਂ ਪਹਿਲੇ ਇਹ ਗੱਲ ਬਿਲਕੁਲ ਠੀਕ ਸੀ ਜੀ। ਲਾਅ ਜਿਹੜਾ ਵਾ ਹਮੇਸ਼ਾ ਮਰਜ ਹੁੰਦਾ, ਚੇਂਜ ਹੁੰਦਾ। ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਤੁਸੀਂ ਜਿਹੜਾ ਅੱਜ ਦਾ ਇੰਟਰਵਿਊ ਸ਼ੁਰੂ ਕੀਤੀ ਹੈ ਨਾ, ਇਹ ਸ਼ੁਰੂ ਤੁਸੀਂ ਇਹੋ ਜਿਹੇ ਮਸਲੇ ਤੋਂ ਕੀਤੀ ਹੈ ਕਿ ਮੈਨੂੰ ਲੱਗਦਾ ਅੱਜ ਸਾਰਾ ਕਾਨੂੰਨ ਇੱਥੇ ਝਾੜ ਕੇ ਜਾਣਾ ਪੈਣਾ। ਔਰ ਮੈਂ ਵੀਰੇ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਅਰਲੀਅਰ ਇਟ ਵਾਜ਼ ਕਿ ਜੇ ਤੁਸੀਂ ਪ੍ਰੋਮਿਸ ਟੂ ਮੈਰੀ ਕੀਤਾ ਐਂਡ ਸੈਕਸ਼ੂਅਲ ਐਕਟ ਤੁਹਾਡੇ ਚੱਲਦੇ ਰਹੇ ਆ ਅਤੇ ਮੁੰਡੇ 'ਤੇ ਪਰਚਾ ਦਰਜ ਹੁੰਦਾ ਸੀ ਜੇ ਉਹ ਪ੍ਰੋਮਿਸ ਬ੍ਰੇਕ ਕਰਦਾ। ਓਕੇ। ਸੋ ਹੁਣ ਇਹਦੇ 'ਚ ਸੁਪਰੀਮ ਕੋਰਟ ਦਾ ਬੜਾ ਮੇਜਰ ਰੋਲ ਆ ਗਿਆ, ਕਿਉਂਕਿ ਲਾਅ ਜੱਜਿਸ ਮੇਕ ਲਾਅ ਕੌਣ ਬਣਾਉਂਦਾ? ਜੱਜ ਬਣਾਉਂਦੇ ਨੇ। ਇੱਕ ਐਕਟ ਬਣ ਜਾਂਦਾ, ਉਹ ਐਕਟ ਨੂੰ ਤੋੜਦੇ ਵੀ ਜੱਜ ਨੇ, ਉਹਨੂੰ ਮਰੋੜਦੇ ਵੀ ਜੱਜ ਨੇ, ਅਤੇ ਉਹਨੂੰ ਜਿਹੜਾ ਵਾ ਉਹਦੇ 'ਤੇ ਲਾਅ ਵੀ ਜੱਜ ਬਣਾਉਂਦੇ ਨੇ। ਔਰ ਸੁਪਰੀਮ ਕੋਰਟ ਨੇ ਅਥੋਰਿਟੀਜ਼ ਹੁਣ ਦਿੱਤੀਆਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿਉਂਕਿ ਜੇ ਕੁੜੀ ਨਾਲ ਪ੍ਰੋਮਿਸ ਹੁੰਦਾ, ਸੈਕਸ਼ੂਅਲ ਐਕਟ ਹੁੰਦਾ, ਅਤੇ ਉਹ ਮੁੰਡਾ ਮੈਰੀ ਨਹੀਂ ਕਰਦਾ ਅਰਲੀਅਰ, ਹਰ FIR ਵੈਸੇ ਇਹੀ ਹੈ, ਕਿਉਂਕਿ ਚਲੋ ਇਹ ਕੋਈ ਮੇਲ ਡੋਮੀਨੇਟਿੰਗ ਸੁਸਾਇਟੀ ਦੀ ਮੈਂ ਗੱਲ ਨਹੀਂ ਕਰ ਰਿਹਾ, ਬੀਇੰਗ ਐਡਵੋਕੇਟ ਦੱਸਦਾ ਕਿ 70% ਆਫ ਦੀਜ਼ ਚਾਰਜਿਸ ਆਰ ਫੇਕ। ਜੀ ਠੀਕ ਹੈ, ਕਿਉਂਕਿ ਹੁੰਦਾ ਹੀ ਇਹੀ ਹੈ ਕਿ ਕਿਸੇ ਦਾ ਚਾਰਜਿਸ ਫੇਕ ਨੇ। ਔਰ ਮੈਨੂੰ ਪਤਾ ਹੈ ਕਿ ਕੁਐਸਚਨ ਤੋਂ ਬਾਅਦ ਜਿਹੜੀ ਫੀਮੇਲ ਸੁਸਾਇਟੀ ਉਹਨਾਂ ਨੇ ਮੈਨੂੰ ਕੁਐਸਚਨ ਵੀ ਕਰਨਾ ਇਸ ਪੋਡਕਾਸਟ ਦੇ ਵਿੱਚ ਕਿ ਤੁਸੀਂ ਇਹ ਗੱਲ ਕਿੱਦਾਂ ਕਹਿ ਦਿੱਤੀ। ਮੈਂ ਆਪਣੇ ਤਜਰਬੇ ਨਾਲ ਕਹਿ ਰਿਹਾ ਵਾਂ, ਆਪਣੇ ਐਡਵੋਕੇਸੀ 15 ਸਾਲ ਦਾ ਐਕਸਪੀਰੀਅੰਸ ਹੈ ਉਹਦੇ ਨਾਲ ਕਹਿ ਰਿਹਾ, ਕਿਉਂਕਿ ਉਸੇ FIR ਦੇ ਵਿੱਚ ਅਸੀਂ ਬੰਦੇ ਨੂੰ ਕੁਇਟ ਕਰਾ ਰਹੇ ਹਾਂ। ਜੇ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਉਹ ਬਰੀ ਕਿੱਦਾਂ ਹੋ ਗਿਆ? ਬਿਲਕੁਲ, ਇਨਵੈਸਟੀਗੇਸ਼ਨ ਤਾਂ ਪੁਲਿਸ ਨੇ ਕਰ ਲਈ। ਇਟ ਇਜ਼ ਨਾਟ ਆਲਵੇਜ਼ ਦਿਸ ਕਿ ਕਿਉਂਕਿ ਐਵੀਡੈਂਸ ਨਹੀਂ ਆਈ ਤਾਂ ਉਹ ਬਰੀ ਹੋਇਆ। ਬਿਲਕੁਲ, ਇਟ ਇਜ਼ ਆਲਵੇਜ਼ ਕਿ ਜੇ ਕਿਸੇ ਨੇ ਰੱਬ ਵੀ ਕਿਤੇ ਬੈਠਾ ਹੈ, ਜੇ ਕਿਸੇ ਨੇ ਕੁਛ ਨਹੀਂ ਕੀਤਾ ਤੇ ਉਹਨੂੰ ਸਜ਼ਾ ਨਹੀਂ ਹੋਣੀ। ਹੁਣ ਪੁਲਿਸ ਨੇ, ਜੱਜਿਸ ਨੇ ਇਹਦੇ ਉੱਤੇ ਲਾਅ ਬਣਾਇਆ ਜਿਹੜਾ ਉਹਨਾਂ ਨੇ ਕਿਹਾ ਕਿ ਇਹਨੂੰ ਸਿਰਫ ਕੰਸੈਂਟ ਤੱਕ ਰੱਖਣਾ। ਠੀਕ ਹੈ। ਜੇ 18 ਸਾਲ ਤੋਂ ਉੱਤੇ ਕੋਈ ਵੀ ਲੜਕੀ ਹੈ ਜਾਂ ਲੜਕਾ ਵਾ, ਉਹਨਾਂ ਨੂੰ ਆਪਣਾ ਅੰਡਰਸਟੈਂਡਿੰਗ, ਮੈਚਿਓਰ ਅੰਡਰਸਟੈਂਡਿੰਗ, ਜਿਹਨੂੰ ਰॉ ਅੰਡਰਸਟੈਂਡਿੰਗ ਕਹਿੰਦੇ ਆ, ਉਹ ਸਮਝਣ ਦਾ ਪੂਰਾ ਹੱਕ ਹੈ। ਠੀਕ ਹੈ। ਇਹ ਉਹਨਾਂ ਦੇ ਦਿਮਾਗ ਨੇ ਉਹਨਾਂ ਨੂੰ ਗਾਈਡ ਕਰਨਾ ਕਿ ਕੀ ਤੁਹਾਡੇ ਨਾਲ
ਇੱਕ ਨਾ ਬਾਇਰ ਬੀਵੇਅਰ ਪ੍ਰਿੰਸੀਪਲ ਆਉਂਦਾ। ਠੀਕ ਹੈ ਜੀ। ਤੁਸੀਂ ਮੋਬਾਈਲ ਲੈਣ ਗਏ ਉਹ ਦੁਕਾਨ ਤੇ ਜੀ, ਚੋਰ ਬਾਜ਼ਾਰ ਸਾਰੇ ਜਾਂਦੇ ਭੱਜੇ ਲੈਣ, ਘਰ ਆ ਕੇ ਵੇਖਦੇ ਜਦੋਂ ਖੋਲਦੇ ਨਾ ਵਿੱਚ ਟੇਪਾਂ ਲੱਗੀਆਂ ਹੁੰਦੀਆਂ, ਹਾਏ ਮੇਰੇ ਨਾਲ ਠੱਗੀ ਹੋ ਗਈ, ਪਰ ਉਦੋਂ ਉਹਨਾਂ ਨੂੰ ਲੱਗਦਾ 26,000 ਦੀ ਚੀਜ਼ ਸਾਨੂੰ 14,000 ਚ ਮਿਲਦੀ ਪਈ ਹੈ। ਬਾਇਰ ਬੀਵੇਅਰ ਪ੍ਰਿੰਸੀਪਲ ਕੀ ਕਹਿੰਦਾ, ਤੁਸੀਂ ਕੁਝ ਲੈਣ ਗਏ ਹੋ ਨਾ, ਯੂ ਆਰ ਰਿਸਪੌਂਸਿਬਲ। ਬਿਲਕੁਲ। ਹੁਣ ਤੁਸੀਂ ਕਿਸੇ ਨਾਲ ਰਿਲੇਸ਼ਨ ਮੇਨਟੇਨ ਕੀਤਾ, ਇਟ ਇਜ਼ ਯੋਰ ਰਿਸਪੌਂਸਿਬਿਲਿਟੀ। ਸੁਪਰੀਮ ਕੋਰਟ ਦਾ ਬਹੁਤ ਥੈਂਕਸ ਆ ਉਹਦੇ ਲਈ, ਆਨਰੇਬਲ ਸਾਡੇ ਸੁਪਰੀਮ ਕੋਰਟ ਦਾ, ਕਿ ਜੇ ਇਹੋ ਜਿਹੇ ਜੱਜ ਮੇਡ ਲਾਜ਼ ਅਥਾਰਟੀਜ਼ ਨਾ ਆਉਣ ਤੇ ਫਿਰ ਇਹ ਵਨ ਸਾਈਡਡ ਹੀ ਰਹਿਣਾ ਸੀ। ਹੁਣ ਉਹਨਾਂ ਨੇ ਇਹ ਪਰਚਿਆਂ ਨੂੰ ਥੋੜੀ ਜਿਹੀ ਠੱਲ ਪਾਈ ਹੈ। ਪੁਲਿਸ ਵੀ ਹੈਲਡ ਕਰਦੀ ਹੈ ਕਿ ਇਹ ਆਪਸ ਦੀ ਮਰਜ਼ੀ ਦੇ ਨਾਲ ਕੰਸੈਂਟਡ ਹੋਇਆ। ਦੇਖੋ, ਚੀਟਿੰਗ ਕਰਕੇ ਕਿਸੇ ਨਾਲ ਸੈਕਸ ਕਰਨਾ, ਬਿਲਕੁਲ ਉਹਨੂੰ ਵਾਈਫ ਦਾ ਅਹਿਸਾਸ ਕਰਾਉਣਾ ਅੱਜ ਵੀ ਉਹ ਆਫੈਂਸ ਹੈ। ਓਕੇ, ਕਿ ਕਿਸੇ ਨੂੰ ਮੈਂ ਗੁਰਦੁਆਰੇ ਖੜਿਆ ਜੀ, ਗੁਰਦੁਆਰੇ ਖੜ ਕੇ ਉਹਦੇ ਨਾਲ ਫੇਰੇ ਲਏ ਜੀ, ਹਾਰ ਪਾਇਆ ਜੀ, ਠੀਕ ਹੈ। ਹੁਣ ਗੁਰਦੁਆਰੇ ਦੇ ਵਿੱਚ ਫੇਰੇ ਹੋਣ ਦਾ ਮਤਲਬ ਹੈ ਕਿ ਇਟ ਇਜ਼ ਨਾਟ ਕੰਟਰੈਕਟ, ਇਹ ਜਿਹੜਾ ਵਾ ਰਿਲੀਜੀਅਸ ਚੀਜ਼ ਆ ਗਈ। ਔਰ ਮੈਰਿਜ ਜਿਹੜੀ ਹੈ ਰਿਲੀਜੀਅਸ ਸੈਕਰਾਮੈਂਟ ਚੀਜ਼ ਹੈ। ਬਿਲਕੁਲ। ਜਦੋਂ ਇੱਕ ਲੜਕੀ ਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਫੇਰੇ ਹੋਏ ਆ, ਇਟ ਮੀਨਸ ਤੁਸੀਂ ਉਹਨੂੰ ਅਹਿਸਾਸ ਕਰਾਇਆ ਕਿ ਤੂੰ ਮੇਰੀ ਵਾਈਫ ਹੈ। ਅਹਿਸਾਸ ਕਰਾਉਣ ਤੋਂ ਬਾਅਦ ਤੁਸੀਂ ਉਹਦੇ ਨਾਲ ਐਕਟ ਕੀਤਾ ਤੇ ਬਾਅਦ ਚ ਤੁਸੀਂ ਕਹਿੰਦੇ ਹੋ ਕਿ ਕਿਉਂਕਿ ਸਾਡੀ ਮੈਰਿਜ ਰਜਿਸਟਰ ਨਹੀਂ ਹੋਈ, ਬਿਲਕੁਲ ਰਜਿਸਟਰਾਰ ਦੇ, ਤਾਂ ਸਾਡੀ ਮੈਰਿਜ ਨਹੀਂ ਹੈ, ਇਟ ਫਾਲਸ ਅੰਡਰ ਦੀ ਅਫੈਂਸ ਆਫ ਰੇਪ। ਓਕੇ, ਸਮਝਦੇ ਹੋ। ਬਟ ਤੁਸੀਂ ਘੁੰਮਦੇ ਰਹੇ, ਕਾਲਜ ਤੋਂ ਬਾਅਦ ਤੁਹਾਡੀ ਫਰੈਂਡਸ਼ਿਪ ਸ਼ੁਰੂ ਹੋ ਗਈ, ਵਿਆਹ ਕਰਾਵਾਂਗੇ, ਮੈਨੂੰ ਦੱਸ ਦਿਓ ਕਿਹੜਾ ਮੁੰਡਾ ਜਾਂ ਕੁੜੀ ਅੱਜ ਕੱਲ੍ਹ ਨਹੀਂ ਕਹਿੰਦੀ ਵਿਆਹ ਕਰਾਵਾਂਗੇ। ਬਿਲਕੁਲ ਭਾਜੀ। ਸੋ ਉਹਨਾਂ ਨੇ ਅੱਜ ਕੱਲ੍ਹ ਮੁੰਡਿਆਂ ਤੇ ਵੀ ਇਹ ਪਰਚਾ ਦਰਜ ਕਰਨਾ ਬੰਦ ਕਰਤਾ। ਅਦਰਵਾਈਜ਼ ਉਹਨਾਂ ਨੇ ਕਿਹਾ ਕਿ ਜੇ ਇਹਨੂੰ ਕ੍ਰਿਮੀਨਲ ਲਾਇਬਿਲਿਟੀ ਤੇ ਲਿਆਉਣਾ ਤੇ ਇਹਨੂੰ ਸਿਰਫ 420 ਚੀਟਿੰਗ ਤੱਕ ਹੀ ਸੀਮਿਤ ਕਰਨਾ, ਰੇਪ ਦੇ ਚਾਰजेस ਨਹੀਂ ਲਾਉਣੇ। ਓਕੇ ਓਕੇ ਓਕੇ, ਠੀਕ ਹੈ ਭਾਜੀ। ਕਿਉਂਕਿ ਹਾਂ, ਇਹ ਚੀਜ਼ ਤੁਹਾਡੀ ਬਿਲਕੁਲ ਸਹੀ ਹੈ ਭਾਜੀ। ਜੇ ਉਹ ਲਾਅ ਨਹੀਂ, ਆਪਣੇ ਜਿਹੜੇ ਆਨਰੇਬਲ ਜੱਜਸ ਨੇ, ਜੇ ਉਹ ਚੀਜ਼ ਨੂੰ ਨਾ ਉਹਦੇ ਵਿੱਚ ਸੇਧ ਕਰਨ, ਜੇ ਉਹ ਨਾ ਕਰਨ ਤੇ ਫਿਰ ਸੁਪਰੀਮੇਸੀ ਆਫ ਪੁਲਿਸ ਹੈ ਨਾ ਭਾਜੀ। ਕੋਈ ਵੀ ਜਾ ਕੇ ਅੱਗੇ ਇਹੀ ਸੀ ਕਿ ਕੁੜੀ ਨੂੰ ਮੈਡੀਕਲ ਵੀ ਕਰਾਉਣ ਦੀ ਲੋੜ ਨਹੀਂ, ਕੁੜੀ ਨੇ ਕਹਿ ਦਿੱਤਾ ਹਾਂ ਮੇਰੇ ਨਾਲ ਰੇਪ ਹੋਇਆ, ਹਾਂ ਮੁੰਡੇ ਬਹੁਤ ਚੁੱਕੇ, ਇਟ ਇਜ਼ ਰੇਪ। ਤੇ ਭਾਜੀ ਵਨ ਸਾਈਡਡ ਲਾਅ ਸੀ, ਪਰ ਸਾਡੇ ਜੱਜਸ ਨੇ ਉਹਨਾਂ ਨੂੰ ਅਮੈਂਡ ਕੀਤਾ, ਉਹਦੇ ਤੇ ਆਪਣੇ ਵਿਊਜ਼ ਦਿੱਤੇ। ਜਿਵੇਂ ਹੁਣ ਅਸੀਂ ਵਿਊਜ਼ 'ਚ ਹੀ ਗੱਲ ਕਰ ਰਹੇ ਹਾਂ, ਤੁਹਾਡੇ ਮੇਰੇ ਵਿਊਜ਼ ਨੇ। ਤੁਸੀਂ ਕਿੱਡਾ ਵਧੀਆ ਸਵਾਲ ਪੁੱਛਿਆ ਕਿ ਮੁੰਡਾ ਕਿਉਂ ਨਹੀਂ ਪਰਚਾ ਦਰਜ ਕਰਾ ਸਕਦਾ। ਮੈਂ ਤੁਹਾਨੂੰ ਅੱਜ ਕੱਲ੍ਹ ਕਹਿੰਦਾ, ਅੱਜ ਕੱਲ੍ਹ ਕੁੜੀ ਵੀ ਨਹੀਂ ਕਰਾ ਸਕਦੀ। ਅੱਛਾ, ਉਸ ਚੀਜ਼ ਨੂੰ ਹੀ ਕੁਐਸ਼ ਕਰਤਾ, ਉਸ ਚੀਜ਼ ਨੂੰ ਉਹਨਾਂ ਨੇ ਕਿਹਾ ਕਿ ਇਟ ਇਜ਼ ਜਸਟ ਤੁਹਾਡੀ ਮੇਰੀ ਨਹੀਂ ਬਣੀ, ਪਰ ਫਿਰ ਕੀ ਹੈ ਉਹ ਰੇਪ ਕਿੱਥੇ ਹੈ ਕਿ ਤੁਸੀਂ ਕਿਸੇ ਨੂੰ ਕੰਸੈਂਟ ਤੋਂ ਬਿਨਾ ਸੈਕਸ ਕੀਤਾ। ਡੈਫੀਨਿਟਲੀ ਜਦੋਂ ਤੁਹਾਨੂੰ ਮੈਂ ਪ੍ਰੋਮਿਸ ਕਰ ਲਿਆ ਮੈਰਿਜ ਦਾ, ਤਾਂ ਇਟ ਮੀਨਸ ਯੂਅਰ ਕੰਸੈਂਟ ਇਜ਼ ਦੇਅਰ। ਬਿਲਕੁਲ ਬਿਲਕੁਲ। ਸਿਰਫ ਇੱਕ ਕਾਨੂੰਨ ਅੱਜ ਦੀ ਡੇਟ 'ਚ ਮਾਈਨਰ ਦਾ ਬਹੁਤ ਸਖਤ ਹੈ ਕਿ ਮਾਈਨਰ ਦੀ ਕੰਸੈਂਟ ਵੀ ਇਮਟੀਰੀਅਲ ਹੈ। ਬਿਲਕੁਲ 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 ਭਾਜੀ। ਹਾਂ, ਮਾਈਨਰ ਨੇ ਅਗਰ 18 ਸਾਲ ਤੋਂ ਥੱਲੇ ਬੱਚੀ ਹੈ, ਉਹਨੇ ਕੰਸੈਂਟ ਵੀ ਦੇ ਦਿੱਤੀ ਹੈ ਨਾ, ਦੈਟ ਇਜ਼ ਨਹੀਂ ਮੰਨੀ ਜਾਏਗੀ। ਹਾਂ, ਇਹ ਕੋਈ ਵੈਸਟਰਨ ਆਪਾਂ ਇੰਨੇ ਇੰਪੈਕਟ ਵੈਸਟਰਨਾਈਜੇਸ਼ਨ ਦੇ ਥੱਲੇ ਨਹੀਂ ਆਏ। ਅੱਜ ਵੀ ਸਾਡਾ ਜਿਹੜਾ ਦੇਸ਼ ਹੈ ਭਾਰਤ, ਇਹ ਉਹੀ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ 84 ਕਰੋੜ ਦੇਵੀ ਦੇਵਤੇ ਤੁਹਾਨੂੰ ਦੇਖਣਗੇ। ਜਦੋਂ ਤੁਸੀਂ ਜਾਣਾ ਤਾਂ ਤੁਸੀਂ ਸੂਈ ਦੇ ਨੱਕੇ ਚੋਂ ਲੰਘੋਗੇ। ਅੱਜ ਵੀ ਉਹੀ ਸਾਡੇ ਘਰ ਦੇ ਛੋਟੇ ਹੁੰਦੇ ਇਹੀ ਡਰਾਉਂਦੇ ਸੀ ਨਾ, ਉਹ ਕਿਤੇ 10 ਰੁਪਏ ਚੋਰੀ ਨਾ ਕਰੇ ਸੂਈ ਦੇ ਨੱਕੇ ਚੋਂ। ਮੈਂ ਨਾ ਸੂਈ ਦੇ ਨੱਕੇ ਚੋਂ ਮਤਲਬ ਮੈਨੂੰ ਲੰਘਣਾ ਪੈ ਜੇ, ਨਾ ਹੀ ਚੋਰੀ ਅਸੀਂ। ਫਿਰ ਤੁਹਾਨੂੰ ਮੈਂ ਕਹਾਂਗਾ ਕਿ ਸਾਨੂੰ ਜਿਹੜਾ ਡਰ ਹੈ ਨਾ, ਉਹ ਸਾਨੂੰ ਡਰ ਪੁਲਿਸ ਦਾ, ਸਾਨੂੰ ਲਾਅ ਦਾ ਡਰ ਨਹੀਂ ਹੈ। ਭਾਜੀ ਇਹ ਕਿੰਨੀ ਕੁ ਚੀਜ਼ ਮਤਲਬ ਤੁਹਾਡੇ ਹਿਸਾਬ ਨਾਲ ਐਜ਼ ਅ ਸਿਟੀਜ਼ਨ ਜਾਂ ਐਜ਼ ਐਨ ਐਡਵੋਕੇਟ, ਪੁਲਿਸ ਦਾ ਡਰ ਹੋਣਾ ਤੇ ਲਾਅ ਦਾ ਡਰ ਨਾ ਹੋਣਾ ਕਿੰਨੀ ਕੁ ਵੱਡੀ ਗੱਲ ਹੈ, ਜਾਂ ਕਿੰਨੀ ਕੁ ਨੈਗੇਟਿਵ ਗੱਲ ਹੈ ਜਾਂ ਪੋਜ਼ੀਟਿਵ ਗੱਲ ਹੈ ਤੁਹਾਡੇ ਹਿਸਾਬ ਨਾਲ? ਤੁਹਾਡੇ ਵਿਊ ਪੁਆਇੰਟ ਕੀ ਹੈ ਇਸ ਚੀਜ਼ ਨੂੰ ਲੈ ਕੇ? ਦੇਖੋ, ਮੈਂ ਤੇ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਜੇ ਇਹ ਇੰਟਰਵਿਊ ਸਾਰੇ ਵੇਖਣਗੇ ਨਾ, ਤੇ ਇੱਕ ਸੇਧ ਉਹਨਾਂ ਨੂੰ ਮਿਲਦੀ ਹੈ ਕਿ ਸਾਨੂੰ ਪੁਲਿਸ ਤੋਂ ਨਹੀਂ ਡਰਨਾ ਚਾਹੀਦਾ, ਬਟ ਸਾਨੂੰ ਲਾਅ ਤੋਂ ਡਰਨਾ ਚਾਹੀਦਾ। ਬਿਲਕੁਲ। ਲਾਅ ਮੇਕਰਸ ਜਿਹੜੇ ਨੇ ਉਹ ਸੁਪਰੀਮ ਨੇ, ਉਹਨਾਂ ਨੇ ਲਾਅ ਜਿਹੜੇ ਬਣਾਏ ਨੇ ਦਿਮਾਗ ਲਾ ਕੇ, ਖੋਜ ਕਰਕੇ, ਸਿਚੁਏਸ਼ਨਸ ਵੇਖ ਕੇ, ਸੋਸ਼ਲ ਇਕਨੋਮਿਕ ਪੋਲੀਟੀਕਲ ਸਿਚੁਏਸ਼ਨਸ ਵੇਖ ਕੇ ਲਾਅ ਮੇਕਰਸ ਬਣੇ। ਨੋ ਡਾਊਟ ਕਿ ਅੱਜ ਕੱਲ੍ਹ ਦੀ ਲੈਜਿਸਲੇਸ਼ਨ ਦੇ ਵਿੱਚ ਸਾਰੇ ਲਾਅ ਮੇਕਰਸ ਆਲਮੋਸਟ ਅਨਪੜ੍ਹ ਨੇ। ਉਹ ਅੱਛਾ, ਕਿਉਂ? ਵਿਧਾਨ ਸਭਾ ਲਾਅ ਬਣਾਉਂਦੀ ਨਾ। ਹਾਂ। ਸਟੇਟ ਦੇ ਵਿੱਚ ਵਿਧਾਨ ਸਭਾ ਲਾਅ ਬਣਾਉਂਦੀ ਹੈ, ਸੈਂਟਰ ਦੇ ਵਿੱਚ ਪਾਰਲੀਮੈਂਟ ਲਾਅ ਬਣਾਉਂਦੀ ਹੈ। ਜੀ। ਔਰ ਉਹਨਾਂ ਨੂੰ ਕੁਰਸੀ ਤੇ ਬਿਠਾਉਂਦੇ ਹਾਂ ਅਸੀਂ, ਤੁਸੀਂ, ਆਪਾਂ। ਔਰ ਮੈਨੂੰ ਦੱਸ ਦਿਓ ਕਿ ਕਿੰਨੇ MLAs MPs ਨੇ ਜਿਨ੍ਹਾਂ ਤੇ ਪਰਚੇ ਦਰਜ ਨੇ। ਬਿਲਕੁਲ ਭਾਜੀ, ਉਹ ਲਾਅ ਬਣਾ ਰਹੇ ਨੇ। ਹਾਂ, ਡੈਫੀਨਿਟਲੀ। ਤਾਂ ਕਰਕੇ ਜੱਜਿਸ ਦਾ ਲਾਅ ਬਣਾਉਣਾ ਜ਼ਰੂਰੀ। ਔਰ ਸਾਡੀ ਜਿਹੜੀ, ਮੈਂ ਇੱਕ ਲੇਟੈਸਟ ਐਗਜ਼ਾਮਪਲ ਦਿੰਦਾ। ਮੈਂ ਹੁਣ ਨਾ ਦੁਬਈ ਹੋ ਕੇ ਆਇਆ ਜੀ। ਦੁਬਈ ਦੇ ਵਿੱਚ ਮੈਨੂੰ ਪੂਰੀ ਦੁਬਈ ਦੇ ਵਿੱਚ ਕੋਈ ਇੱਕ ਪੁਲਿਸ ਵਾਲਾ ਨਹੀਂ ਦਿਖਿਆ। ਠੀਕ ਹੈ। ਇੱਥੇ ਸਾਡੀ ਆਪਣੇ
ਮੈਂ ਕੱਲ ਵੀ ਅਸੀਂ ਕਮਿਸ਼ਨਰ ਸਾਹਿਬ ਨੂੰ ਇੱਕ ਲੈਟਰ ਦੇਣ ਜਾਣੀ ਹੈ ਕਿ ਰਣਜੀਤ ਐਵਨਿਊ ਦੇ ਵਿੱਚ ਰੋਜ਼ ਖੋਹ ਹੋ ਜਾਂਦੀ ਹੈ। ਹਾਂਜੀ, ਵੱਧ ਤੋਂ ਵੱਧ ਪੁਲਿਸ ਦੀ ਚੌਕਸੀ ਕਰੋ, ਇੱਕ ਬੀਟ ਬਣਾ ਦਿਓ ਇੱਥੇ ਜਾਂ ਕੁਝ ਹੋ ਜਾਓ। ਕੱਲ ਮੇਰਾ ਵੀ ਸਾਈਕਲ ਚੋਰੀ ਹੋਇਆ। ਹਾਂਜੀ ਹਾਂਜੀ, ਮੈਂ ਤੁਹਾਡੀ ਇੰਸਟਾ ਤੇ ਵੀਡੀਓ ਵੇਖੀ ਹੈ। ਤੇ ਤਾਂ ਕਰਕੇ ਹੁਣ ਮੈਂ ਤਾਂ ਜਾਗਿਆ ਮੇਰਾ ਸਾਈਕਲ ਚੋਰੀ ਹੋਇਆ, ਨਹੀਂ ਤਾਂ ਲੋਕਾਂ ਨਾਲ ਰੋਜ਼ ਹੋ ਰਿਹਾ ਸੀ, ਸ਼ਾਇਦ ਮੈਨੂੰ ਇੰਨਾ ਫਰਕ ਨਹੀਂ ਸੀ ਪੈ ਰਿਹਾ। ਉਹ ਮੇਰਾ ਹੀ ਚੋਰੀ ਹੋ ਗਿਆ ਤਾਂ ਹੁਣ ਮੈਂ ਸਭ ਤੋਂ ਅੱਗੇ ਝੰਡਾ ਫੜ ਲਿਆ ਕਿ ਨਹੀਂ ਜੀ ਪੁਲਿਸ ਕੋ ਚਲੀਏ। ਪਰ ਸਾਡੀ ਡਿਮਾਂਡ ਕੀ ਹੈ ਕਿ ਤੁਸੀਂ ਰਣਜੀਤ ਐਵਨਿਊ 'ਚ ਪੁਲਿਸ ਦਾ ਨਾਕਾ ਵਧਾ ਦਿਓ। ਹਾਂ, ਕਿਉਂ ਜੀ? ਕਿਉਂਕਿ ਅਸੀਂ ਸੋਚਦੇ ਹਾਂ ਅਸੀਂ ਪੁਲਿਸ ਤੋਂ ਡਰਦੇ ਹਾਂ। ਬਿਲਕੁਲ ਚੋਰ ਪੁਲਿਸ ਤੋਂ ਡਰਨਗੇ। ਹਾਂ, ਚੋਰ ਪੁਲਿਸ ਤੋਂ ਡਰਨਗੇ। ਚੋਰਾਂ ਨੂੰ ਲਾਅ ਤੋਂ ਡਰਨਾ ਚਾਹੀਦਾ। ਸਮਝ ਗਿਆ। ਅੱਛਾ ਭਾਜੀ, ਇੱਕ ਚੀਜ਼ ਇਹਦੇ ਰਿਲੇਟਡ ਹੀ ਮੇਰਾ ਕੁਐਸਚਨ ਹੈਗਾ। ਮੈਂ ਕਿਤੇ ਤੁਹਾਡੀ ਇੰਟਰਵਿਊ ਸੁਣੀ ਸੀਗੀ ਜਿਹਦੇ ਵਿੱਚ ਤੁਸੀਂ ਨਾ ਉਹ ਬੜੀ ਚੀਜ਼ ਚੰਗੀ ਤਰ੍ਹਾਂ ਸਮਝਾਈ ਸੀਗੀ ਕਿ ਜੇ ਤੁਹਾਡੇ ਸਾਹਮਣੇ ਕੋਈ ਐਕਸੀਡੈਂਟ ਹੁੰਦਾ, ਕੋਈ ਇੰਜਰਡ ਪਰਸਨ ਆ, ਕੋਈ ਆਪਣੀ ਲਾਸਟ ਸ਼ਾਇਦ ਬ੍ਰੈਥਸ ਤੇ ਹੈਗਾ, ਉਹਦੀਆਂ ਮਤਲਬ ਉਹਦੇ ਲਾਸਟ ਸਾਹ ਰਹਿ ਗਏ ਆ, ਤੁਸੀਂ ਉਹਦੀ ਮਦਦ ਜੇ ਕਰ ਦੋਗੇ ਉਹ ਬਚ ਜਾਊਗਾ। ਪਰ ਆਪਣੇ ਲੋਕ ਨਹੀਂ ਕਰਦੇ ਭਾਜੀ। ਜੇ ਮੈਂ ਵੀ ਓਨੈਸਟਲੀ ਤੁਹਾਨੂੰ ਜਵਾਬ ਦੇਵਾਂ, ਮੇਰੇ ਸਰਕਲ 'ਚ ਬਹੁਤ ਲੋਕ ਨੇ ਜਿਹੜੇ ਸ਼ਾਇਦ ਕਹਿ ਦੇਣਗੇ ਕਿ ਨਹੀਂ ਆਪਾਂ ਕਿਉਂ ਇਸ ਸਿਆਪੇ 'ਚ ਪੈਣਾ, ਚੱਲ ਆਪਾਂ ਨਿਕਲੀਏ। ਭਾਜੀ ਯਾਰ ਏਦਾਂ ਨਾ ਕਰੋ। ਮੈਨੂੰ ਨਹੀਂ ਲੱਗਦਾ, ਮੈਂ ਵੀ ਕਈ ਵਾਰੀ ਨਹੀਂ ਕਰਦਾ। ਹਨਾ ਯਾਰ ਭਾਜੀ, ਡਰ ਲੱਗਦਾ ਯਾਰ ਭਾਜੀ। ਜਿਹੜਾ ਫੀਅਰ ਸਾਈਕੋਸਿਸ ਹੈਗਾ ਨਾ ਕਿ ਬਾਅਦ ਚੋਂ ਕਚਹਿਰੀਆਂ ਦੇ ਚੱਕਰ ਕੱਟਣੇ ਆ। ਹਾਂ, ਮੈਂ ਤੁਹਾਨੂੰ ਓਨੈਸਟਲੀ ਦੱਸਾਂ, ਮੈਂ ਇੱਕ ਵਾਰੀ ਕੀਤੀ ਆ। ਮੈਂ ਆਪਣੇ ਪਿੰਡੋਂ ਆਉਂਦਾ ਪਿਆ ਹੈਗਾ, ਮੇਰਾ ਪਿੰਡ ਆ ਭਾਜੀ ਖੇਮਕਰਨ ਵੱਲ, ਚੀਮਾ। ਮੈਂ ਉੱਥੋਂ ਆਉਂਦਾ ਪਿਆ ਸੀਗਾ ਆਪਣੇ ਇੱਧਰ ਅੰਮ੍ਰਿਤਸਰ ਵੱਲ। ਰਾਹ ਦੇ ਵਿੱਚ ਇੱਕ ਤੁਹਾਨੂੰ ਪਤਾ ਉੱਥੇ ਗਾਵਾਂ ਮੱਝਾਂ ਰੋਡ ਤੇ ਸਟ੍ਰੇ ਬਹੁਤ ਆ। ਉੱਥੇ ਇੱਕ ਐਕਸੀਡੈਂਟ ਹੋਇਆ ਤੇ ਉੱਥੇ ਮੈਂ ਤੇ ਮੇਰੇ ਫਾਦਰ ਸਾਹਿਬ ਸੀਗੇ। ਮੈਂ ਓਨੈਸਟਲੀ ਤੁਹਾਨੂੰ ਦੱਸਾਂਗਾ, ਮੈਂ ਸ਼ਾਇਦ ਨਹੀਂ ਰੁਕਦਾ। ਮੈਂ ਓਨੈਸਟਲੀ ਤੁਹਾਨੂੰ ਦੱਸਣ ਲੱਗਾ, ਮੈਂ ਸ਼ਾਇਦ ਨਾ ਰੁਕਦਾ। ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ 2 ਮਿੰਟ ਰੁਕ ਕੇ ਤੇ ਵੇਖ ਲਈਏ ਜੇ ਪਾਣੀ ਵਗੈਰਾ ਕਰਨਾ ਹੈ। ਇੱਦਾਂ ਕਰਕੇ ਰੱਬ ਵੱਲੋਂ ਉਹਨਾਂ ਨੂੰ ਸੱਟ ਜ਼ਿਆਦਾ ਨਹੀਂ ਸੀ ਲੱਗੀ। ਬਜ਼ੁਰਗ ਕਪਲ ਸੀਗੇ, ਸੋ ਉਹਨਾਂ ਨੂੰ ਜ਼ਿਆਦਾ ਸੱਟ ਨਹੀਂ ਸੀ ਲੱਗੀ ਹੋਈ ਤੇ ਆਪਾਂ ਪਾਣੀ ਵਗੈਰਾ ਥੋੜ੍ਹੀ ਬਹੁਤੀ ਮਦਦ ਕੀਤੀ। ਉਹ ਚੀਜ਼ ਅੱਛਾ ਚਲੋ ਆਪਾਂ ਹੌਸਪੀਟਲ ਨਹੀਂ ਲੈ ਕੇ ਗਏ ਜਾਂ ਕੋਈ ਪੁਲਿਸ ਦਾ ਉਹ ਨਹੀਂ ਹੋਇਆ, ਬਟ ਮੈਂ ਉਸ ਚੀਜ਼ ਨੂੰ ਫਿਰ ਆਪਣੇ ਸਾਰੇ ਸਫ਼ਰ 'ਚ ਸੋਚਦਾ ਰਿਹਾ ਕਿ ਮੈਂ ਕਿਉਂ ਡਰਿਆ ਰੁਕਣ ਤੋਂ, ਕਿ ਮੇਰੇ ਅੰਦਰ ਉਹ ਡਰ ਕਿਉਂ ਰਿਹਾ। ਮੈਂ ਪੜ੍ਹਿਆ ਲਿਖਿਆ ਵੀ ਹਾਂ, ਮੈਂ ਕੈਨੇਡਾ ਹੋ ਕੇ ਆਇਆ, ਮੇਰੇ ਅੰਦਰ ਉਹ ਕਿਉਂ ਡਰ ਇੱਕਦਮ। ਮੇਰਾ ਪਹਿਲਾ ਇੰਸਟਿੰਕਟ ਇਹ ਕਿਉਂ ਨਹੀਂ ਹੈਗਾ ਕਿ ਹਾਂ ਰੁਕਦੇ ਆਪਾਂ ਮਦਦ ਕਰਦੇ ਹਾਂ, ਹਰ ਹਾਲਤ 'ਚ ਇਹਨੂੰ ਲੈ ਜਾਈਏ, ਹੈ ਨਾ, ਕਿ ਆਪਾਂ ਲੈ ਜਾਈਏ। ਭਾਜੀ ਉਸ ਚੀਜ਼ ਦਾ ਦੱਸੋ, ਕਿਉਂਕਿ ਬੇਸਿਕਲੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਤੇ ਆਪਾਂ ਸ਼ਾਇਦ ਤਾਂ ਉਸ ਚੀਜ਼ ਤੋਂ ਡਰਦੇ ਹਾਂ ਕਿ ਜੇ ਆਪਾਂ ਹੌਸਪੀਟਲ ਲੈ ਗਏ, ਉਹਨਾਂ ਨੇ ਉੱਥੇ ਕਹਿਣਾ ਕਿ ਪੁਲਿਸ ਕੇਸ ਹੈ, ਪੁਲਿਸ ਆਊਗੀ ਤੇ ਸਾਡੇ ਤੇ ਹੀ ਨਾ ਪਾ ਦੇਣ ਕਿ ਤੁਸੀਂ ਐਕਸੀਡੈਂਟ ਕੀਤਾ। ਸੈਕਿੰਡ ਚੀਜ਼ ਕਿ ਸਾਨੂੰ ਆਪਾਂ ਜਿੱਦਾਂ ਗੱਲ ਵੀ ਕਰਦੇ ਪਏ ਸੀਗੇ ਆਫ ਦਾ ਰੈਕਡ ਕਿ ਜੇ ਉਹ ਸਾਡੇ ਤੇ ਨਾ ਇਹ ਨਾ ਕਰ ਦੇਣ ਕਿ ਤੁਹਾਨੂੰ ਉਹ ਰੱਖ ਲਿਆ ਵਿੱਚ ਗਵਾਹ ਰੱਖ ਲਿਆ, ਤੁਹਾਨੂੰ ਜਾਂ ਗਵਾਹ ਰੱਖ ਲਿਆ ਜਾਂ ਮਦਈ ਬਣਾ ਲਿਆ ਤੇ ਫਿਰ ਉਸ ਤੋਂ ਬਾਅਦ ਕਚਹਿਰੀਆਂ ਦੇ ਚੱਕਰ ਸਾਨੂੰ ਕੱਟਣਾ ਪਊਗਾ। ਇਸ ਚੀਜ਼ ਤੇ ਥੋੜਾ ਇੱਕ ਹੋਰ ਵੀ ਰੀਜ਼ਨ ਹੈਗਾ। ਦੱਸੋ। ਅਸੀਂ ਸਭ ਲੋਕ ਬਹੁਤ ਅਮੀਨ ਆ ਜੀ, ਇਹ ਯਾਦ ਰੱਖਿਓ ਜੀ। ਕੱਲਾ ਇਹ ਰੀਜ਼ਨ ਨਹੀਂ ਹੈ ਕਚਹਿਰੀ, ਪੁਲਿਸ ਜਾਂ ਫੇਰੇ ਜਾਂ ਮਦਈ ਬਣ ਗਏ ਜਾਂ ਤੁਹਾਨੂੰ ਦੂਜੀ ਪਾਰਟੀ ਆ ਕੇ ਡਰਾਏਗੀ ਧਮਕਾਏਗੀ, ਤੁਸੀਂ ਵਿਟਨੈਸ ਬਣ ਗਏ। ਤੁਹਾਨੂੰ ਪਤਾ ਜੇ ਤੁਸੀਂ ਵਿਟਨੈਸ ਹੋ, ਕੱਲ ਨੂੰ ਕਿਸੇ ਨੂੰ 2 ਸਾਲ ਕੋਈ ਬੰਦਾ ਗੱਡੀ ਥੱਲੇ ਆ ਕੇ ਮਰ ਜਾਂਦਾ, 2 ਸਾਲ ਦੀ ਸਜ਼ਾ ਹੈ, ਉਹਨੂੰ ਸਜ਼ਾ ਵੀ ਹੋਣੀ ਹੈ। ਪਰ ਸਭ ਤੋਂ ਮੈਂ ਜਿਹੜਾ ਇੰਨੇ ਸਾਲਾਂ 'ਚ ਰੀਜ਼ਨ ਸਮਝਦਾ ਨਾ, ਲੋਕੀ ਪੈਸਾ ਲਾਉਣ ਤੋਂ ਡਰਦੇ ਆ। ਕਿਸੇ ਨੂੰ ਚੁੱਕਣਾ ਸਭ ਤੋਂ ਪਹਿਲਾਂ ਖਿਆਲ ਆਉਂਦਾ ਜੇ ਆਫ ਦੀ। ਇਹ ਮਤਲਬ ਮੈਂ ਉਹ ਗੱਲਾਂ ਦੱਸ ਰਿਹਾ ਜਿਹੜੀਆਂ ਗੱਲਾਂ ਲੋਕਾਂ ਨੇ ਸਿਰਫ ਪੁਲਿਸ ਤੱਕ ਸੀਮਿਤ ਕਰਕੇ ਆਪਣੇ ਬਿਆਨ ਦੇਣੇ ਆ। ਪਰ ਮੈਨੂੰ ਇਹ ਪਤਾ ਕਿ ਕਈ ਲੋਕੀ ਜਦੋਂ ਚੁੱਕਣ ਲੱਗਦੇ ਆ ਉਹ ਸੋਚਦੇ ਮੇਰੀ ਕਾਰ 'ਚ ਖੂਨ ਲੱਗ ਜਾਣਾ, ਗੰਦੀ ਹੋ ਜਾਣੀ। ਉਹ ਸਹੀ ਗੱਲ ਯਾਰ ਭਾਜੀ, ਸਹੀ ਗੱਲ। ਉੱਥੇ ਜਾ ਕੇ ਮੈਨੂੰ ਇਲਾਜ ਲਈ ਪੈਸੇ ਦੇਣੇ ਪੈਣੇ ਆ। ਇਹਦੇ ਲਈ ਇਕੱਲਾ ਸਿਸਟਮ ਰਿਸਪੌਂਸਿਬਲ ਆਪਾਂ ਨਹੀਂ ਹੈਗੇ, ਮਤਲਬ ਸਿਸਟਮ ਨਹੀਂ ਹੈ, ਅਸੀਂ ਰਿਸਪੌਂਸਿਬਲ ਆ। ਸਾਡਾ ਡਰ ਇਕੱਲਾ ਪੁਲਿਸ ਦਾ ਡਰ। ਮੈਂ ਅੱਜ ਦੀ ਡੇਟ 'ਚ ਸਮਝਦਾ ਕਿ ਅਸੀਂ ਇੰਨੇ ਜ਼ਿਆਦਾ ਹੁਸ਼ਿਆਰ ਹੋ ਗਏ ਹਾਂ। ਸੋਸ਼ਲ ਮੀਡੀਆ 'ਤੇ ਤੁਸੀਂ ਵੇਖਿਆ ਕੋਈ ਵੀ ਬੰਦਾ ਪੁਲਿਸ ਵਾਲਾ ਗਲਤ ਵੀ ਕਰਦਾ ਹੁੰਦਾ ਤਾਂ ਉਹਦੀ ਵੀਡੀਓ ਬਣਾ ਕੇ ਉਹਨੂੰ ਸਿੱਧਾ ਕਰ ਦਿੰਦਾ। ਲੋਕਾਂ 'ਚ ਅਵੇਅਰਨੈਸ ਸੋਸ਼ਲ ਮੀਡੀਆ, ਸਾਡੇ ਮੋਬਾਈਲ ਨੇ, ਇੰਟਰਨੈਟ ਨੇ ਬਹੁਤ ਜ਼ਿਆਦਾ ਲਿਆਂਦੀ ਹੈ। ਲੋਕੀ ਅੱਜ ਕੱਲ੍ਹ ਕਿਸੇ ਤੋਂ ਡਰਦੇ ਨਹੀਂ ਹੈ। ਪਰ ਸਵਾਲ ਇਹ ਪੈਦਾ ਹੁੰਦਾ, ਲੋਕੀ ਕਿਸੇ ਦੀ ਮਦਦ ਕਰਕੇ ਨਹੀਂ ਰਾਜੀ ਹੈਗੇ। ਤੁਸੀਂ ਸੋਚੋ, ਤੁਸੀਂ ਕਿਸੇ ਬੰਦੇ ਨੂੰ ਚੁੱਕਿਆ, ਕੋਈ ਨਹੀਂ ਉਹਦੇ ਮਗਰ ਆਇਆ। ਮੈਂ 50 ਵਾਰੀ ਚੁੱਕਿਆ ਹੋਣਾ, ਮੈਂ ਤੁਹਾਨੂੰ ਕਿੰਨੀਆਂ ਐਗਜ਼ਾਮਪਲਾਂ ਦੱਸ ਦਾਂਗਾ ਜਿਹਦੇ ਵਿੱਚ ਮਤਲਬ ਇੱਕ ਐਗਜ਼ਾਮਪਲ ਤੇ ਆਇਆ ਸੀ ਕਿ ਅਮਨਦੀਪ ਹਸਪੀਟਲ ਦੇ ਨਾਲ ਬੱਸ ਦਾ ਅੱਡਾ ਜਿਹੜਾ ਸਦਰ ਥਾਣੇ ਤੋਂ ਅਜਨਾਲੇ ਨੂੰ ਜਿਹੜੀਆਂ ਬੱਸਾਂ ਜਾਂਦੀਆਂ ਨੇ, ਹਾਂਜੀ, ਅਸੀਂ ਉੱਥੇ ਲੰਗਰ ਦੀ ਸੇਵਾ ਕਰ ਰਹੇ ਸੀ। ਰੈਗੂਲਰ ਸਾਡਾ ਲੰਗਰ ਜਦੋਂ ਕੋਵਿਡ ਚੱਲਦਾ ਸੀ, ਇੱਕ ਬੱਸ ਦੇ ਵਿੱਚੋਂ ਇੱਕ ਬੰਦਾ ਉਤਰਿਆ, ਉਹਨੂੰ ਉਤਰਦੇ ਸਾਰ ਪਤਾ ਨਹੀਂ ਕਿਹੜਾ ਦੌਰਾ ਪੈ ਗਿਆ ਕਿ ਉਹਨੇ ਆਪਣਾ ਸਿਰ ਨਾ ਜ਼ਮੀਨ ਤੇ ਮਾਰਨਾ ਸ਼ੁਰੂ ਕਰ ਦਿੱਤਾ। ਅੱਛਾ, I was standing there, ਮੇਰੇ ਨਾਲ ਮੇਰਾ ਟੀਮ ਦਾ ਮੈਂਬਰ ਸਨਪ੍ਰੀਤ ਸਿੰਘ ਸੀ ਜੀ। ਦਿਮਾਗ 'ਚ 3-4 ਗੱਲਾਂ। ਪਹਿਲੀ ਗੱਲ ਕਿ ਇਹ ਬੰਦੇ ਨੂੰ ਚੁੱਕ ਕੇ ਕਿੱਥੇ ਖੜੀਏ, ਕੌਣ ਹੈ ਮਗਰ, ਕਿੱਦਾਂ, ਕੌਣ ਆਊਗਾ, ਸਾਰੀ ਦਿਹਾੜੀ ਇਹਦੇ ਨਾਲ ਲੱਗ ਨਾ ਜਾਵੇ। ਮੈਂ ਮੀਨ ਚੀਜ਼ ਦੱਸ ਰਿਹਾ ਕਿ ਆਈ ਮੇਰੇ ਦਿਲ 'ਚੋਂ ਮੀਨ ਜਿਹੜੀਆਂ ਚੀਜ਼ਾਂ ਆਈਆਂ, ਸੈਲਫ ਇੰਟਰਸਟ ਆ ਗਏ ਕਿ ਮੈਂ ਨਾ, ਮੈਨੂੰ ਫਸਣ ਦਾ ਨਹੀਂ ਆਇਆ, ਮੈਂ ਐਡਵੋਕੇਟ ਆ, ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਮੈਨੂੰ ਪਤਾ ਕਿ ਪੁਲਿਸ ਮੇਰਾ ਕੁਝ ਨਹੀਂ ਕਰ ਸਕਦੀ। ਜੇ ਮੈਨੂੰ ਮਦਈ ਵੀ ਬਣਾ ਲੇਗੀ, ਚਲੋ
ਕੋਈ ਗੱਲ ਨਹੀਂ, ਬਿਲਕੁਲ। ਪਰ ਸਭ ਤੋਂ ਪਹਿਲੇ ਮੇਰੇ ਮਨ 'ਚ ਇਹ ਗੱਲ ਆਈ ਨਹੀਂ ਕਿ ਮੈਂ ਇਹਦੀ ਜਾਨ ਬਚਾਣੀ ਹੈ। ਹਾਂ, ਕਿਉਂਕਿ ਮੈਨੂੰ ਲੱਗਾ ਕਿ ਮੈਂ ਗੁਰੂ ਨਾਨਕ ਹਸਪੀਟਲ ਵੀ ਲੈ ਕੇ ਜਾਣਾ ਨਾ, ਉੱਥੇ ਵੀ ਇੰਨਾ ਸਿਸਟਮ ਖਰਾਬ ਹੈ ਕਿ ਉਹਨੇ ਆ ਵੀ ਜਾਂਦਿਆਂ ਕਹਿਣਾ ਕਿ ਇਹਦੇ 2-3-4 ਹਜ਼ਾਰ ਦੇ ਟੈਸਟ ਹੋਣੇ, ਮੈਂ ਪੈਸੇ ਕਿੱਥੋਂ ਦੇਵਾਂਗਾ। ਹਾਂ, ਸਭ ਤੋਂ ਜ਼ਰੂਰੀ ਚੀਜ਼ ਹੈ ਪੈਸੇ ਕਿੱਥੋਂ ਦੇਵਾਂਗਾ। ਬਿਲਕੁਲ। ਪਰ ਉਹਦੇ ਲਈ ਵੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ, ਕੋਈ ਹਸਪੀਟਲ ਤੁਹਾਡੇ ਕੋਲੋਂ ਜਦੋਂ ਤੁਸੀਂ ਕਿਸੇ ਇੰਜਰਡ ਪੇਸ਼ੈਂਟ ਨੂੰ ਲੈ ਕੇ ਜਾਂਦੇ ਹੋ 1 ਰੁਪਿਆ ਡਿਮਾਂਡ ਨਹੀਂ ਕਰ ਸਕਦਾ। ਨਹੀਂ ਕਰ ਸਕਦਾ ਭਾਜੀ? ਨਹੀਂ ਕਰ ਸਕਦਾ ਤੁਹਾਡੇ ਕੋਲੋਂ। ਵੈਨ ਯੂ ਟੇਕ ਸਮਵਨ ਟੂ ਹਸਪੀਟਲ, ਅੱਛਾ, ਉਹਦੀ ਫਸਟ ਏਡ ਐਮਰਜੈਂਸੀ ਦੇ ਵਿੱਚ ਉਹਦੀ ਜਾਨ ਬਚਾਣੀ ਇੱਕ ਡਾਕਟਰ ਦਾ ਧਰਮ ਹੈ। ਉਹ ਡਾਕਟਰ ਨੂੰ 1 ਰੁਪਿਆ ਨਹੀਂ ਮਿਲਣਾ ਤਾਂ ਵੀ। ਸੋ ਇਹ ਗੱਲ ਇਸ ਇੰਟਰਵਿਊ 'ਚ ਲੋਕਾਂ ਨੂੰ ਪਤਾ ਲੱਗਣੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਭਾਜੀ, ਕਿ ਡਾਕਟਰਸ ਤੁਹਾਡੇ ਕੋਲ ਪੈਸੇ ਨਹੀਂ ਮੰਗ ਸਕਦੇ। ਪਰ ਸਾਡੇ ਇੱਥੇ ਮੈਨੂੰ ਦੱਸ ਦਿਓ ਅੰਮ੍ਰਿਤਸਰ 'ਚ ਕਿਹੜਾ ਹਸਪੀਟਲ ਆ ਜਿਹੜਾ ਐਮਰਜੈਂਸੀ ਜਾਂਦੇ ਤੁਹਾਡੇ ਕੋਲ ਫਾਈਲ ਨਹੀਂ ਬਣਵਾਉਂਦਾ? ਸਾਰੇ ਬਣਵਾਉਂਦੇ ਆ ਭਾਜੀ। ਔਰ ਉਸ ਕਰਕੇ ਲੋਕੀ ਕਿਸੇ ਨੂੰ ਨਹੀਂ ਖੜਦੇ, ਪੁਲਿਸ ਪਾਲਸ ਸਭ ਡਰਾਮੇ ਨੇ। ਸਰਕਾਰੀ ਸਿਰਫ ਡਾਕਟਰਸ ਜਾਂ ਪ੍ਰਾਈਵੇਟ ਵੀ ਕਿਸੇ 'ਚ ਲੈ ਜਾਣਗੇ? ਪ੍ਰਾਈਵੇਟ ਦਾ ਤਾਂ ਚਲੋ ਬੇੜਾ ਹੀ ਕਰਗਾ ਨਾ। ਮਤਲਬ ਤੁਸੀਂ ਪ੍ਰਾਈਵੇਟ ਨਾਂ ਲੈ ਕੇ ਨਾ, ਮਤਲਬ ਉਹ ਗੱਲ ਕਰਦੀ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਜੇ ਮੈਂ 2-4 ਦਾ ਨਾਂ ਹੁਣੇ ਲੈ ਦਿੱਤਾ ਨਾ ਤਾਂ ਕੱਲ੍ਹ ਨੂੰ ਅੰਮ੍ਰਿਤਸਰ ਦੇ ਵਿੱਚ, ਕਿਉਂਕਿ ਸਾਡਾ ਬੇਸਿਕ ਜਿਹੜੀ ਜੇ ਸਾਡੇ ਤੇ ਡੈਫੇਮੇਸ਼ਨ ਕੇਸ ਹੋਇਆ, ਮੈਂ ਮੇਰੀ ਟੀਮ ਤੇ ਐਡਵੋਕੇਟ ਹਰਸਿਮਰਨ ਸਿੰਘ ਜੀ ਸਾਡਾ ਕੇਸ ਫ੍ਰੀ 'ਚ ਲੜਨਗੇ। ਸੁਣ ਲਓ ਭਾਜੀ, ਮੇਰੇ ਤੇ ਹੋ ਗਿਆ, ਮੇਰੇ ਤੇ ਵਕੀਲਾਂ ਨੇ ਵੀ ਨਹੀਂ ਲੜਨਾ ਫ੍ਰੀ, ਉਹਨਾਂ ਨੇ ਕਹਿਣਾ ਇਹਨੂੰ ਸਹੀ ਕਰੀਏ। ਭਾਜੀ ਸਾਡਾ ਕੇਸ ਫ੍ਰੀ 'ਚ ਲੜਨਗੇ। ਨਹੀਂ ਮੈਂ ਤੁਹਾਨੂੰ ਗੱਲ ਦੱਸਣਾ, ਜ਼ਰੂਰਤ ਨਹੀਂ ਕਿਸੇ ਦੀ ਹੈਗੀ ਕੋਈ, ਵੀ ਆਰ ਨਾਟ ਡਿਫੇਮਿੰਗ ਐਨੀਵਨ। ਇਹ ਇੰਟਰਵਿਊਜ਼ ਜਿਹੜੀਆਂ ਨੇ ਨਾ, ਇਹ ਚਾਨਣ ਕ੍ਰੀਏਟ ਕਰਨ ਵਾਸਤੇ ਕਿ ਲੋਕਾਂ ਨੂੰ ਐਟਲੀਸਟ ਪਤਾ ਤਾਂ ਚੱਲੇ ਕਿ ਵਾਟ ਇਜ਼ ਹੈਪਨਿੰਗ ਇਨ ਦਾ ਸੋਸਾਇਟੀ। ਭਾਜੀ ਮੈਨੂੰ ਇਹ ਲਾਅ ਪਤਾ ਹੀ ਨਹੀਂ। ਤੁਸੀਂ ਵੇਖੋ ਡਾਕਟਰਸ ਕੈਨ ਨਾਟ ਚਾਰਜ, ਉਹ ਫਸਟ ਕੰਮ ਉਹਨਾਂ ਦਾ ਬੰਦੇ ਦੀ ਜਾਨ ਬਚਾਉਣਾ, ਚਾਹੇ ਉਹ ਸਰਕਾਰੀ ਹੈ, ਠੀਕ ਹੈ ਜੀ, ਚਾਹੇ ਉਹ ਪ੍ਰਾਈਵੇਟ ਹੈ। ਪਰ ਲੋਕਾਂ ਦੇ ਮਨ 'ਚ ਇੱਕੋ ਚੀਜ਼ ਆ, ਲੋਕੀ ਬਹਾਨਾ ਕੀ ਲਾਉਂਦੇ ਆ ਕਿ ਪੁਲਿਸ, ਹਾਂ ਪੈਸੇ ਨਹੀਂ ਹੈਗੇ। ਇੱਕ ਸਭ ਤੋਂ ਵੱਡਾ ਸਾਡੀ ਜਿਹੜਾ ਜ਼ਰੂਰੀ ਹੋ ਗਿਆ ਨਾ, ਜਿਹੜੇ ਵਿਊਜ਼ ਲੈਣੇ ਸੋਸ਼ਲ ਮੀਡੀਆ ਤੇ, ਸਭ ਤੋਂ ਪਹਿਲੇ ਲੋਕੀ ਵੀਡੀਓਜ਼ ਬਣਾਉਂਦੇ ਭਾਜੀ। ਉਹ 2 ਮਿੰਟ ਜੀ ਤੁਹਾਨੂੰ ਉਹ ਪੇਸ਼ੈਂਟ ਦੀ ਗੱਲ ਦੱਸ ਰਿਹਾ ਸੀ, ਉਹਨੇ ਸਿਰ ਮਾਰਨਾ ਸ਼ੁਰੂ ਕਰਤਾ। ਹਾਂਜੀ, ਚਲੋ ਅਲਟੀਮੇਟਲੀ ਮੇਰੇ ਅੰਦਰ ਦੀ ਇਨਸਾਨੀਅਤ ਜਿਹੜੀ ਗੁਰੂ ਸਾਹਿਬ ਨੇ ਸਾਡੇ ਅੰਦਰ ਬਖਸ਼ੀ ਹੈ ਉਹ ਜਾਗੀ। ਜੇਬ 'ਚ ਪੈਸੇ ਵੀ ਸੀ। ਮੈਂ ਕਿਹਾ ਸੰਪ੍ਰੀਤ ਨਹੀਂ ਛੱਡ ਸਕਦੇ, ਇਹ ਲੰਗਰ ਵੰਡਣਾ ਵਿਅਰਥ ਹੈ ਜੇ ਇਹਨੂੰ ਇਦਾਂ ਹੀ ਛੱਡਤਾ। ਉਹਦੇ ਤੋਂ ਕੋਈ ਵੀ ਬੱਸ ਲੰਘ ਜਾਣੀ। ਅਸੀਂ ਕੀ ਲੰਗਰ ਵੰਡਦੇ ਪਏ, ਇੱਕ ਟਾਈਮ ਦੀ ਰੋਟੀ, ਉਹਦੇ ਪਰਿਵਾਰ ਦੀ ਰੋਟੀ ਕਿਵੇਂ ਚੱਲਣੀ ਸੀ ਜੇ ਉਹਨੂੰ ਕੁਝ ਹੋ ਜਾਂਦਾ। ਬਿਲਕੁਲ ਸਹੀ। ਮੈਂ ਧਰਮ ਨਾਲ ਇੱਕ ਚੀਜ਼ ਕਹਿਣ ਲੱਗਾ, ਉਸ ਬੰਦੇ ਨੂੰ ਜਦੋਂ ਅਸੀਂ ਚੁੱਕਿਆ, ਉਸ ਬੰਦੇ ਕੋਲ ਇੰਨੀ ਕੁ ਬਦਬੂ ਆ ਰਹੀ ਸੀ, ਪਤਾ ਨਹੀਂ ਕਿਸ ਚੀਜ਼ ਦੀ ਬਦਬੂ ਸੀ, ਕਿ ਮੇਰੇ ਔਰ ਸਨਪ੍ਰੀਤ ਵੀਰ ਦੇ ਕੱਪੜਿਆਂ 'ਚੋਂ 2 ਮਹੀਨੇ ਤੱਕ ਉਹ ਸਮੈਲ ਨਹੀਂ ਗਈ, ਮੇਰੀ ਕਾਰ 'ਚੋਂ ਸਮੈਲ ਨਹੀਂ ਗਈ। ਔਰ ਪਰ ਤੁਸੀਂ ਉਹਦੀ ਪਰਵਾਹ ਨਹੀਂ ਕੀਤੀ? ਨਹੀਂ, ਅਸੀਂ ਪਰਵਾਹ ਨਹੀਂ ਕੀਤੀ। ਅਸੀਂ ਉਸਨੂੰ ਗੁਰੂ ਨਾਨਕ ਹਸਪੀਟਲ ਖੜਿਆ ਉਹਨਾਂ, ਔਰ ਡਾਕਟਰਸ ਨੇ ਅਰਜੈਂਟਲੀ ਉਹਨੂੰ ਉਸੇ ਵੇਲੇ ਉਹਦਾ ਇਲਾਜ ਸ਼ੁਰੂ ਕੀਤਾ। ਔਰ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਉਹਨੂੰ ਦਿਮਾਗ ਦਾ ਕੋਈ, ਉਹਦੀ ਇਲਾਜ ਚੱਲ ਰਿਹਾ ਸੀ, ਦਿਮਾਗ ਦਾ ਕੋਈ ਅਟੈਕ ਹੋਇਆ। ਜਦੋਂ ਉਹਦੇ ਫੈਮਿਲੀ ਆਈ, ਉਹਨਾਂ ਨੇ ਸਾਨੂੰ ਇੰਨਾ ਥੈਂਕਸ ਕੀਤਾ, ਇੰਨਾ ਪਿਆਰ ਕੀਤਾ। ਅੱਜ ਵੀ ਉਹ ਬੰਦਾ ਆਪਣੀ ਬੇਟੀ ਦੇ ਨਾਲ ਮੈਨੂੰ ਤਕਰੀਬਨ 5-7 ਵਾਰੀ ਮਿਲਣ ਆ ਚੁੱਕਾ। ਔਰ ਉਹਦੇ ਵਿੱਚ ਕੰਮ ਪਤਾ ਕੀ ਆਇਆ, ਪੁਲਿਸ ਦਾ ਡਰ ਨਹੀਂ ਆਇਆ। ਤੁਹਾਨੂੰ ਥੋੜ੍ਹਾ ਜਿਹਾ ਅੱਗੇ ਆਉਣਾ ਪਊਗਾ, ਲੋਕਾਂ ਲਈ ਮਦਦ ਕਰਨੀ ਪੈਂਦੀ ਹੈ। ਆਪਣੀ ਵੋਇਸ ਹੀ ਰੇਜ਼ ਕਰ ਲਓ, ਹਸਪੀਟਲ ਜਾ ਕੇ ਰੌਲਾ ਪਾ ਦਿਓ ਕਿ ਕਾਹਦੇ ਪੈਸੇ। ਹਾਂ, ਆਪਾਂ ਡਰਦੇ ਹਾਂ ਭਾਜੀ ਉੱਥੇ ਪਹੁੰਚ ਕੇ। ਅਸੀਂ ਭਾਜੀ ਤੁਹਾਨੂੰ ਸੱਚ ਹੀ ਕਹਿ ਰਹੇ ਹਾਂ, ਲੋਕੀ ਪੈਸਾ ਖਰਚਣ ਤੋਂ ਡਰਦੇ ਆ, ਹੋਰ ਕੋਈ ਨਹੀਂ ਹੈ। ਇਹ ਡਰਾਮਾ ਸਾਰੇ ਪੈਸੇ ਦਾ। ਹਾਂ ਭਾਜੀ, ਇੱਕ ਤੁਸੀਂ ਮੈਂ ਪਿੱਛੇ ਜੋ ਤੁਸੀਂ ਗੱਲ ਕਰਦੇ ਪਏ ਸੀ ਨਾ, ਉਹਦੇ ਵਿੱਚ ਇੱਕ ਪੁਆਇੰਟ ਸੀਗਾ ਜਿਹਦੇ ਤੇ ਮੈਂ ਦਿਮਾਗ ਦੇ ਵਿੱਚ ਸੋਚਦਾ ਪਿਆ ਸੀ, ਮੈਂ ਤੁਹਾਨੂੰ ਪੁੱਛੂੰਗਾ। ਤੁਸੀਂ ਕਿਹਾ ਕਿ ਕਿਸੇ ਦੀ ਗੱਡੀ ਦੇ ਥੱਲੇ ਜੇ ਕੋਈ ਆ ਕੇ ਮਰ ਜੇ ਤੇ ਉਹ ਸਿਰਫ 2 ਸਾਲ ਦੀ ਸਜ਼ਾ। ਬਿਲਕੁਲ ਜੀ। ਤੇ ਜੇ ਮੈਂ, ਚਲੋ ਮੈਂ ਤੇ ਨਹੀਂ, ਪਰ ਜੇ ਕੋਈ ਕਿਸੇ ਨੂੰ ਚਾਕੂ ਮਾਰਦਾ, ਗੋਲੀ ਮਾਰਦਾ ਜਾਂ ਕੋਈ ਜਿੱਦਾਂ ਕਤਲ ਕਰਦਾ, ਉਹ ਕਤਲ ਦੇ ਅੰਡਰ ਆ ਕੇ ਉਹ ਤੇ ਫਿਰ ਉਮਰ ਕੈਦ ਜਾਂ ਫਾਂਸੀ ਵਗੈਰਾ ਤੇ ਪਹੁੰਚ ਜਾਂਦੀ ਹੈ ਗੱਲ। ਬਿਲਕੁਲ। ਆਹ ਕੀ ਲਾਅ ਹੈ ਭਾਜੀ? ਇਹ ਲਾਅ ਬਣਿਆ 1860 'ਚ। 1860 'ਚ ਇਹ ਲਾਅ ਬਣਾਇਆ ਲਾਰਡ ਮੈਕੈਲੇ। ਅੱਛਾ ਜੀ। ਜਿਨ੍ਹਾਂ ਨੇ IPC ਫਰੇਮ ਕੀਤੀ। ਠੀਕ ਹੈ। ਔਰ ਤੁਸੀਂ ਮੰਨੋਗੇ ਕਿ ਆਇਰਨੀ ਕੀ ਹੈ ਕਿ ਉਦੋਂ ਗੱਡੀਆਂ ਸੀ ਬ੍ਰਿਟਿਸ਼ਰਸ ਕੋਲ। ਬਿਲਕੁਲ। ਅੰਗਰੇਜ਼ਾਂ ਕੋਲ ਕਹਿ ਲਓ ਗੱਡੀਆਂ ਸੀ, ਤੇ ਅਸੀਂ ਸੀ ਲੇਬਰ ਕਲਾਸ। ਬਿਲਕੁਲ। ਠੀਕ ਹੈ। ਤੇ ਉਦੋਂ ਉਹਨਾਂ ਦੀ ਗੱਡੀ ਥੱਲੇ ਕੋਈ ਆ ਕੇ ਮਰਦਾ ਸੀ ਤਾਂ ਉਹਨੂੰ ਸਿਰਫ 2 ਸਾਲ ਸਜ਼ਾ। ਅੰਗਰੇਜ਼ ਨੂੰ। ਹਾਂ, ਉਹਨਾਂ ਨੇ ਆਪਣਾ ਬਚਾਅ ਕੀਤਾ। ਉਦੋਂ ਪਰਚਾ ਤੇ ਚਲੋ ਦਰਜ ਵੀ ਨਹੀਂ ਹੋਣਾ, ਪਰ ਉਹਨਾਂ ਨੇ ਲਾਅ ਵੀ ਬੜਾ ਵੀਕ ਬਣਾਇਆ, ਮਰਿਆ ਹੀ ਹੈ ਨਾ ਕੋਈ। ਬਿਲਕੁਲ। ਮਤਲਬ ਹੁਣ ਇਹਦੇ ਵਿੱਚ ਕੀ ਸਿਸਟਮ ਆ ਗਿਆ ਕਿ ਲੋਕਾਂ ਨੇ ਕਹਿ ਦਿੱਤਾ ਕਿ ਇਹਨੂੰ ਇਹ ਅੱਜ ਚੇਂਜ ਚਾਹੀਦਾ ਸੀ। ਬਿਲਕੁਲ। ਤੁਸੀਂ ਇਹਨੂੰ ਐਕਸੀਡੈਂਟ, ਜੇ ਉਹ ਐਕਸੀਡੈਂਟਲ ਡੈਥ ਹੈ ਤੇ ਉਹਨੂੰ 4 ਸਾਲ ਕਰ ਦਿਓ। ਹਾਂ, ਠੀਕ ਹੈ। ਜੇ ਉਹ ਇੰਟੈਂਸ਼ਨਲ ਕਿਸੇ ਨੇ ਡਰਿੰਕ ਕੀਤਾ ਤੇ ਕਿਸੇ ਦੇ ਵਿੱਚ ਹਿੱਟ ਕੀਤਾ, ਉਹਦੀ ਡੈਥ ਹੋਈ, ਇਟ ਸ਼ੁੱਡ ਬੀ ਮਰਡਰ।
ਹਾਂ ਡੈਫੀਨਿਟਲੀ ਭਾਜੀ, ਮਤਲਬ ਇਹ ਨਹੀਂ ਹੈ ਕਿ ਤੁਸੀਂ ਸ਼ਰਾਬ ਪੀ ਕੇ ਠੇਕੇ 'ਚ ਨਿਕਲੇ, ਕਿਸੇ ਨੂੰ ਥੱਲੇ ਦੇ ਦਿੱਤਾ ਤੇ ਸਿਰਫ 2 ਸਾਲ ਸਜ਼ਾ, ਕਦੀ ਵੀ ਨਹੀਂ, ਬੰਦਾ ਮਰਿਆ ਵਾ। ਬਿਲਕੁਲ। ਸੋ ਅੱਜ ਵੀ ਸਾਡੇ ਲਾਅ ਮੇਕਰਸ ਨੇ, ਪਤਾ ਨਹੀਂ ਇਹ ਸਾਡੀਆਂ ਇੰਟਰਵਿਊਜ਼ ਉਹਨਾਂ ਤੱਕ ਕਿਉਂ ਨਹੀਂ ਜਾਂਦੀਆਂ, ਮਤਲਬ ਜੱਜਿਸ 2 ਸਾਲ ਪੱਕਾ ਸਜ਼ਾ ਕਰਦੇ ਆ, ਪਰ ਉਹ ਕਰ ਹੀ 2 ਸਾਲ ਸਕਦੇ ਆ, ਉਹਨਾਂ ਕੋਲ ਹੋਰ ਮਤਲਬ ਆਪਸ਼ਨ ਨਹੀਂ ਹੈ। ਇਹਦੇ 'ਚ ਅਮੈਂਡਮੈਂਟ ਚਾਹੀਦੀ ਅੱਜ ਦੀ ਡੇਟ 'ਚ ਕਿ ਇਹਦੀ ਘੱਟੋ ਘੱਟ ਜੇ ਐਕਸੀਡੈਂਟਲ ਡੈਥ ਹੈ ਕਿਸੇ ਨੇ ਮਤਲਬ ਕੋਈ ਅਚਾਨਕ ਅੱਗੇ ਆ ਗਿਆ ਤੇ ਉਹਦੇ ਲਈ ਘੱਟ ਸਜ਼ਾ ਹੋਵੇ, ਜੇ ਡਰਿੰਕ ਐਂਡ ਡਰਾਈਵ ਹੈ ਉਹਦੇ ਲਈ ਜ਼ਿਆਦਾ ਹੋਵੇ, ਜੇ ਕਿਸੇ ਨੇ ਡਰਿੰਕ ਨਹੀਂ ਕੀਤੀ ਕਿਸੇ ਨੂੰ ਮਾਰ ਕੇ ਭੱਜ ਰਿਹਾ ਉਹਦੇ ਥੱਲੇ ਆ ਗਿਆ ਉਹਦੀ ਜ਼ਿਆਦਾ ਹੋਵੇ। ਇਹ ਬਾਈਫਰਕੇਸ਼ਨ ਆਫ ਅਫੈਂਸ ਐਂਡ ਪਨਿਸ਼ਮੈਂਟ ਸ਼ੁੱਡ ਬੀ देयर, ਬਟ ਇਹ ਅੱਜ ਤੱਕ ਨਹੀਂ ਕੀਤੀ ਗਈ। ਬਹੁਤ ਮਾੜਾ ਸਿਸਟਮ ਹੈ। ਇਹ ਜੇ ਚੇਂਜ ਕਰ ਦੇਣਗੇ, ਤੁਸੀਂ ਇਹ ਵੇਖ ਲਿਓ ਕੋਈ ਐਕਸੀਡੈਂਟ ਥੱਲੇ ਕੋਈ ਆਉਣਾ ਹੀ ਨਹੀਂ। ਬਿਲਕੁਲ ਭਾਜੀ, ਲੋਕ ਸੁਧਰ ਜਾਣਗੇ। ਕਿਹਦਾ ਡਰ? ਉੱਥੇ ਗੱਲ ਆ ਗਿਆ ਲਾਅ ਦਾ ਗੱਲ। ਬਿਲਕੁਲ, ਇੱਥੇ ਪੁਲਿਸ ਦਾ ਡਰ ਆ, ਗੱਡੀ ਥੱਲੇ ਆ ਗਿਆ, ਚੱਲ ਯਾਰ ਅਸੀਂ ਵਿਟਨੈਸ ਆਪਣਾ ਕ੍ਰੀਏਟ ਕਰ ਦਿੰਦੇ ਹਾਂ, ਜਿਹੜਾ ਕੋਰਟ 'ਚ ਜਾ ਕੇ ਪਤਾ ਕੀ ਕਹੂਗਾ ਕਿ ਸਰ ਅਸੀਂ ਤੇ ਇਹਨੂੰ ਪਹਿਲੀ ਵਾਰੀ ਵੇਖਿਆ। ਹਾਂ, ਤੁਸੀਂ ਇਹੋ ਜਿਹੇ ਕੇਸ ਵੇਖਦੇ ਹੋਣੇ ਹੋ ਰੋਜ਼ ਦੀ ਗੱਲ ਆ। ਮਤਲਬ ਅਸੀਂ ਵਿਟਨੈਸਿਸ ਨੂੰ ਅਸੀਂ ਲੋਕਾਂ ਨੂੰ ਬਰੀ ਵੀ ਕਰਾਉਂਦੇ ਹਾਂ, ਲੋਕਾਂ ਨੂੰ ਸਜ਼ਾ ਵੀ ਕਰਾਉਂਦੇ ਹਾਂ, ਦੋਵੇਂ ਕੰਮ ਕਰਦੇ ਹਾਂ। ਬਟ ਸਵਾਲ ਫਿਰ ਇਹ ਪੈਦਾ ਹੁੰਦਾ ਹੈ ਕਿ ਵੀ ਆਰ ਆਲਸੋ ਬਾਉਂਡ ਬਾਈ ਦੀ ਲਾਅ ਕਹਿੰਦਾ 2 ਸਾਲ, ਤੇ ਹਰਸਿਮਰਨ ਸਿੰਘ ਕਿਵੇਂ ਨੂੰ 3 ਸਾਲ ਕਿਵੇਂ ਸਜ਼ਾ ਕਰਾ ਸਕਦਾ? ਨਹੀਂ ਕਰਵਾ ਸਕਦੇ। ਸੋ ਸਿਸਟਮ ਇਹ ਚੇਂਜ ਹੋਣਾ ਚਾਹੀਦਾ। 1860 ਦੀ ਚੀਜ਼ ਜਿਹੜੀ ਹੈ, ਜੀਨ ਜਿਹੜੀ ਹੈ ਕੱਲ ਡਿਫਰੈਂਟ ਆਈ, ਅੱਜ ਅਸੀਂ ਨਵੀਂ ਜੀਨ ਪਾਉਂਦੇ ਹਾਂ। ਬਿਲਕੁਲ, ਰੋਜ਼ ਚੇਂਜ ਹੋ ਰਹੀ ਹੈ। ਸਟਾਈਲ ਤੁਹਾਡੇ ਨੂੰ ਰੋਜ਼ ਚੇਂਜ ਆ ਰਿਹਾ। ਅਗਲੀ ਵਾਰੀ ਤੁਸੀਂ ਇਹ ਵਾਲੀਆਂ ਤੋਂ ਬਿਨਾਂ ਆਣਾ ਮੇਰੇ ਕੋਲ, ਲੁਕਾਓ ਨਾ, ਸੋਹਣੇ ਲੱਗ ਰਹੇ, ਬੜੇ ਘੈਂਟ ਲੱਗ ਰਹੇ ਹੋ। ਮਤਲਬ ਮੈਂ ਵੈਸੇ ਹੀ ਗੱਲ ਕੀਤੀ ਹੈ ਨਾ ਕਿ ਮੈਂ ਹੀ ਪੋਡਕਾਸਟ ਕਰਨਾ ਆਇਆ ਤੇ ਮੇਰੇ ਤੇ ਤਵਾ ਲਾਈ ਜਾਂਦਾ। ਨਹੀਂ। ਸੋ ਲਾਅ ਚੇਂਜ ਹੋਣਾ ਪਊਗਾ, ਔਰ ਉਹਦੇ ਲਈ ਲੈਜਿਸਲੇਸ਼ਨ, ਪਾਰਲੀਮੈਂਟ ਇਫੈਕਟਿਵ ਬੈਠੇ ਨੇ, ਔਰ ਉਮੀਦ ਹੈ ਕਿ ਇਹਦੇ ਤੇ ਜਿਹੜੀ ਬਾਈਫਰਕੇਸ਼ਨ ਆਫ ਅਫੈਂਸ ਆ ਉਹਨੂੰ ਲਾਅ ਮੇਕਰਸ ਜਲਦੀ ਲੈ ਕੇ ਆਉਣਗੇ। ਭਾਜੀ 1860 ਦਾ ਇੰਡੀਅਨ ਪੀਨਲ ਕੋਡ 'ਚ ਇਹ ਚੀਜ਼ ਬਣੀ ਹੈ ਤੇ ਉਦੋਂ ਦੀ ਹਜੇ ਤੱਕ ਉਹ ਚੀਜ਼ ਸਹੀ ਨਹੀਂ ਕੀਤੀ ਗਈ, ਉਦੋਂ ਦੀ ਹਜੇ ਤੱਕ ਕੋਈ ਗੱਲ ਹੀ ਨਹੀਂ ਕੀਤੀ ਗਈ। ਆਮ ਇਨਸਾਨ ਤੱਕ ਇਹ ਗੱਲ ਕਿਉਂ ਨਹੀਂ ਪਹੁੰਚਦੀ? ਹੁਣ ਤੁਸੀਂ ਲਾਅ ਪੜ੍ਹਿਆ, ਤੁਸੀਂ ਉਹਨੂੰ ਪ੍ਰੈਕਟਿਸ ਕਰਦੇ ਪਏ ਹੋ, ਸਿਰਫ ਤੁਸੀਂ ਹੀ ਕਿਉਂ ਜਾਣਦੇ ਹੋ? ਮੈਂ ਕਿਉਂ ਨਹੀਂ ਜਾਣਦਾ? ਮੇਰੀ ਜਨਰੇਸ਼ਨ ਕਿਉਂ ਨਹੀਂ ਜਾਣਦੀ? ਆਉਣ ਵਾਲੀ ਜਨਰੇਸ਼ਨ ਕਿਉਂ ਨਹੀਂ ਜਾਣਦੀ? ਭਾਜੀ ਤੁਸੀਂ ਕਿਉਂ ਨਹੀਂ ਜਾਣਦੇ? ਉਹਦਾ ਸਿੱਧਾ ਜਵਾਬ ਹੈ 7 ਲੱਖ ਰੁਪਏ ਮੈਂ ਲਾਅ ਦਾ ਖਰਚਾ। ਤੁਸੀਂ ਕੈਨੇਡਾ ਹੋਏ ਹੋ, ਤੁਹਾਨੂੰ ਇਹ ਪਤਾ ਉੱਥੇ ਟਿਕਟਾਂ ਕਿੰਨੇ ਦੀਆਂ, ਉੱਥੇ ਬ੍ਰੈਂਪਟਨ ਕੀ ਹੈ, ਐਡਮੰਟਨ ਕੀ ਹੈ, ਮੈਨੂੰ ਉਹ ਨਹੀਂ ਪਤਾ। ਬੀ ਟਾਊਨ ਸੋ ਸਿਸਟਮ ਹੈ, ਪਹਿਲੇ ਪੜੋਗੇ ਤਾਂ ਪਤਾ ਲੱਗੇਗਾ। ਪਰ ਯਾਰ ਭਾਜੀ ਸਾਨੂੰ ਆਪਾਂ ਨੋ ਡਾਊਟ ਅਸੀਂ ਦੋਵੇਂ ਸੇਂਟ ਫ੍ਰਾਂਸਿਸ ਤੋਂ ਪੜ੍ਹੇ ਆ। ਬਾਏ ਦ ਵੇ ਸੇਂਟ ਫ੍ਰਾਂਸਿਸ ਰੌਕਸ। ਭਾਜੀ ਇਹ ਚੀਜ਼ ਪਰ ਯੂਥ ਨੂੰ ਕਿਉਂ ਨਹੀਂ ਪਤਾ? ਭਾਜੀ ਸਿਰਫ ਜੇ ਆਇਲਸ ਕਰਨੀ ਹੈ, ਸਾਡਾ ਕੀ ਦੌੜ ਆ? ਮੈਂ ਅੱਜ ਸੱਚ ਤੁਹਾਨੂੰ ਦੱਸ ਰਿਹਾ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਬੱਚੇ ਘਰੋਂ ਥਾਰ ਗੱਡੀ ਪਤਾ ਕਿਸ ਕਰਕੇ ਲੈ ਰਹੇ ਨੇ ਕਿ ਅਸੀਂ ਆਇਲਸ ਕਰਨੀ ਹੈ, ਔਰ ਮਾਂ ਪਿਓ ਨੂੰ ਲੱਗ ਰਿਹਾ ਆਈਐਸ ਕਰਨੀ ਹੈ। ਮਤਲਬ ਤੁਸੀਂ ਰਣਜੀਤ ਐਵਨਿਊ ਜਿੱਥੇ ਅਸੀਂ ਬੈਠੇ ਹਾਂ ਨਾ, ਇਹਦੀ ਮਗਰਲੀ ਸਾਈਡ ਲੇਟੈਸਟ ਡਿਵੈਲਪਮੈਂਟ ਹੋਈ ਹੈ ਉੱਥੇ, ਠੀਕ ਆ, ਬਹੁਤ ਮਹਿੰਗੀ 4-5 ਲੱਖ ਰੁਪਏ ਗਜ ਥਾਂ ਵਾ, ਔਰ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਹਰ ਇੱਕ ਆਈਲੈਟ ਸੈਂਟਰ ਵਾਲਾ 2-2 ਲੱਖ ਰੁਪਏ ਕਿਰਾਇਆ ਕਿਵੇਂ ਕੱਢ ਰਿਹਾ। ਔਰ ਤੁਸੀਂ ਸੋਚੋ ਕਿ ਕਿੰਨੇ ਬੱਚੇ ਉਹਨਾਂ ਕੋਲ ਕਰ ਰਹੇ ਨੇ, ਪੜ੍ਹਦੇ ਹੋਣਗੇ। ਬਿਲਕੁਲ। ਔਰ ਜਦੋਂ ਦੀ ਆਈ ਹੈ ਗੱਡੀ ਥਾਰ ਦਿੱਤੀ ਹੈ ਮੱਤ ਮਾਰ। ਮੈਂ ਤਾਂ ਸਿੱਧੀ ਥਾਰ ਵਾਲੇ ਮੇਰੇ ਤੋਂ ਬੜੇ ਔਖੇ ਨੇ ਇਸ ਗੱਲ ਤੋਂ। ਜਦੋਂ ਦੀ ਆਈ ਗੱਡੀ ਥਾਰ ਦਿੱਤੀ ਹੈ ਮੱਤ ਮਾਰ। ਸੋ ਉਹ ਸਿਸਟਮ ਜਿਹੜਾ ਲੋਕਾਂ ਤੱਕ ਪਹੁੰਚਣਾ ਬੜਾ ਜ਼ਰੂਰੀ ਹੈ। ਅਸੀਂ ਪੜ੍ਹਾਈ ਦੀ ਲੈਕ ਆਫ ਜਿਹੜੀ ਸਟੱਡੀਜ਼ ਹੈ ਨਾ, ਲੋਕੀ ਪੜ੍ਹ ਨਹੀਂ ਰਹੇ ਜੀ। ਪੜ੍ਹਨਾ ਬਹੁਤ ਜ਼ਰੂਰੀ ਹੈ। ਕਿਤੇ ਨਾ ਕਿਤੇ ਲਾਈਫ ਦੀ ਸਟੇਜ ਦੇ ਵਿੱਚ ਤੁਹਾਡੀ ਪੜ੍ਹਾਈ ਕੰਮ ਆਉਂਦੀ ਹੈ। ਔਰ ਮੈਂ ਵੇਖ ਰਿਹਾ ਕਿ ਤੁਸੀਂ ਜਿਹੜੀ ਗੱਲ ਕਹੀ ਨਾ, ਮੇਰੀਆਂ ਬੱਚੀਆਂ ਸਪਰਿੰਗਡੇਲ ਸਕੂਲ ਪੜ੍ਹਦੀਆਂ, ਠੀਕ ਹੈ, ਉਹ ਇੱਕ 8ਵੀਂ 'ਚ ਹੈ ਤੇ ਇੱਕ 6ਵੀਂ 'ਚ ਹੈ, ਠੀਕ ਹੈ। ਹੁਣ ਕਈ ਲਾਜ਼ ਉਹਨਾਂ ਨੂੰ ਉਹ ਦੱਸ ਰਹੇ ਆ। ਅੱਛਾ, ਆਲਰੇਡੀ ਦੇ ਕੁਐਸਚਨ ਮੀ ਕਿ ਪਾਪਾ ਵਾਟ ਇਜ਼ ਦਿਸ ਸੈਕਸ਼ਨ 420, ਕੀ ਬਾਤ ਹੈ, ਵਾਟ ਇਜ਼ ਦਿਸ ਸੈਕਸ਼ਨ 376, ਵਾਟ ਇਜ਼ 302, ਕੀ ਬਾਤ ਹੈ। ਇਟ ਮੀਨਸ ਉਹਨਾਂ ਨੂੰ ਇਹ ਚੀਜ਼ਾਂ ਦੱਸੀਆਂ ਜਾ ਰਹੀਆਂ। ਪਰ ਮੇਰੀ ਇੱਕ ਬੜੀ ਵੱਡੀ ਚੀਜ਼ ਹੈ ਕਿ ਲਾਅ ਨੂੰ 12ਵੀਂ ਤੋਂ ਬਾਅਦ ਛੱਡ ਕੇ ਬੱਚਿਆਂ ਦੀ ਸਟਰੀਮ ਦੇ ਵਿੱਚ ਲਾਅ ਪੜ੍ਹਾਇਆ ਜਾਵੇ, ਸੋ ਦੈਟ ਬੱਚਿਆਂ ਨੂੰ ਲਾਅ ਦਾ ਡਰ ਹੋਵੇ, ਪਤਾ ਹੋਵੇ। ਹੁਣ ਮੈਂ ਇੱਕ ਲਾਇਰ ਹਾਂ ਭਾਜੀ ਜੀ, ਮੈਨੂੰ ਕੁੰਡੀਆਂ ਤੇ ਪਤਾ ਕਿ ਬਚਣਾ ਕਿਵੇਂ ਹੈ, ਪਰ ਮੈਂ ਸਭ ਤੋਂ ਜ਼ਿਆਦਾ ਡਰਦਾ ਵਾਂ ਘਰੋਂ ਨਿਕਲਦੇ ਆ ਬੈਲਟ ਲਾਉਣੀ ਮੇਰੀ ਜ਼ਿੰਮੇਵਾਰੀ, ਮੈਂ ਸਮਝਦਾ, ਕਿਉਂਕਿ ਇਹਦਾ ਚਲਾਨ ਕੱਟਿਆ ਜਾਣਾ। ਅੱਜ ਦੀ ਰੇਟ 'ਤੇ ਭਗਵੰਤ ਮਾਨ ਸਾਹਿਬ ਨੇ ਤੇ ਮਤਲਬ ਚਲਾਨਾਂ ਦੀ ਤੁਹਾਨੂੰ ਪਤਾ ਲੜੀ ਲਾਈ ਹੈ ਕਿ ਉਹਦੇ ਰੈਵਨਿਊ ਇੰਨਾ ਕੁ ਜ਼ਿਆਦਾ ਇਹਨਾਂ ਨੂੰ ਆ ਰਿਹਾ ਕਿ ਉਹ ਕੱਟੀ ਜਾ ਰਹੇ ਚਲਾਨ। ਹੁਣ ਨੰਬਰ ਪਲੇਟ ਦਾ ਵੀ ਸ਼ੁਰੂ ਕਰਤਾ, ਐਕਟਿਵਾ ਤੇ ਮੈਂ ਘਰ ਹੀ ਲਾਤਾ ਕਿ ਜੇ ਉਹ ਕੱਢਿਆ ਤੇ ਚਲਾਨ ਹੋ ਜਾਣਾ। ਹੁਣ ਮੈਂ ਪੜ੍ਹਿਆ ਲਾਅ, ਆਈ ਨੋ ਕਿ ਇਹਦਾ ਚਲਾਨ ਹੋਣਾ, ਔਰ ਚਲਾਨ ਭੁਗਤਣਾ ਤੁਹਾਨੂੰ ਨਹੀਂ ਪਤਾ ਕਿੰਨਾ ਔਖਾ ਭਾਜੀ। ਜਿਹੜਾ ਜੁਡੀਸ਼ੀਅਲ ਸਿਸਟਮ ਦੇ ਵਿੱਚ ਕੋਰਟ ਰਾਹੀਂ ਚਲਾਨ ਭੁਗਤਣਾ ਨਾ, ਉਹਦੇ ਵਿੱਚ ਤੁਸੀਂ ਜੱਜ ਸਾਹਿਬ ਨੂੰ ਕਹਿੰਦੇ ਨਾ, ਸਰ ਅਗਲੀ ਵਾਰੀ ਨਹੀਂ ਕਰਾਂਗਾ 500, ਸਰ ਪਲੀਜ਼ ਮਾਫ ਕਰ ਦਿਓ 700। ਅੱਜ ਵੀ ਇਦਾਂ ਹੁੰਦਾ, ਉਹ ਵਧੀ ਜਾਂਦਾ ਭਾਜੀ। ਆ ਮੂਵੀ ਦਾ ਸੀਨ ਲੱਗਦਾ ਜਿੱਦਾਂ ਆਪਾਂ ਮੂਵੀ 'ਚ ਵੇਖਦੇ ਆ। ਇਹ ਸੱਚ ਹੈ। ਮੇਰੇ ਨਾਲ ਇੱਕ ਵਾਰੀ ਹੋਇਆ ਸੀ ਤੇ ਮੈਂ ਉਹਨਾਂ ਨੂੰ ਕਿਹਾ, ਸਰ ਮੈਂ ਫਸਟ ਈਅਰ ਲਾਅ 'ਚ ਹਾਂ, ਪਲੀਜ਼ ਮਾਫ ਕਰ ਦਿਓ। ਉਹ ਕਹਿੰਦੇ ਇਹਦਾ ਨਾ ਵੈਸੇ 500 ਬੰਦਾ, ਤੁਹਾਡੇ ਕੋਲ 700 ਲੈਣਾ। ਮੈਂ ਕਿਹਾ ਸਰ ਕੀ ਕਰੀ ਜਾਂਦੇ, 900। ਮੈਂ ਕਿਹਾ ਮਾਫ ਕਰ ਦਿਓ,
1100 ਸੋ ਇਹ ਸਿਸਟਮ ਅੱਜ ਵੀ ਪ੍ਰਵਲੈਂਟ ਹੈ ਅੱਛਾ ਕਿਉਂਕਿ ਜੱਜਿਸ ਕਹਿੰਦੇ ਆ ਤੁਸੀਂ ਲਾਅ ਨੂੰ ਨਹੀਂ ਮੰਨਿਆ ਪਰ ਜੱਜਿਸ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਪੁਲਿਸ ਤੋਂ ਡਰਦੇ ਹਾਂ ਲਾਅ ਤੋਂ ਨਹੀਂ ਡਰਦੇ ਪਏ ਅੱਜ ਦਾ ਜਿਹੜਾ ਮੇਨ ਫੋਕਸ ਹੈ ਨਾ ਸਾਨੂੰ ਡਰ ਕਿਹਦਾ ਚਾਹੀਦਾ ਲਾਅ ਦਾ ਭਾਈ ਤੁਸੀਂ ਮੈਨੂੰ ਪੂਰਾ ਧਿਆਨ ਇਹ ਮਤਲਬ ਤੁਸੀਂ ਵੀ ਲੋਕਾਂ ਨੂੰ ਆਪਣੇ ਹੋਰ ਇੰਟਰਵਿਊਜ਼ ਰਾਹੀਂ ਆਪਣੀ ਤੁਹਾਡੀ ਇੰਟਰਵਿਊ ਰਾਹੀਂ ਲੋਕਾਂ ਨੂੰ ਪਿੰਡਾਂ 'ਚ ਮਿਲੋ ਸਾਰੇ ਕਿਤੇ ਜਾਓ ਅਵੇਅਰਨੈਸ ਕੈਂਪਸ ਲਾਓ ਸਾਨੂੰ ਸੱਦੋ ਅਸੀਂ ਆਵਾਂਗੇ ਲੋਕਾਂ ਨੂੰ ਲਾਅ ਦਾ ਜਾਗਰਤੀ ਜ਼ਰੂਰੀ ਹੈ ਭਾਜੀ ਜੇ ਪੁਲਿਸ ਤੋਂ ਡਰਦੇ ਰਹੇ ਤਾਂ ਯਾਦ ਰੱਖਿਓ ਡਰ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਕਰਪਸ਼ਨ ਕਹਿੰਦੇ ਆ ਨਾ ਜਿੰਨੀ ਡਿਮਾਂਡ ਵਧੇਗੀ ਉਨੀ ਇਨਕਰੀਜ਼ ਵਧੇਗੀ ਜਿੰਨਾ ਡਰ ਵਧੇਗਾ ਉਹਨਾਂ ਕਰਪਸ਼ਨ ਵਧੇਗਾ ਬਿਲਕੁਲ ਤੇ ਜੇ ਲਾਅ ਤੋਂ ਡਰਦੇ ਰਵਾਂਗੇ ਸਾਨੂੰ ਪੁਲਿਸ ਕੋ ਜਾਣ ਦੀ ਲੋੜ ਹੀ ਨਹੀਂ ਸਾਨੂੰ ਪਤਾ ਕਿ ਮੈਂ ਕਿਸੇ ਤੇ ਸਨੈਚਿੰਗ ਕਰਾਂਗਾ ਤੇ ਉਹਦੀ 10 ਸਾਲ ਦੀ ਸਜ਼ਾ ਪਰ ਜਦੋਂ ਪੁਲਿਸ ਸਾਡੀ ਦੋਸਤ ਬਣ ਜੂਗੀ ਜੇ ਪੁਲਿਸ ਸਾਡੀ ਦੋਸਤ ਅੱਜ ਕੱਲ ਮਤਲਬ ਆਈ ਫੀਲ ਕਿ ਇੱਕ ਟਾਈਮ ਆਊਗਾ ਜਦੋਂ ਪੁਲਿਸ ਸਾਨੂੰ ਆਪਣਾ ਭੈਣ ਭਾਈ ਸਮਝੇਗੀ ਅਸੀਂ ਵੀ ਉਹਨਾਂ ਨੂੰ ਆਪਣਾ ਭੈਣ ਭਾਈ ਸਮਝਾਂਗੇ ਉਦੋਂ ਸਿਸਟਮ ਦੇ ਵਿੱਚ ਜਿਹੜਾ ਵਾ ਡਰਾਸਟਿਕ ਚੇਂਜ ਆ ਜਾਊਗਾ ਔਰ ਉਹ ਡਰਾਸਟਿਕ ਚੇਂਜ ਤੁਸੀਂ ਵੇਖਿਓ ਐਕਚੁਅਲੀ ਡੈਮੋਕ੍ਰੇਸੀ ਦਾ ਮਤਲਬ ਆ ਬਿਲਕੁਲ ਯਾਰ ਕੀ ਬਾਤ ਹੈ ਯਾਰ ਭਾਜੀ ਬਹੁਤ ਵਧੀਆ ਤਰ੍ਹਾਂ ਡਿਫਾਈਨ ਕੀਤਾ ਇਹ ਚੀਜ਼ ਦਾ ਅੱਛਾ ਭਾਜੀ ਹੁਣ ਜੇ ਇੱਕ ਲਾਈਟਰ ਨੋਟ ਤੇ ਮੈਂ ਕਰਨਾ ਹੋਵੇ ਜਿਹੜਾ ਕਾਫੀ ਆਪਣਾ ਯੂਥ ਵੇਖਦਾ ਹੋਊਗਾ ਮੋਟਰਸਾਈਕਲ ਤੇ ਜਾਣ ਡੇ ਆਪਾਂ ਨੂੰ ਰੋਕਿਆ ਪੁਲਿਸ ਵਾਲਿਆਂ ਨੇ ਹੁਣ ਉਹ ਕੀ ਕਰਦੇ ਆ ਸਭ ਤੋਂ ਕਈ ਵਾਰੀ ਆਪਾਂ ਵੀਡੀਓਜ਼ ਵੀ ਵੇਖਦੇ ਹਾਂ ਸਿੱਧਾ ਗੱਡੀ ਚਾਬੀ ਕੱਢ ਲਈ ਲੀਗਲ ਹੈ ਜਾਂ ਇਲੀਗਲ ਹੈ ਮੈਂ ਇੱਕ ਗੱਲ ਪੁੱਛਾਂ ਜੀ ਤੁਸੀਂ ਅੱਜ ਮੈਨੂੰ ਨਾ 4 ਤੋਂ 5 ਸਵਾਲ ਨਾ ਉਹ ਪੁੱਛੇ ਆ ਜਿਹੜੇ ਵਿਗੜੇ ਯੂਥ ਦੇ ਹੁੰਦੇ ਆ ਭਾਜੀ ਯਾਰ ਨਾ ਕਰੋ ਸਭ ਤੋਂ ਪਹਿਲੇ ਰੇਪ ਵਾਲਾ ਵੇਖ ਸਭ ਤੋਂ ਪਹਿਲਾਂ ਰੇਪ ਵਾਲਾ ਕਿ ਜੇ ਕੁੜੀ ਨਾਲ ਹੋਇਆ ਤੇ ਕੁੜੀ ਵਿਆਹ ਨਹੀਂ ਕਰਾਉਂਦੀ ਤੇ ਮੁੰਡੇ ਨਾਲ ਨਹੀਂ ਹੋਇਆ ਸਵਾਲ ਤੁਹਾਡਾ ਇੰਨਾ ਇੰਪੋਰਟੈਂਟ ਸੀ ਮੈਂ ਵੀ ਥੋੜਾ ਜਿਹਾ ਆਨਸਰ ਲੈਸ ਸੀ ਪਰ ਮੈਂ ਆਪਣੀ ਸਾਰੀ ਨੌਲੇਜ ਇਕੱਠੀ ਕਰਕੇ ਆਨਸਰ ਦੇ ਦਿੱਤਾ ਮੈਨੂੰ ਫਿਰ ਤੁਸੀਂ ਪੁੱਛਿਆ ਕਿ ਪੁਲਿਸ ਨਾਲ ਸਾਡੀ ਦੋਸਤੀ ਹੋਣੀ ਚਾਹੀਦੀ ਹੈ ਫਿਰ ਤੁਸੀਂ ਮੈਨੂੰ ਪੁੱਛਿਆ ਕਿ ਜੇ ਕਿਸੇ ਬੰਦੇ ਨੂੰ ਚੁੱਕ ਕੇ ਲੈ ਜਾਈਏ ਪੁਲਿਸ ਕੁਝ ਕਹੇਗੀ ਤੇ ਨਹੀਂ ਮਤਲਬ ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਮਤਲਬ ਜ਼ਿੰਦਗੀ 'ਚ ਹੋਈਆਂ ਤੇ ਨਹੀਂ ਹੁਣ ਚੌਥਾ ਤੁਸੀਂ ਇੰਨਾ ਕੁ ਇੰਪੋਰਟੈਂਟ ਮਿਲਿਆ ਤੁਹਾਡੀ ਦੇਹ ਵਾਲਾ ਬੰਦਾ ਪੁਲਿਸ ਵਾਲੇ ਨਾਲ ਜ਼ਰੂਰ ਲੜਦਾ ਹੋਊਗਾ ਭਾਜੀ ਜਾਣ ਦਿਓ ਯਾਰ ਭਾਜੀ ਨਾ ਕਰੋ ਯਾਰ ਮੈਂ ਇੱਕ ਗੱਲ ਦੱਸਾਂ ਚਾਬੀ ਕੱਢ ਹੀ ਨਹੀਂ ਸਕਦੇ ਤੁਸੀਂ ਕਈ ਵੀਡੀਓਜ਼ ਵੇਖੀਆਂ ਚਾਬੀ ਕੱਢਦੇ ਐਕਸੀਡੈਂਟ ਹੋ ਗਿਆ ਬੰਦੇ ਡਿੱਗ ਪਏ ਹਾਂ ਵੇਖਿਆ ਜੀ ਹੂ ਇਜ਼ ਰਿਸਪੌਂਸਿਬਲ ਫॉर दैट ਫਿਰ ਉਹ ਚਾਬੀ ਕੱਢਣ ਵਾਲੇ ਤੇ ਹੋਣਾ ਚਾਹੀਦਾ ਪੁਲਿਸ ਵਾਲੇ ਪਰਚਾ ਤੇ ਦਰਜ ਕਰਦੇ ਆ ਜੀ ਪਰ ਪੁਲਿਸ ਵਾਲੇ ਤੇ ਪਰਚਾ ਕੌਣ ਦਰਜ ਕਰਦਾ ਮੈਂ ਤੇ ਇਹ ਸਵਾਲ ਪੁੱਛਾਂਗਾ ਬਿਲਕੁਲ ਲਾਅ ਸਾਰਿਆਂ ਲਈ ਇਕੁਅਲ ਸਾਡੀ ਕਨਸਟੀਟਿਊਸ਼ਨ ਦੇ ਵਿੱਚ ਸਾਡਾ ਪ੍ਰੀਐਮਬਲ ਹੈ ਵੀ ਦਾ ਪੀਪਲ ਆਫ ਇੰਡੀਆ ਸੋਲਮਲੀ ਕਨਸਟੀਟਿਊਟ ਟੂ ਰਿਜ਼ੋਲਵ ਇੰਡੀਆ ਇਨਟੂ ਅ ਸੋਸ਼ਲ ਡੈਮੋਕ੍ਰੈਟਿਕ ਇਕਨੋਮਿਕ ਰਿਪਬਲਿਕ ਵੇਅਰ एवरीवन इज इक्वल बिफोर लॉ आर्टिकल 14 ऑफ द इंडियन कॉन्स्टिट्यूशन से इक्वलिटी बिफोर लॉ एंड इक्वल प्रोटेक्शन ऑफ लॉ पुलिस वाला मैं तुसी ਕੋਈ ਹੋਰ ਕੋਈ ਬੈਗਰ ਕੋਈ ਰੇਹੜੀ ਵਾਲਾ ਸਾਰਿਆਂ ਲਈ ਲਾਅ ਇਕੁਅਲ ਹੈ ਫਿਰ ਜਦੋਂ ਕਿਸੇ ਦੀ ਚਾਬੀ ਲਾ ਲਈ ਉਹਨੂੰ ਸੱਟ ਵੱਜ ਗਈ ਨੋ ਡਾਊਟ ਮੈਂ ਭੱਜਿਆ ਕਿਸੇ ਕੋਈ ਅਫੈਂਸ ਕਰਕੇ ਭੱਜਿਆ ਆਈਪੀਸੀ ਇਜ਼ देयर ਐਕਟਸ ਹੈਗੇ ਜਿੰਨਾ ਥੱਲੇ ਤੁਸੀਂ ਉਹਨਾਂ ਤੇ ਲੌਜ ਕਰ ਸਕਦੇ ਹੋ ਐਫਆਈਆਰ ਦਰਜ ਕਰ ਸਕਦੇ ਹੋ ਕੰਪਲੇਂਟ ਪਾ ਸਕਦੇ ਹੋ ਕਿਸੇ ਨੂੰ ਚਾਬੀ ਖਿੱਚ ਕੇ ਉਹਨੂੰ ਡਿੱਗਣਾ ਉਹਦੇ ਸਿਰ ਤੇ ਸੱਟ ਲੱਗੀ ਕਿਸੇ ਦੀ ਮੌਤ ਹੋ ਗਈ ਹੂ ਇਜ਼ ਰਿਸਪੌਂਸਿਬਲ ਫॉर दैट ਉੱਥੇ ਕੌਣ ਰਿਸਪੌਂਸਿਬਲ ਹੋਊਗਾ ਪੁਲਿਸ ਤੇ ਪਰਚਾ ਦਰਜ ਕਿਹੜੀ ਪੁਲਿਸ ਕਰੂਗੀ ਪੁਲਿਸ ਵਾਲੇ ਨੇ ਚਾਬੀ ਲਾ ਲਈ ਬੰਦੇ ਤੇ ਸੱਟ ਵੱਜ ਗਈ ਅੱਜ ਵੀ ਮੇਰਾ ਕੁਐਸਚਨ ਮਾਰਕ ਆ ਔਰ ਤੇ ਪਰਚਾ ਦਰਜ ਕੌਣ ਕਰੂਗਾ ਮੈਂ ਦੱਸਣਾ ਚਾਹੁੰਦਾ ਕੋਈ ਕਿਸੇ ਦੀ ਚਾਬੀ ਨਹੀਂ ਖਿੱਚ ਸਕਦਾ ਰੂਲ ਆਫ ਲਾਅ ਕੀ ਕਹਿੰਦਾ ਕਿ ਤੁਹਾਨੂੰ ਰੋਕਣਗੇ ਤੁਸੀਂ ਨਾਕੇ ਤੇ ਰੁਕਣਾ ਤੁਸੀਂ ਵੀ ਲਾਅ ਤੋਂ ਡਰਿਆ ਕਰੋ ਪੁਲਿਸ ਤੋਂ ਨਾ ਡਰਿਆ ਕਰੋ ਇੱਥੇ ਜਿੱਥੇ ਨਾਕਾ ਵਾ ਉੱਥੇ ਰੁਕੋ ਜੇ ਤੁਸੀਂ ਭੱਜ ਗਏ ਹੋ ਤੇ ਇੰਨਾ ਕੁ ਸਿਸਟਮ ਪ੍ਰੋਵੈਲੈਂਟ ਹੈਗਾ ਕਿ ਜੇ ਤੁਸੀਂ ਤੇਜ਼ ਗੱਡੀ ਕੱਢਦੇ ਹੋ ਤਾਂ ਤੁਹਾਡੀ ਸਪੀਡ ਆ ਜਾਂਦੀ ਸਪੀਡੋਮੀਟਰ ਤੇ ਤੁਹਾਡੇ ਘਰ ਚਲਾਨ ਆ ਜਾਂਦਾ ਤੇ ਫਿਰ ਤੁਸੀਂ ਨੰਬਰ ਪਲੇਟ ਆ ਗਈ ਸਭ ਕੁਝ ਆ ਗਿਆ ਅੱਗੇ ਨਾਕੇ ਨੇ ਕੈਮਰਾ ਗ੍ਰਾਫੀ ਹੈ ਸਭ ਕੁਝ ਹੈਗਾ ਵਾ ਜਾਨ ਦੀ ਪਰਵਾਹ ਕਰਨੀ ਜ਼ਰੂਰੀ ਹੈ ਬਿਲਕੁਲ ਮੈਨੂੰ ਇਸ ਚੀਜ਼ ਬਾਰੇ ਦੱਸੋ ਭਾਜੀ ਮੈਂ ਕਿਤੇ ਸ਼ਾਇਦ ਜੋਲੀ LLB ਇੱਕ ਪਿਕਚਰ ਆਈ ਸੀਗੀ ਅਕਸ਼ੇ ਕੁਮਾਰ ਦੀ ਨਾ ਉਹਦੇ 'ਚ ਪਤਾ ਨਹੀਂ ਕਿਤੇ ਮੈਂ ਸੁਣਿਆ ਸੀਗਾ ਕਿ ਕਿੰਨੇ ਹੀ ਹਜ਼ਾਰ ਕੇ ਪਤਾ ਨਹੀਂ ਲੱਖ ਕੇਸਿਸ ਦੇ ਪਿੱਛੇ ਇੱਕ ਜੱਜ ਬਹਿੰਦਾ ਭਾਜੀ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਇੰਨੇ ਪੈਂਡਿੰਗ ਕੇਸਿਸ ਹਜੇ ਕਿ ਹਰ ਸਾਲ ਤਕਰੀਬਨ ਪੰਜਾਬ ਸਟੇਟ ਦੇ ਵਿੱਚ 300 ਜੱਜ ਨਵੇਂ ਬਣਦੇ ਆ ਅੱਛਾ ਜੀ ਹਰ ਸਾਲ ਮੈਂ ਆਪਣੀ ਸਟੇਟ ਆਮ ਨਾਟ ਅਵੇਅਰ ਆਫ ਅਦਰ ਸਟੇਟਸ ਪੰਜਾਬ ਸਾਡੀ ਸਟੇਟ ਦੇ ਵਿੱਚ PCS ਜੁਡੀਸ਼ੀਅਲ ਪੇਪਰ ਹੁੰਦਾ ਤਕਰੀਬਨ ਸਾਲ 'ਚ 2 ਵਾਰੀ 160 ਸੀਟਾਂ ਨਿਕਲ ਆਉਂਦੀਆਂ ਪਰ ਤੁਸੀਂ ਸੋਚੋ ਕਿ ਅੱਜ ਵੀ ਜਿਹੜੀ ਬੈਕਲੌਗ ਆਫ ਕੇਸਿਸ ਆ ਉਹ ਇਨਕਰੀਜ਼ ਹੋਈ ਜਾ ਰਹੀ ਹੈ ਉਹਦਾ ਰੀਜ਼ਨ ਮੈਂ ਫਿਰ ਕਵਾਂਗਾ ਫਾਲਟੀ FIRs ਠੀਕ ਹੈ ਲੋਕਾਂ ਦੀਆਂ ਫਾਲਟੀ ਲਿਟੀਗੇਸ਼ਨਸ ਨਜਾਇਜ਼ ਲਿਟੀਗੇਸ਼ਨ ਜਿਹੜਾ ਉਹ ਡਿਸਕਸ ਕਰਨ ਤੋਂ ਪਹਿਲੇ ਸ਼ਾਇਦ ਵਕੀਲ ਅਸੀਂ ਵੀ ਗੁੰਮਰਾਹ ਕਰਦੇ ਹੋਈਏ ਅਸੀਂ ਵੀ ਲੋਕ ਆਉਂਦੇ ਨੇ ਮੈਂ ਸੱਚ ਕਹਿ ਰਿਹਾ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਲੋਕਾਂ ਨੂੰ ਨੋ ਡਾਊਟ ਇੱਥੋਂ ਮੇਰੀ
ਘੋੜਾ ਕਹਿੰਦੇ ਨਾ ਘਾਹ ਨਾਲ ਯਾਰੀ ਕਰੂਗਾ ਤੇ ਖਾਊਗਾ ਕੀ। ਬਿਲਕੁਲ ਬਿਲਕੁਲ। ਤੇ ਮੈਂ ਸਹੀ ਵਾਰ ਦੱਸਾਂ, ਮੈਂ ਕਈ ਵਾਰੀ ਘਾਹ ਨਾਲ ਯਾਰੀ ਕੀਤੀ ਹੈ, ਆਪਣਾ ਨੁਕਸਾਨ ਕਰਾਇਆ, ਪਰ ਅਲਟੀਮੇਟਲੀ ਜਦੋਂ ਮੇਰੀ ਮਾਂ ਮੈਨੂੰ ਕਹਿੰਦੀ ਨਾ ਕਿ ਤੂੰ ਕਿਸੇ ਦਾ ਘਰ ਬਚਾਇਆ। ਹਾਂ ਮੈਂ ਲੇਟੈਸਟ ਦੱਸ ਰਿਹਾ 3 ਤੋਂ 4 ਕੇਸ ਸਾਡੇ ਅੰਮ੍ਰਿਤਸਰ ਦੇ ਮੇਰੇ ਕੋਲ ਪਰਿਵਾਰ ਟੁੱਟਦੇ ਆਏ, ਜਿਹੜੇ ਟੁੱਟ ਸਕਦੇ ਸੀ। ਮੈਂ ਉਹਨਾਂ ਦੀ ਕਾਉਂਸਲਿੰਗ ਕੀਤੀ, ਇੱਧਰਲੀ ਗੱਲ ਉੱਧਰ ਨਹੀਂ ਦੱਸੀ, ਉੱਧਰਲੀ ਗੱਲ ਇੱਧਰ ਨਹੀਂ ਦੱਸੀ। ਉਹ ਵੀ ਕੌੜੇ ਸੀ, ਇਹ ਵੀ ਕੌੜੇ ਸੀ। ਉਹਨਾਂ ਨੇ ਆਪਣੀ ਕੁੜੱਤਨ ਮੇਰੇ ਤੇ ਕੱਢਤੀ, ਉਹਨਾਂ ਨੇ ਵੀ ਮੇਰੇ ਤੇ ਕੱਢਤੀ। ਅਲਟੀਮੇਟਲੀ ਉਹ ਵਸ ਗਏ। ਚਲੋ ਇੰਨਾ ਹੀ ਬਹੁਤ ਹੈ। ਔਰ ਕਿਸੇ ਦਾ ਘਰ ਸਿਰ ਜੋੜਨਾ ਬਹੁਤ ਵੱਡੀ ਗੱਲ ਹੈ ਭਾਜੀ। ਮਤਲਬ ਪਰਮਾਤਮਾ ਵੀ ਸ਼ਾਇਦ ਉਹ ਤੋਂ ਖੁਸ਼ ਹੋਏਗਾ ਮੈਨੂੰ। ਅਲਟੀਮੇਟਲੀ ਮੈਂ ਸੋਚਦਾ 4 ਛੱਡੇ 40 ਨਵੇਂ ਕੇਸ ਆ ਜਾਣਗੇ। ਸਹੀ ਗੱਲ ਹੈ ਭਾਜੀ। ਸੋ ਇਹ ਜ਼ਰੂਰੀ ਹੈ, ਅਸੀਂ ਕਾਉਂਸਲਿੰਗ ਸੈਲਸ ਬਣਾਵਾਂਗੇ ਜਿਹਦੇ ਨਾਲ ਕੋਸ਼ਿਸ਼ ਕਰਾਂਗੇ ਕਿ ਲੋਕੀ ਅਨਵਾਂਟਡ FIRs ਨਾ ਕਰਵਾਉਣ, ਪੁਲਿਸ ਕੋ ਨਾ ਜਾਣ, ਕੰਪਲੇਂਟਸ ਨਾ ਕਰਨ। ਉਹਨਾਂ ਦੇ ਝਗੜੇ ਜਿਹੜੇ ਨੇ ਥੋੜੇ ਜਿਹੇ ਜਿਹੜੇ ਬਿਲਕੁਲ ਨਹੀਂ ਸੋਲਵ ਹੋ ਸਕਦੇ, ਉਹਦੇ ਲਈ ਤਾਂ ਕੋਰਟ ਬੈਠੇ ਹੀ ਆ। ਹੁਣ ਕਿਸੇ ਨੇ ਕਿਸੇ ਦਾ ਹੱਥ ਹੀ ਵੱਢਤਾ ਤੇ ਉਹਦੇ ਲਈ ਮੈਂ ਕੀ ਕਾਉਂਸਲਿੰਗ ਕਰਾਂਗਾ? ਨਹੀਂ ਕਰ ਸਕਦੇ ਡੈਫੀਨੇਟਲੀ। ਉਹ ਤੇ ਫਿਰ ਉਹ ਜੁਡੀਸ਼ਰੀ ਕਰੇਗੀ, ਹੈ ਨਾ ਭਾਜੀ। ਅੱਛਾ ਭਾਜੀ, ਇਸ ਚੀਜ਼ ਦਾ ਮੈਨੂੰ ਦੱਸਣਾ ਕਿ ਜਿੱਦਾਂ ਆਪਾਂ ਬਹੁਤ ਤੁਸੀਂ ਇੰਟਰਸਟਿੰਗ ਟੌਪਿਕ ਆ ਕਿ ਜਿਨ੍ਹਾਂ ਤੇ ਗਲਤ FIR ਕਰਵਾ ਦਿੰਦੇ ਨੇ ਲੋਕ ਜਾਂ ਹੋ ਜਾਂਦੇ ਨੇ ਕਿਸੇ ਵੀ ਕਾਰਨ ਕਰਕੇ, ਉਹ ਕੱਲ ਨੂੰ ਜੇ ਬਰੀ ਹੋ ਗਿਆ ਬੰਦਾ, ਉਸ ਤੋਂ ਬਾਅਦ ਇੱਕ ਚੀਜ਼ ਜਿਹੜੀ ਆਪਾਂ ਮੋਸਟਲੀ ਇੰਗਲਿਸ਼ ਮੂਵੀਜ਼ 'ਚ ਸੁਣਦੇ ਆ ਕਿ ਕੰਪਨਸੇਸ਼ਨ ਜਾਂ ਉਹਦੇ ਤੇ ਅਗਲੇ ਤੇ ਮਾਨਹਾਨੀ। ਕੰਪਨਸੇਸ਼ਨ ਇਟ ਇਜ਼ ਇੱਕੋ ਹੀ ਚੀਜ਼। ਓਕੇ ਜੀ, ਉਹਦੇ ਬਾਰੇ ਥੋੜਾ ਦੱਸੋ ਭਾਜੀ। ਮੈਂ ਦੱਸਣਾ ਚਾਹੁੰਦਾ ਜੀ, ਇਹ ਬੜਾ ਇੰਟਰਸਟਿੰਗ ਕੁਐਸਚਨ ਹੈ, ਕਿਉਂਕਿ ਲੋਕੀ 10 ਸਾਲ ਆਪਣੀ ਜ਼ਿੰਦਗੀ ਦੇ ਖਰਾਬ ਕਰਕੇ ਅੱਗੋਂ ਇਹ ਗੱਲ ਛੱਡ ਦਿੰਦੇ ਨੇ ਕਿ ਹੁਣ ਲੜੀਏ। ਇੱਕ ਤਾਂ ਲੋਕੀ ਫੈਡ ਅਪ ਹੋ ਜਾਂਦੇ ਸਿਸਟਮ। ਹਾਂ ਸਹੀ ਗੱਲ ਹੈ ਭਾਜੀ। ਮਤਲਬ ਲੋਕੀ ਕਹਿੰਦੇ ਸ਼ੁਕਰ ਹੈ ਕਿਸੇ ਤਰੀਕੇ ਅਸੀਂ ਇਸ ਤੋਂ ਨਿਕਲੇ, ਹੁਣ ਦੁਬਾਰਾ ਕਚਹਿਰੀ ਜਾਵਾਂਗੇ, ਉਹਦੇ ਤੇ ਕੇਸ ਕਰਨ ਵਾਸਤੇ ਵਕੀਲ ਨੂੰ ਦੁਬਾਰਾ ਫੀਸ ਦੇਵਾਂਗੇ। ਪਰ ਮੈਂ ਦੱਸਣਾ ਚਾਹੁੰਦਾ ਵਾਂ ਕਿ ਜੇ ਤੁਹਾਡੇ ਰਾਈਟਸ ਇਫੈਕਟ ਹੋਏ ਨੇ, ਤੁਹਾਨੂੰ 10 ਸਾਲ ਲਈ ਜ਼ਿੰਦਗੀ ਆਪਣੀ ਇੱਕ ਨਰਕ ਬਣਾਉਣੀ ਪਈ ਹੈ ਕਚਹਿਰੀਆਂ ਵੇਖ ਕੇ ਝੂਠੇ ਕੇਸ ਦੇ ਵਿੱਚ, ਤੇ ਤੁਹਾਨੂੰ ਅੱਗੇ ਆਉਣਾ ਚਾਹੀਦਾ। ਉਹ ਜਿਹੜੇ ਫਾਲਟੀ ਕੰਪਲੇਨੈਂਟਸ ਨੇ ਉਹਨਾਂ ਨੂੰ ਵੀ ਕਹਿੰਦੇ ਨਾ ਟੁੱਥ ਫॉर ਟੁੱਥ, ਆਈ ਫॉर ਆਈ, ਠੀਕ ਹੈ, ਉਹ ਸਿਸਟਮ ਕਰਨਾ ਚਾਹੀਦਾ। ਉਹਦੇ ਨਾਲ ਲੋਕੀ ਗਲਤ FIRs, ਗਲਤ ਕੇਸਿਸ ਜਿਹੜੇ ਕਰਨੇ ਬੰਦ ਹੋਣਗੇ। ਔਰ ਦੇਰ ਇਜ਼ ਅ ਪ੍ਰੋਵੀਜ਼ਨ ਅੰਡਰ ਲਾਅ, ਤੁਸੀਂ ਉਹਨਾਂ ਤੇ ਕੰਪਨਸੇਸ਼ਨ, ਡੈਫਾਮੇਸ਼ਨ, ਇਹ ਸਾਰੀਆਂ ਚੀਜ਼ਾਂ ਕਰ ਸਕਦੇ ਹੋ। ਔਰ ਪਲੀਜ਼ ਜਦੋਂ ਕੋਈ ਫਾਲਟੀ ਕੇਸ ਦੇ ਵਿੱਚ ਇਕਵਿਟ ਹੁੰਦਾ, ਉਹਨੂੰ ਡਰਨਾ ਨਹੀਂ ਚਾਹੀਦਾ। ਲਾਅ ਫੇਸ ਕਰਕੇ ਉਸ ਬੰਦੇ ਨੂੰ ਇੱਕ ਵਾਰੀ ਪਿੰਚ ਜ਼ਰੂਰ ਕਰਨਾ ਚਾਹੀਦਾ, ਸੋ ਦੈਟ ਉਹ ਕਿਸੇ ਤੇ ਝੂਠਾ ਪਰਚਾ ਦਰਜ ਨਾ ਕਰਵਾਏ। ਪਰ ਫਿਰ ਮੈਂ ਕਹਾਂਗਾ ਉਹ ਸਿਸਟਮ ਸਾਡਾ ਸਲੋ ਹੈ। ਬਿਲਕੁਲ, ਮੈਂ ਹੁਣੇ ਬਾਰ-ਬਾਰ ਕਹਿ ਰਿਹਾ 10 ਸਾਲ ਤੁਸੀਂ ਮੇਰੇ ਕਿਸੇ ਵੀ ਗੱਲ ਦੇ ਵਿੱਚ ਇਹ ਨਹੀਂ ਕਿਹਾ ਹੋਣਾ ਸਾਲ 2 ਸਾਲ ਕਿਹਾ ਹੀ ਨਹੀਂ ਤੁਸੀਂ। ਹਾਂ ਸਹੀ ਗੱਲ ਆ। ਸਿਸਟਮ ਇੰਨਾ ਕੁ ਜ਼ਿਆਦਾ ਬੈਕਲੌਗ ਆਫ ਕੇਸਿਸ ਇੰਨੇ ਜ਼ਿਆਦਾ ਵਾ। ਅਸੀਂ ਨਵਾਂ ਕੇਸ ਫਾਈਲ ਕਰਦੇ ਆ ਨਾ ਜੀ, ਅਸੀਂ ਰੈਡੀ ਹਾਂ ਤੇ ਬਹਿਸ ਕਰਨ ਨੂੰ, ਅਸੀਂ ਰੈਡੀ ਹਾਂ ਐਵੀਡੈਂਸ ਕਰਵਾਉਣ ਨੂੰ। ਉਹ ਜੱਜਿਸ ਕਹਿੰਦੇ ਇਟ ਇਜ਼ ਅ ਵੈਰੀ ਨਿਊ ਕੇਸ। ਉਹ ਵੀ ਤੇ ਸਿਸਟਮ ਨੂੰ ਡਿਲੇ ਕਰ ਰਹੇ ਆ। ਉਹ ਕਹਿੰਦੇ ਆ ਤੇ ਬੜਾ ਨਵਾਂ ਹੈ, ਕੋਈ ਗੱਲ ਨਹੀਂ, 3 ਮਹੀਨਿਆਂ ਦੀ ਤਰੀਕ ਪਾ ਲਓ। ਇਸ ਤਰ੍ਹਾਂ ਹੀ ਪੈਂਡੈਂਸੀ, ਬੈਕਲੌਗ ਆਫ ਕੇਸਿਸ ਵਧੀ ਜਾਂਦੇ ਨੇ। ਔਰ ਲੋਕਾਂ ਦਾ ਜੁਡੀਸ਼ੀਅਲ ਸਿਸਟਮ ਤੇ ਐਡਵੋਕੇਟਸ ਤੇ ਟਰਸਟ ਖਤਮ ਹੋ ਗਿਆ। ਮੈਂ ਦੱਸਣਾ ਚਾਹੁੰਦਾ, ਵਕੀਲ ਕੋਈ ਨਹੀਂ ਚਾਹੁੰਦਾ ਉਹਦੀ ਲੰਬੀ ਡੇਟ ਪਵੇ, ਉਹਦਾ ਕੇਸ ਲਟਕ ਜਾਵੇ। ਅਸੀਂ ਤੇ ਕਹਿੰਦੇ ਕਿਸੇ ਨੇ 50,000 ਦਿੱਤਾ ਵਾ, ਕਿਉਂ 10 ਸਾਲ ਲੜਨਾ? 1 ਸਾਲ 'ਚੋਂ ਪੈਸੇ ਕਲੀਅਰ ਹੋਣ। ਬਿਲਕੁਲ ਸਹੀ ਗੱਲ। 50 ਸਾਲਾਂ ਬਾਅਦ ਅਸੀਂ ਗਿਣਦੇ ਹਾਂ 200 ਰੁਪਏ ਦਿਹਾੜੀ ਪਈ ਸਾਡੀ, ਮਤਲਬ 10 ਸਾਲ ਬਾਅਦ। ਸੋ ਸਿਸਟਮ ਦੇ ਵਿੱਚ ਸੁਧਾਰ ਆਉਣ ਵਾਸਤੇ ਜੁਡੀਸ਼ੀਅਲ ਸਿਸਟਮ ਨੂੰ, ਹਾਈ ਕੋਰਟ ਨੂੰ, ਸੁਪਰੀਮ ਕੋਰਟ ਨੂੰ, ਆਨਰੇਬਲ ਸੁਪਰੀਮ ਕੋਰਟ ਨੂੰ ਸਖਤ ਹੋਣਾ ਪਊਗਾ। ਜਿਹੜੀਆਂ ਅਨਵਾਂਟਡ ਐਡਜਰਨਮੈਂਟਸ ਨੇ ਬਹਾਨੇ ਲਾ ਕੇ, ਬਿਲਕੁਲ ਮੈਂ ਆਪਣੇ ਲਾਇਰ ਫਰੈਂਡਸ ਨੂੰ ਕਹਿਣਾ ਚਾਹੁੰਦਾ ਵਾਂ ਕਿ ਅਸੀਂ ਕੇਸਿਸ ਨੂੰ ਜਲਦੀ ਖਤਮ ਕਰੀਏ, ਕਿ ਸਿਸਟਮ ਦੇ ਉੱਤੇ ਟਰਸਟ ਲੋਕਾਂ ਦਾ ਬਣਾ, ਕਿ ਜੇ ਉਹ ਕੇਸ ਵੀ ਕਰਦੇ ਨੇ ਕਿ ਉਹਨਾਂ ਨੂੰ ਪਤਾ 2 ਸਾਲ ਹੀ ਕਚਹਿਰੀ ਵੇਖਣੀ ਪਵੇ। ਹਾਂ ਭਾਜੀ, ਇਸ ਚੀਜ਼ ਦਾ ਕੋਈ ਇੱਕ ਉਹ ਨਹੀਂ ਹੋਣਾ ਚਾਹੀਦਾ। ਹੁਣੇ ਮੈਨੂੰ ਤੁਹਾਡੇ ਗੱਲ ਤੋਂ ਹੀ ਆਇਆ ਕਿ ਇੱਕ ਪਰਟੀਕੂਲਰ ਕੇਸ ਇੰਨੇ ਟਾਈਮ ਦੇ ਵਿੱਚ ਹੀ ਖਤਮ ਹੋਣਾ ਚਾਹੀਦਾ, ਜਾਂ ਆਲਰੇਡੀ ਐਗਜ਼ਿਸਟ ਕਰਦੀ ਹੈ ਇਹ ਚੀਜ਼ ਤੇ ਸਾਨੂੰ ਨਹੀਂ ਪਤਾ। ਦੇयर ਇਜ਼ ਨਥਿੰਗ। ਇਹ ਤੁਹਾਡਾ ਸਵਾਲ ਬੜਾ ਵਧੀਆ। ਦੇयर ਸ਼ੁੱਡ ਬੀ ਲਾਅ, ਕਿ ਹਾਈ ਕੋਰਟ ਦੀਆਂ ਨਾ ਬੜੀਆਂ ਗਾਈਡਲਾਈਨਸ ਨੇ ਜੀ, ਕਿ ਤੁਸੀਂ ਵੇਖੋ ਕਿ ਪੁਲਿਸ ਕਿਸੇ ਦਾ ਪਰਚਾ ਦਰਜ ਕਰਦੀ ਹੈ ਜੀ, ਉਹਦੇ ਵਿੱਚ ਪੀਰੀਅਡ ਹੈਗਾ ਕਿ ਇੰਨੇ ਪੀਰੀਅਡ 'ਚ ਚਲਾਨ ਪੇਸ਼ ਨਹੀਂ ਹੁੰਦਾ ਤੇ ਬੰਦੇ ਦੀ ਬੇਲ ਹੋਏਗੀ। ਠੀਕ ਹੈ, ਲਾਅ ਇਜ਼ ਦੇਅਰ। ਠੀਕ ਹੈ ਜੀ। ਜੇ ਬੰਦੇ ਦੀ ਇਰਰਿਸਪੈਕਟਿਵ ਆਫ ਦੀ ਆਫੈਂਸ, ਓਕੇ, ਕਿਸੇ 'ਚ 3 ਮਹੀਨੇ ਹੈ, ਕਿਸੇ 'ਚ 180 ਦਿਨ ਨੇ, ਕਿਸੇ 'ਚ 60 ਦਿਨ ਨੇ। ਠੀਕ ਹੈ 10 ਸਾਲ ਤੋਂ ਉੱਤੇ ਕੋਈ ਅਫੈਂਸ ਕਰਦਾ ਤੇ ਜੇ 60 ਦਿਨਾਂ 'ਚ ਚਲਾਨ ਪੇਸ਼ ਨਹੀਂ ਹੁੰਦਾ ਤੇ ਉਹਦੀ ਬਾਈ ਡਿਫਾਲਟ ਬੇਲ ਹੋ ਜਾਂਦੀ ਹੈ। ਅੱਛਾ, ਰਾਈਟ ਆ ਉਹਦਾ। ਪਰ ਭਾਜੀ ਮੈਂ ਤੇ ਚਲਾਨ ਬਹੁਤ ਲੇਟ ਹੁੰਦੇ ਪੇਸ਼ ਵੇਖੇ ਆ। ਪਰ ਉਹ ਲੋਕੀ ਕਰਦੇ ਨਹੀਂ ਨਾ, ਫੀਸ ਵੀ ਲੱਗਦੀ ਹੈ, ਬੇਲ ਕਰਾਉਣ ਵਾਸਤੇ ਪੈਸੇ ਵੀ ਲੱਗਦੇ ਆ। ਸੋ ਜੇ ਕਿਸੇ ਨੇ 10 ਸਾਲ ਤੋਂ ਉੱਤੇ ਅਫੈਂਸ ਕੀਤਾ, ਹਾਂਜੀ, ਹੈ, ਉਹਦੇ ਵਿੱਚ 90 ਦਿਨ ਨੇ। ਠੀਕ ਹੈ ਜੀ। ਨਸ਼ੇ ਵਾਲੇ ਕੇਸ ਦੇ ਵਿੱਚ 180 ਦਿਨ ਨੇ। ਠੀਕ ਹੈ। ਜੇ 180 ਦਿਨ ਚਲਾਨ ਪੇਸ਼ ਨਹੀਂ ਹੁੰਦਾ ਤੇ ਬਾਈ ਡਿਫਾਲਟ ਬੇਲ ਹੋਣੀ ਹੈ। ਠੀਕ ਹੈ। ਹੁਣ ਉਹਦੇ 'ਚ ਲਾਅ ਹੈ। ਠੀਕ ਹੈ ਜੀ। ਇਹ ਬੜਾ ਜ਼ਰੂਰੀ ਹੈ
ਕਿ ਕਿਸੇ ਵੀ ਜਿਵੇਂ ਮੈਟਰੀਮੋਨੀਅਲ ਕੇਸ ਹੈ, ਹਾਂ। ਉਹ ਮੈਟਰੀਮੋਨੀਅਲ ਕੇਸ ਇੰਨੇ ਕਿਸੇ ਦੀ ਯਾਰ ਜ਼ਿੰਦਗੀ ਹੈ, ਕਿਸੇ ਜੇ ਤੁਹਾਡੀ ਨਹੀਂ ਬਣਦੀ ਆਪਸ ਦੇ ਵਿੱਚ, ਤੁਸੀਂ ਦੋ ਜਾਣੇ ਕੋਰਟ ਦੇ ਵਿੱਚ ਲੜਨ ਆਏ ਹੋ, ਤੁਹਾਡੀ ਨਹੀਂ ਬਣਦੀ, ਈਗੋ ਇਸ਼ੂਜ਼ ਨੇ, ਕੇਸਾਂ ਦੇ ਵਿੱਚ ਕੁਝ ਨਹੀਂ ਹੈ। ਅਸੀਂ ਜਦੋਂ ਫਾਈਨਲ ਆਰਗੂਮੈਂਟਸ ਕਰਦੇ ਆ ਨਾ, ਅਸੀਂ ਉਹਦੇ ਵਿੱਚ ਇਹ ਆਰਗੂਮੈਂਟ ਕਰਦੇ ਆ, ਜੱਜ ਕਹਿੰਦੇ ਹੈਗਾ ਤੇ ਲੜਾਈ 'ਚ ਕੁਝ ਨਹੀਂ ਸੀ, ਤੁਸੀਂ ਜ਼ਿੰਦਗੀ ਦੇ 15 ਸਾਲ ਆਪਣੇ ਗੱਲ ਤੇ, ਹੁਣ ਤੇਰਾ ਵਿਆਹ, ਲੇਡੀ ਦਾ ਵਿਆਹ, ਕੁੜੀ ਦਾ ਵਿਆਹ ਕਿੱਦਾਂ ਹੋਊਗਾ, ਜ਼ਿੰਦਗੀ ਨੈਕਸਟ ਫਿਊਚਰ ਜਨਰੇਸ਼ਨ ਤੁਹਾਡੀ ਕਿੱਦਾਂ ਬਣੇਗੀ। ਬਿਲਕੁਲ ਉਹਦੇ ਵਿੱਚ ਬੜਾ ਜ਼ਰੂਰੀ ਹੈ ਕਿ ਕੋਈ ਨਾ ਕੋਈ ਲਿਮਿਟੇਸ਼ਨ ਉਹਦੇ ਵਿੱਚ ਲਾ ਦੇਣ ਕਿ 2 ਸਾਲ 'ਚ ਕੇਸ ਖਤਮ ਹੋਣਾ ਚਾਹੀਦਾ, ਹਾਰੋ ਜਿੱਤੋ, ਦੈਟ ਇਜ਼ ਡਿਫਰੈਂਟ ਥਿੰਗ। ਤੁਸੀਂ ਡੇ ਟੂ ਡੇ ਚਲਾ ਦਿਓ। ਪਰ ਫਿਰ ਮੈਂ ਇੰਨੀ ਗੱਲ ਕਵਾਂਗਾ, ਨਵੇਂ ਕੇਸ ਨੂੰ ਜੱਜਿਸ ਨਿਊ ਤਰੀਕੇ ਨਾਲ ਉਹਨੂੰ ਵੇਖਦੇ, ਕੋਈ ਨਹੀਂ ਅਜੇ ਤਾਂ ਨਵਾਂ, ਪੁਰਾਣਿਆਂ ਨੂੰ ਦੇਖਦੇ, ਇਸ ਤਰ੍ਹਾਂ ਹੀ ਨਵੇਂ ਕੇਸ ਪੁਰਾਣੇ ਹੋ ਜਾਂਦੇ ਨੇ। ਤੇ ਦੇਖੋ ਮੈਟਰੀਮੋਨੀਅਲ ਕੇਸ ਦੇ ਵਿੱਚ ਕਿਸੇ ਦੇ 10, ਤੁਸੀਂ ਮੇਰੇ ਕੋਲੋਂ 2 ਲੱਖ ਰੁਪਏ ਲੈਣਾ, ਤੁਹਾਨੂੰ 10 ਸਾਲ ਬਾਅਦ ਮਿਲਿਆ ਤਾਂ ਕੀ 2 ਲੱਖ? ਕੋਈ ਮਿੱਟੀ ਹੋ ਗਏ ਭਾਜੀ, ਮੇਰੇ ਲਈ ਤਾਂ ਮਿੱਟੀ ਹੋ ਗਏ। ਸ਼ਾਇਦ 10 ਸਾਲ ਤੇ ਕਈ ਲੋਕ ਭਾਜੀ ਸਰਵਾਈਵ ਹੀ ਨਹੀਂ ਕਰਦੇ ਹੋਣਗੇ। ਇੱਕ ਤੁਸੀਂ ਬੜੀ ਇੰਪੋਰਟੈਂਟ ਚੀਜ਼ ਵੇਖੀ ਹੈ, ਕਿਸੇ ਨੂੰ 37 ਸਾਲਾਂ ਬਾਅਦ ਕੋਈ ਉਹਦੀ 73 ਰੁਪਏ ਕਿ 99 ਰੁਪਏ ਪੈਨਸ਼ਨ ਸੀ, 37 ਸਾਲ ਦੀ ਲਿਟੀਗੇਸ਼ਨ ਦੇ ਬਾਅਦ ਮਿਲੀ ਹੈ। ਸਾਡੀ ਇੰਡੀਅਨ ਸਿਸਟਮ ਦੇ ਵਿੱਚ ਉਹ ਕੇਸ ਬਹੁਤ ਕੋਈ ਕਿਸੇ ਸ਼ਹਿਰ ਦਾ ਸੀ, ਮੈਂ ਪ੍ਰੋਵਾਈਡ ਕਰ ਦਾਂਗਾ ਤੁਹਾਨੂੰ ਡਿਟੇਲਸ। ਉਹਨੂੰ 37 ਸਾਲ ਬਾਅਦ ਉਹ ਪਤਾ ਨਹੀਂ 100 ਰੁਪਇਆ ਸੀ ਕਿ 200 ਰੁਪਇਆ ਸੀ, ਉਹਨੂੰ ਮਿਲਿਆ। ਉਹ ਲੜਦਾ ਰਿਹਾ, ਉਹਦੀਆਂ ਕਿੰਨੀਆਂ ਜਨਰੇਸ਼ਨਸ ਉਹਦੇ 'ਚ ਖਤਮ ਹੋ ਗਈਆਂ। ਮਤਲਬ ਇਜ਼ ਦਿਸ ਅ ਸਿਸਟਮ? ਆਈ ਥਿੰਕ ਇਟ ਇਜ਼ ਮੌਕਰੀ ਆਫ ਲਾਅ ਭਾਜੀ। ਬਿਲਕੁਲ ਸਿਸਟਮ ਨੂੰ ਤੇਜ਼ ਕਰਨਾ, ਐਕਸਪੀਡਾਈਟ ਕਰਨਾ ਜ਼ਰੂਰੀ ਹੈ। ਉਹਦੇ ਨਾਲ ਜਸਟਿਸ ਵੀ ਮਿਲੂਗਾ, ਲੋਕਾਂ ਦਾ ਸਾਡੇ ਤੇ ਟਰਸਟ ਵੀ ਬਣੂਗਾ, ਔਰ ਮੇਰੇ ਹਿਸਾਬ ਨਾਲ ਲੜਾਈ ਝਗੜੇ ਵੀ ਘਟ ਜਾਣਗੇ। ਸਹੀ ਗੱਲ ਹੈ ਭਾਜੀ, ਬਿਲਕੁਲ ਸਹੀ ਗੱਲ ਹੈ। ਅੱਛਾ ਭਾਜੀ, ਇੱਕ ਚੀਜ਼ ਜਿਹੜੀ ਮੈਂ ਬੜੀ ਨੋਟ ਕੀਤੀ ਆ ਕਿ ਕੋਈ ਵੀ ਪੋਲੀਟੀਸ਼ੀਅਨਸ ਆਉਂਦੇ ਆ, ਉਹ ਹਮੇਸ਼ਾ ਪਬਲਿਕ ਨੂੰ ਇੱਕ ਚੀਜ਼, 2-3 ਚੀਜ਼ਾਂ ਦਾ ਵਾਅਦਾ ਕਰਦੇ ਆ। ਮੈਂ ਤੁਹਾਡੇ ਇਲਾਕੇ 'ਚ ਹਸਪੀਟਲ ਬਣਵਾ ਦਾਂਗਾ, ਜਾਂ ਮੈਂ ਸਕੂਲ ਬਣਵਾ ਦਾਂਗਾ, ਜਾਂ ਇੱਦਾਂ ਦੀ ਕੋਈ ਸੇਵਾ ਕੇਂਦਰ, ਇੱਦਾਂ ਦੀਆਂ ਚੀਜ਼ਾਂ ਖੁਲਵਾ ਦਾਂਗਾ, ਬਣਵਾ ਦਾਂਗਾ। ਕੋਈ ਵੀ ਅੱਜ ਤੱਕ ਕਿਸੇ ਨੇ, ਮੈਨੂੰ ਨਹੀਂ ਲੱਗਦਾ, ਸ਼ਾਇਦ ਕਿਸੇ ਨੇ ਕਿਹਾ ਵੀ ਹੋਵੇ, ਹੋ ਸਕਦਾ ਮੈਂ ਗਲਤ ਹੋਵਾਂ, ਪੂਰਾ ਕੀਤਾ ਹੋਵੇ। ਨਹੀਂ ਕਿਉਂਕਿ ਮੈਨੂੰ ਤਾਂ ਪਤਾ ਕੋਈ ਬੁਰਾ ਨਹੀਂ ਕਰਦਾ ਯਾਰ ਭਾਜੀ, ਤੁਸੀਂ ਪਵਾਣਾ ਮੇਰੇ ਤੇ। ਨਹੀਂ ਕੁਝ ਨਹੀਂ ਪੈਂਦਾ। ਅੱਛਾ, ਮੇਰਾ ਤੁਸੀਂ ਮੇਰੀ ਇੰਟਰਵਿਊ ਕੀਤੀ ਹੈ ਨਾ, ਤੇ ਮੇਰੇ ਕੋਲ ਕੁਝ ਨਹੀਂ ਲਿਆ, ਤੇ ਮੈਂ ਤੁਹਾਡਾ ਕੇਸ ਲੜਦਾ, ਕੁਝ ਨਹੀਂ ਲਿਆ। ਸੁਣ ਲਓ ਸਾਰੇ ਸੁਣ ਲਓ, ਔਨ 에ਅਰ ਹੈਗਾ ਜੀ। ਮੈਂ ਭਾਜੀ ਦਾ ਕੇਸ ਜੇ ਇਹਨਾਂ ਦੇ, ਵੈਸੇ ਤੇ ਕਿਸੇ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਮੇਰੇ ਵੀਰ ਨੇ, ਕਿਉਂਕਿ ਇਹਨਾਂ ਨੇ ਕੋਈ ਗਲਤ ਗੱਲ ਨਹੀਂ ਕੀਤੀ। ਸੁਸਾਇਟੀ ਨੂੰ ਇਹਨਾਂ ਨੇ ਕੁਝ ਨਾ ਕੁਝ ਦੱਸਿਆ ਵਾ, ਔਰ ਉਹ ਦੱਸਣਾ, ਦੇਖੋ ਕਿ ਇਹਨਾਂ ਦਾ ਕੀ ਹੈ, ਕਿਉਂ ਆਪਣਾ ਟਾਈਮ ਲਾ ਰਹੇ ਨੇ। It is their wastage of time ਕਿ they are sitting with me since 1 hour and we are making this interview for public, not for them, not for me. ਬਿਲਕੁਲ ਠੀਕ ਹੈ। ਇਹਨਾਂ ਦਾ ਜਿਹੜਾ ਚੈਨਲ ਹੈ ਉਹਨੂੰ ਅੱਗੇ ਦੁਨੀਆ ਵਧਾਵੇ, ਇਹਨਾਂ ਨੂੰ ਸੁਣੇ। ਮੈਂ ਬੜੀਆਂ ਇੰਟਰਵਿਊਜ਼ ਕੀਤੀਆਂ, ਪਰ ਸਭ ਤੋਂ ਪਹਿਲੀ ਇੰਟਰਵਿਊ ਜਿਹਦੇ ਵਿੱਚ ਤਿਆਰੀ ਕੋਈ ਨਹੀਂ ਹੈ। ਬਿਲਕੁਲ। ਔਰ ਮੈਨੂੰ ਸਮਝਿਆ ਕੁਝ ਸੀ, ਪੁੱਛਣਗੇ ਕੁਝ ਤੇ ਪੁੱਛ, ਉਹਨਾਂ ਨੇ IPC ਸਾਰੀ ਖਿਲਾਤੀ ਹੈ। ਹਾਂ ਸਹੀ ਗੱਲ ਜੀ, ਹਨਾ ਭਾਜੀ। ਤੁਸੀਂ ਤਾਂ ਲੋਕਾਂ ਨੂੰ ਫ੍ਰੀ ਜਿਹੜੀ ਗਾਈਡੈਂਸ ਦਵਾਈ, 5500 ਰੁਪਇਆ ਫੀਸ ਤੁਹਾਡੇ ਕੋਲ ਲੈਣੀ ਹੈ, ਮੈਂ ਸਲਾਹ ਦੇ 5500 ਰੁਪਇਆ ਫੀਸ ਲੈਣਾ। ਤੁਸੀਂ ਲੋਕਾਂ ਨੂੰ ਕਿੰਨੀ ਫ੍ਰੀ ਐਡਵਾਈਸ ਦਵਾਤੀ। ਹਾਂ, ਕਾਫੀ ਬਹੁਤ ਚੀਜ਼ਾਂ ਐਕਸਪਲੋਰ। ਤੇ ਜਿਨ੍ਹਾਂ ਨੇ ਪਰਸੋਂ ਚੌਥ ਮੇਰੇ ਕੋਲ ਆਣਾ ਸੀ ਸੋਮਵਾਰ ਤੇ, ਉਹਨਾਂ ਨੇ ਛੁੱਟੀ, ਪਤਾ ਤਾਂ ਲੱਗ ਹੀ ਗਿਆ, ਪਰ ਰਹਿ ਨਹੀਂ ਦਿੰਦੇ। ਅੱਛਾ ਭਾਜੀ, ਮੇਰਾ ਕੁਐਸਚਨ ਇਹ ਸੀਗਾ ਕਿ ਹਸਪੀਟਲਸ ਦੀ ਸਾਰੇ ਪੋਲੀਟੀਸ਼ੀਅਨਸ ਗੱਲ ਕਰਦੇ ਆ, ਸਕੂਲਸ ਦੀ ਗੱਲ ਕਰਦੇ ਆ, ਸੇਵਾ ਕੇਂਦਰ ਦੀ ਗੱਲ ਕਰਦੇ ਆ ਕਿ ਤੁਹਾਡੇ ਇਲਾਕੇ 'ਚ ਨਵਾਂ ਖੁਲਵਾ ਦਾਂਗੇ, ਜੇ ਆਲਰੇਡੀ ਖੁੱਲਿਆ ਉਹਨੂੰ ਸਹੀ ਕਰਵਾ ਦਾਂਗੇ। ਭਾਜੀ ਅੱਜ ਤੱਕ ਅਦਾਲਤ ਦੀ ਗੱਲ ਕਿਸੇ ਨੇ ਕਿਉਂ ਨਹੀਂ ਕੀਤੀ ਕਿ ਮੈਂ ਤੁਹਾਡੀ ਅਦਾਲਤ ਦੇ ਅੰਦਰ ਜਿਹੜੀ ਸਲਾਬ ਹੈ, ਜਿੱਥੇ ਪੱਖੇ ਚੱਲਦੇ, ਪੱਖੇ ਵੀ ਨਹੀਂ ਕਈਆਂ 'ਤੇ ਚੱਲਦੇ, AC ਵੀ ਨਹੀਂ ਚੱਲਦਾ ਅੰਦਰ, ਜਾਂ ਇੰਨੀ ਲੰਬੀ ਵੇਟ ਹੈ, ਉਸ ਚੀਜ਼ 'ਤੇ ਕੋਈ ਕੰਮ ਕਰਵਾ ਦਾਂਗਾ। ਇੱਕ ਤੇ ਦੂਜਾ ਇਹਦੇ ਨਾਲ ਹੀ ਜੇ ਹੁਣ ਤੁਸੀਂ ਮੈਨੂੰ ਮਰਵਾਓਗੇ ਬਦਲੇ ਤੁਸੀਂ ਨਾ, ਮੈਂ ਲਾਉਂਗਾ। ਕਈ ਲੋਕੀ ਪਤਾ ਕੀ ਹੁੰਦੇ, ਉਹ ਮੈਨੂੰ ਕਿਸੇ ਨੇ ਕਿਹਾ ਕਿ ਅਗਲੇ ਜਨਮ 'ਚ ਤੁਹਾਨੂੰ ਸਜ਼ਾ ਮਿਲਦੀ ਹੈ। ਮੈਂ ਆਪਣੀ ਮਾਂ ਨਾਲ ਬੋਲ ਕੇ ਜਾਣਾ ਨਾ, ਗੇਟ ਤੇ ਪਹੁੰਚਦਾ ਮੇਰਾ ਨਹੁੰ ਟੁੱਟ ਜਾਂਦਾ। ਸਾਨੂੰ ਕੋਈ ਅਗਲਾ ਜਨਮ ਨਹੀਂ ਹੈਗਾ, ਤੁਸੀਂ ਮੇਰੇ ਨਾਲ ਅੱਜ ਹੀ ਕਰਕੇ ਜਾਣਾ ਪੂਰਾ। ਮੈਨੂੰ ਇਹ ਦੱਸੋ, ਇੱਕ ਕੋਈ ਅਦਾਲਤ ਕਚਹਿਰੀ ਇਸ ਤੇ ਪੋਲੀਟੀਸ਼ੀਅਨ ਕਿਉਂ ਨਹੀਂ ਕੋਈ ਵਾਅਦਾ ਕਰਦੇ ਕਿ ਆਪਾਂ ਉਹਦਾ ਸਹੀ ਕਰਾਂਗੇ? ਦੂਜੀ ਗੱਲ ਭਾਜੀ, ਜੇਲ੍ਹ ਤੇ ਕਿਉਂ ਨਹੀਂ ਕੋਈ ਵਰਕ ਕਰਦਾ? ਯੈਸ, ਵੈਰੀ ਇੰਪੋਰਟੈਂਟ। ਜੇਲ੍ਹ ਤੇ ਕਿਉਂ ਨਹੀਂ ਕੋਈ ਵਰਕ ਕਰਦਾ? ਕੋਈ ਪੋਲੀਟੀਸ਼ੀਅਨ ਦਾ ਨਹੀਂ ਮੈਂ ਸੁਣਿਆ ਕਿ ਤੁਹਾਡੇ ਇਲਾਕੇ ਦਾ ਫਲਾਣਾ ਜੇਲ੍ਹ ਹੈ ਨਾ, ਜਾਂ ਤੁਹਾਡੇ ਸ਼ਹਿਰ ਦਾ ਜੇਲ੍ਹ ਹੈ ਨਾ, ਮੈਂ ਉਹਦੇ ਅੰਦਰ ਜਿਹੜੀਆਂ ਸੇਵਾਵਾਂ ਨੇ ਪ੍ਰਿਜ਼ਨਰਸ ਲਈ, ਉਹਨਾਂ ਦੀ ਵੀ ਰਾਈਟ ਟੂ ਐਜੂਕੇਸ਼ਨ ਹੈ, ਰਾਈਟ ਟੂ ਲਾਈਫ ਹੈ। ਬਿਲਕੁਲ ਯਾਰ ਭਾਜੀ, ਐਜ਼ ਐਨ ਐਡਵੋਕੇਟ ਤੁਸੀਂ ਤੇ ਬਹੁਤ ਨੇੜਿਓਂ ਇਹਨਾਂ ਲੋਕਾਂ ਨੂੰ ਮਿਲਦੇ ਹੋ, ਜਿਨ੍ਹਾਂ ਨੂੰ ਦੁਨੀਆ ਕਹਿ ਦਿੰਦੀ ਹੈ ਕਿ ਆਪਾਂ ਇਹਦੇ ਮੂੰਹ ਨਹੀਂ ਲੱਗਣਾ, ਦੂਰੋਂ ਆਉਂਦਾ ਦਰਵਾਜ਼ੇ ਬੰਦ ਕਰ ਲਓ, ਤੁਹਾਡੇ ਤੇ ਉਹ ਸਾਹਮਣੇ ਬੈਠੇ ਹੁੰਦੇ ਆ। ਬਿਲਕੁਲ ਬੈਠੇ ਹੁੰਦੇ ਆ, ਹੈ ਨਾ ਜੀ। ਤੇ ਉਹ ਇਹਨਾਂ ਦੋਵਾਂ ਤੇ ਕਰੋ। ਪਹਿਲਾਂ ਮੈਨੂੰ ਅਦਾਲਤ ਦਾ ਦੱਸੋ ਕਿ ਕਿਉਂ ਕੋਈ ਪੋਲੀਟੀਸ਼ੀਅਨ ਉੱਤੇ ਨਹੀਂ ਕਰਦਾ, ਤੇ ਅਦਾਲਤਾਂ ਦੇ ਕੀ ਹਾਲ ਮੰਦੇ ਹੋਏ ਪਏ ਨੇ,
ਤੇ ਦੂਜੀ ਗੱਲ ਮੈਨੂੰ ਦੱਸੋ ਜੇਲ੍ਹ ਦੀ ਗੱਲ ਮੈਂ ਡੈਫੀਨੇਟਲੀ ਤੁਹਾਡੇ ਨਾਲ ਕਰਨਾ ਬਿਲਕੁਲ ਬਿਲਕੁਲ ਬੜਾ ਇੰਪੋਰਟੈਂਟ ਤੁਹਾਡਾ ਕੁਐਸਚਨ ਹੈ, ਕਿਉਂਕਿ ਇਹ ਦੋ ਚੀਜ਼ਾਂ 'ਚ ਸੁਧਾਰ ਘਰ ਕਹਿੰਦੇ ਜੇਲ੍ਹ ਨੂੰ। ਹਾਂ, ਸੁਧਾਰ ਘਰ ਕਹਿੰਦੇ, ਠੀਕ ਹੈ ਜੀ। ਉਹਨੂੰ ਕਹਿੰਦੇ ਰਿਫੋਰਮੇਟਿਵ ਹਾਊਸ। ਬਿਲਕੁਲ, ਰਿਫਾਰਮ ਕਰਨਾ। ਹਾਂ, ਕੀ ਰਿਫਾਰਮ ਤੁਹਾਨੂੰ ਹਾਰਡਸ਼ਿਪ 'ਚ ਕਰਾਉਣੀ ਜ਼ਰੂਰੀ ਹੈ? ਹਾਂ ਜੀ, ਹਨਾ। ਪਰ ਅੱਜ ਦੀ ਗੱਲ 'ਚ ਮੈਂ ਇੱਕ ਚੀਜ਼ ਐਡ ਕਰਨ ਲੱਗਾ ਜੀ। ਕਰਦਾ? ਹਾਂ ਕਰੋ ਭਾਜੀ, ਕਰੋ। ਬੜੀ ਕਰੋ ਭਾਜੀ, ਆਪਾਂ ਤੁਹਾਨੂੰ ਪਤਾ ਹੋਇਆ ਕਿ ਫ੍ਰੀ 'ਚ ਹੀ ਆ, ਕਿਤੋਂ ਨਾ ਕਿਤੋਂ ਝਿੜਕਾਂ। ਕਰੋ ਬੇਸ਼ੱਕ। 3 ਸਾਲ ਦੀ ਸਜ਼ਾ 'ਚ ਰਾਮ ਰਹੀਮ ਨੂੰ 8 ਵਾਰੀ ਪੈਰੋਲ ਮਿਲ ਗਈ ਹੈ। ਉਹਦੇ ਤੇ ਉਹ ਬੜੇ ਸੀਰੀਅਸ ਕੀ ਐਲੀਗੇਸ਼ਨ ਜੋ ਆਈਪੀਸੀ 'ਚ ਸਭ ਤੋਂ ਵੱਡੇ ਐਲੀਗੇਸ਼ਨ ਨੇ, 302 376 ਮਰਡਰ ਤੇ ਰੇਪ ਹੀ ਨੇ, ਰੇਪ ਹੋਰ ਤੇ ਨੇ। ਹਾਂਜੀ, ਮਤਲਬ ਉਹੀ ਜੇਲ੍ਹ ਦਾ ਸਿਸਟਮ ਹੈ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਕਿ ਕੁਝ ਇਨਮੇਟਸ ਉੱਥੇ ਦਵਾਈ ਤੋਂ ਬਿਨਾਂ ਮਰ ਜਾਂਦੇ ਨੇ ਤੇ ਕਈਆਂ ਨੂੰ ਇਸ ਤਰ੍ਹਾਂ ਪੈਰੋਲ ਮਿਲੀ ਹੋਈ ਹੈ। 8 ਵਾਰੀ ਪੈਰੋਲ ਕਿਸੇ ਨੂੰ ਮਿਲਣੀ। ਨੋ ਡਾਊਟ ਲੋਕਾਂ ਨੇ ਮੈਨੂੰ ਇਹਦੇ 'ਚ ਕਈ ਉਹਨਾਂ ਦੇ ਫੋਲੋਵਰਸ ਨੇ, ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਮੈਂ ਫਿਰ ਕਹਾਂਗਾ ਲਾਅ ਸਾਰਿਆਂ ਲਈ ਇਕੁਅਲ ਹੋਣਾ ਚਾਹੀਦਾ। ਜੇ ਕਿਸੇ ਨੂੰ ਚੋਰੀ ਦੇ ਕੇਸ 'ਚ 5 ਸਾਲ ਸਜ਼ਾ ਹੋ ਗਈ ਹੈ ਤੇ ਉਹਨੂੰ ਵੀ 3 ਵਾਰੀ ਘਰ ਆਉਣ ਦਾ ਮੌਕਾ ਚਾਹੀਦਾ। ਉਹਨੂੰ ਵੀ ਆਪਣੀ ਫੈਮਿਲੀ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ। ਬਿਲਕੁਲ। ਜੇ ਉਹਦਾ ਵਿਆਹ ਹੋਇਆ ਤੇ ਉਹਦੀ ਫੈਮਿਲੀ ਰੀਕ੍ਰੀਏਸ਼ਨ ਹੋਣੀ ਜ਼ਰੂਰੀ ਹੈ ਭਾਜੀ। ਉਹ ਵੀ ਆ ਕੇ ਉਹਨੂੰ ਵੀ ਚੰਗਾ ਸਿਟੀਜ਼ਨ ਹੋਣ ਦਾ ਮੌਕਾ ਦਿਓ। ਜੇ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈ 8 ਵਾਰੀ, ਤੇ ਮੈਂ ਸੋਚਦਾ ਕਿ ਜੇਲ੍ਹ ਦਾ ਸਿਸਟਮ ਸਾਡਾ ਇੰਨਾ ਵਧੀਆ ਹੋਣਾ ਚਾਹੀਦਾ ਕਿ ਉੱਥੇ ਜਿਹੜੇ ਕੈਦੀ ਨੇ ਉਹਨਾਂ ਨੂੰ ਵੀ ਰਿਫਾਰਮ ਹੋਣ ਦਾ ਮੌਕਾ ਮਿਲੇ, ਉਹ ਵੀ ਆਪਣੇ ਘਰ ਆ ਕੇ ਮਿਲ ਸਕਣ, ਉਹਨਾਂ ਨੂੰ ਵੀ ਦਵਾਈ ਚੰਗੀ ਮਿਲੇ, ਉਹਨਾਂ ਨੂੰ ਉੱਥੇ ਪੜ੍ਹਾਈ ਮਿਲੇ, ਉਹਨਾਂ ਨੂੰ ਰੋਟੀ ਉੱਥੇ ਚੰਗੀ ਮਿਲੇ। ਔਰ ਇਹ ਜਿਹੜੇ ਵਾਅਦੇ ਨੇ, ਤੁਸੀਂ ਮੈਨੂੰ ਪੁੱਛਿਆ ਸੀ ਐਮਐਲਏ ਤੇ ਐਮਪੀ ਸਾਡੇ ਆ ਵਾਅਦੇ ਕਰਦੇ ਨੇ, ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਜੇਲ੍ਹ ਦੀ ਤੇ ਗੱਲ ਕਰਤੀ ਜਾਂ ਅਦਾਲਤ ਦੀ ਤੇ ਗੱਲ ਕਰਤੀ, ਕਿਹੜੇ ਐਮਐਲਏ ਤੇ ਐਮਪੀ ਨੇ ਹਸਪੀਟਲ ਬਣਾਇਆ ਦੱਸ ਦਿਓ। ਜੇਲ੍ਹ ਦੀ ਤੇ ਵਾਰੀ ਵੀਰੇ ਤਾਂ ਹੀ ਆਣੀ ਨਾ। ਤੁਸੀਂ ਮੈਨੂੰ ਕਿਹਾ ਜੇਲ੍ਹ ਜਾਂ ਅਦਾਲਤ ਬਣਾ ਦੇਣ, ਇਹ ਤੇ ਬਹੁਤ ਤੁਹਾਡੀ ਵਧੀਆ ਸੋਚ ਹੈ ਕਿ ਤੁਸੀਂ ਮਤਲਬ ਅੱਜ ਤੱਕ ਸੱਚੀ ਕਿਸੇ ਵੀ ਮਤਲਬ ਇੰਟਰਵਿਊਅਰ ਨੇ ਜਾਂ ਕਿਸੇ ਵੀ ਜਿਹਨੂੰ ਕਹਿੰਦੇ ਆ ਮੀਡੀਆ ਨੇ ਮਤਲਬ ਇਹ ਗੱਲ ਹੀ ਨਹੀਂ ਉਠਾਈ। ਇਹ ਮਤਲਬ ਇਹਦੇ ਤੇ ਆਈ ਵਿਲ ਆਲਸੋ ਰਾਈਟ ਅ ਲੈਟਰ, ਮਤਲਬ ਜੇਲ੍ਹ ਦੇ ਵਿੱਚ ਜਿਹੜੇ ਸਿਸਟਮ ਨੇ। ਔਰ ਮੈਂ ਤੁਹਾਡੀ ਗੱਲ ਤੋਂ ਇੱਕ ਚੀਜ਼ ਹੋਰ ਸਿੱਖਿਆ ਕਿ ਐਜ਼ ਐ NGO ਅਸੀਂ ਉੱਥੇ ਜਾ ਕੇ ਲੋਕਾਂ ਨੂੰ ਚੰਗੀ ਐਜੂਕੇਸ਼ਨ ਦਈਏ। ਡੈਫੀਨੇਟਲੀ ਭਾਜੀ। ਔਰ ਇਹਦੇ 'ਚ ਤੁਸੀਂ ਵੀ ਸਾਡੀ ਜੇ ਮਦਦ ਕਰ ਸਕਦੇ ਹੋਵੋਗੇ, ਅਸੀਂ ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਮਿਲਦੇ ਹਾਂ, ਆਪਣੇ ਵੱਲੋਂ ਆਫਰ ਕਰਦੇ ਹਾਂ। ਸਾਡੀਆਂ ਦੇਖੋ, ਸਾਡੀ ਟੀਮ ਪਰਸਨੈਲਿਟੀ ਡਿਵੈਲਪਮੈਂਟ ਫ੍ਰੀ ਆਫ ਕੋਰਸ ਕਰਾ ਰਹੀ ਹੈ। ਠੀਕ ਹੈ। ਆਇਲਸ ਫ੍ਰੀ ਆਫ ਕੋਰਸ ਕਰਾ ਰਹੀ ਹੈ। ਸਟਿਚਿੰਗ ਦਾ ਕੋਰਸ ਫ੍ਰੀ ਆਫ ਕੋਸਟ ਕਰਾ ਰਹੀ ਹੈ। ਬਿਊਟੀਸ਼ੀਅਨ ਮੇਕਅਪ ਆਰਟਿਸਟ ਦਾ ਕੋਰਸ ਅਸੀਂ ਫ੍ਰੀ ਆਫ ਕੋਰਸ ਕਰਾ ਰਹੇ ਹਾਂ। ਠੀਕ ਹੈ। ਤੇ ਉਹ ਜਿਹੜੀਆਂ ਚੀਜ਼ਾਂ ਨੇ, ਲੈਟਸ ਸਟਾਰਟ ਗਿਵਿੰਗ ਦੋਜ਼ ਐਜੂਕੇਸ਼ਨਲ things prospects in jail। ਹਾਂ ਡੈਫੀਨਿਟਲੀ। ਔਰ ਜਦੋਂ ਵੀ ਉਹ ਛੁੱਟਣ, ਅਸੀਂ ਕਦੀ ਵੀ ਉਹਨਾਂ ਦੀ ਸਜ਼ਾ ਨਹੀਂ ਘਟਾ ਸਕਦੇ, ਬਿਕੋਜ਼ ਜੋ ਜੱਜਿਸ ਨੇ ਕੀਤੀ ਹੈ, ਜੇ ਸੁਪਰੀਮ ਕੋਰਟ ਤੋਂ ਜਾਂ ਹਾਈ ਕੋਰਟ ਤੋਂ ਅਪੀਲ ਨਾ ਹੋਵੇ ਤੇ ਉਹ ਫਾਈਨਲ ਹੋ ਜਾਵੇ ਤੇ ਉਹਨਾਂ ਨੂੰ ਭੁਗਤਣੀ ਪੈਣੀ ਹੈ। ਪਰ ਜੇ ਅਲਟੀਮੇਟਲੀ ਉਹ ਜਦੋਂ ਬਾਹਰ ਆਉਣ ਤੇ ਉਹ ਇੱਕ ਚੰਗੇ ਸਿਟੀਜ਼ਨ ਬਣ ਕੇ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣ। ਔਰ ਮੇਰੀ ਇਹ ਰਿਕੁਐਸਟ ਹੈ, ਮੈਂ ਆਨਸਰਲੈਸ ਹਾਂ ਇਹਨਾਂ ਦੇ ਕੁਐਸਚਨ ਦਾ ਕਿ MP MLA ਅਦਾਲਤ ਦੀ ਗੱਲ ਕਿਉਂ ਨਹੀਂ ਕਰਦੇ। ਮੈਂ ਤੇ ਇਹ ਕਹਾਂਗਾ ਕਦੀ ਉਹਨਾਂ ਨੇ ਹਸਪੀਟਲ ਦੀ ਵੀ ਨਹੀਂ ਕੀਤੀ, ਸਕੂਲ ਦੀ ਵੀ ਨਹੀਂ ਕੀਤੀ, ਤੇ ਅਦਾਲਤ ਤੇ ਬਹੁਤ ਦੂਰ ਦੀ ਗੱਲ ਹੈ, ਜੇਲ੍ਹ ਬਹੁਤ ਦੂਰ ਦੀ ਗੱਲ ਹੈ, ਉਹ ਨਹੀਂ ਕਰਨਗੇ। ਪਰ ਪਲੀਜ਼ ਇਸ ਵੀਰ ਦੀ ਗੱਲ ਨੂੰ ਜ਼ਰੂਰ ਸਮਝਿਓ, ਬੜੀ ਇੰਪੋਰਟੈਂਟ ਸਵਾਲ ਹੈ। ਅਸੀਂ ਸਾਰੇ ਜਾਣੇ ਮਿਲ ਕੇ NGOs ਨਾਲ ਮਿਲ ਕੇ ਅਸੀਂ ਜੇਲ੍ਹ ਦਾ ਨਾਮ ਹੈ ਸੁਧਾਰ ਕਰ, ਉਹ ਐਕਚੁਅਲ 'ਚ ਉੱਥੇ ਸੁਧਾਰ ਦੀ ਲੋੜ ਜੇਲ੍ਹ 'ਚ ਹੈ ਭਾਜੀ। ਸੁਧਾਰ ਹੋਏਗਾ ਤੇ ਇਨਮੇਟਸ ਦੇਖੋ ਸੁਧਰਨਗੇ। ਮੈਨੂੰ ਇੱਕ ਚੀਜ਼ ਦੱਸ ਦਿਓ, ਤੁਸੀਂ ਜ਼ਿੰਦਗੀ 'ਚ ਅੱਜ ਇੱਥੇ ਪਹੁੰਚੇ ਹੋ, ਕਦੀ ਗਲਤੀ ਨਹੀਂ ਹੋਈ? ਗਈ ਬਹੁਤ ਗਲਤੀਆਂ ਭਾਜੀ, ਮੇਰੇ ਕੋਲ ਵੀ ਆਈਆਂ। ਹਾਂ ਬਹੁਤ ਗਲਤੀਆਂ, ਸ਼ਾਇਦ ਕਈ ਕ੍ਰਾਈਮਸ ਵੀ ਹੋਏ ਹੋਣ, ਸਹੀ ਗੱਲ, ਜਿਹੜੇ ਨਹੀਂ ਫੜੇ ਗਏ ਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਜੀ ਰਹੇ ਹਾਂ। ਮੈਂ ਓਪਨਲੀ ਕਨਫੈਸ ਵੀ ਕਰਦਾ ਹਾਂ ਕਿ ਜ਼ਿੰਦਗੀ 'ਚ ਕਿਹਦੇ ਕੋਲ ਗਲਤੀ ਨਹੀਂ ਹੁੰਦੀ ਹੈ ਭਾਜੀ, ਹੁੰਦੀ ਹੈ। ਹੁਣ ਜੇ ਕਿਸੇ ਕੋਲ ਗਲਤੀ ਹੋਈ, ਜਾਂ 60 to 50% ਲੋਕੀ ਉਹ ਨੇ ਜਿਹੜੇ ਗਲਤ ਝੂਠੇ ਕੇਸਾਂ ਜਿਨ੍ਹਾਂ ਨੂੰ ਸਜ਼ਾਵਾਂ ਹੋ ਗਈਆਂ। ਹਾਂ ਚੰਗਾ ਮਤਲਬ ਐਡਵੋਕੇਟ ਦੀ ਰਿਪਰੈਜ਼ੈਂਟੇਸ਼ਨ ਨਹੀਂ ਮਿਲ ਸਕੀ, ਪੈਸੇ ਨਹੀਂ ਸੀ ਹੈਗੇ। ਬਿਲਕੁਲ। ਫ੍ਰੀ ਲੀਗਲ ਏਡ 'ਚ ਵੀ ਲੋਕਾਂ ਨੂੰ ਅੱਜ, ਅੱਛਾ ਫ੍ਰੀ ਲੀਗਲ ਏਡ ਇੱਕ ਚੀਜ਼ ਹੈ, ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ, ਕੋਈ ਵੀ ਬੰਦਾ ਇੱਕ ਸਿਰਫ ਜੱਜ ਨੂੰ ਹੱਥ ਜੋੜ ਕੇ ਬੇਨਤੀ ਕਰੇਗਾ, ਸਰ ਮੇਰੇ ਕੋਲ ਵਕੀਲ ਨਹੀਂ ਹੈਗਾ, ਤੇ ਜੱਜ ਉਹਨੂੰ ਫ੍ਰੀ ਵਕੀਲ ਦੇਗਾ। ਮੈਂ ਆਹੀ ਗੱਲ ਕਰਨ ਲੱਗਾ ਸੀ ਭਾਜੀ, ਕਿਉਂਕਿ ਕੈਨੇਡਾ ਅਮਰੀਕਾ 'ਚ ਤੇ ਇੱਕ ਵਕੀਲ ਫ੍ਰੀ ਦੇ ਦਿੰਦੇ, ਫ੍ਰੀ ਦੇਣਾ ਹੈ ਨਾ। ਹਾਂ ਸਾਡੇ ਵੀ ਹੈਗਾ ਸਿਸਟਮ, ਅੱਛਾ, ਜਿਹਨੂੰ ਅਸੀਂ ਫ੍ਰੀ ਲੀਗਲ ਏਡ ਕਹਿੰਦੇ ਹਾਂ। ਔਰ ਫ੍ਰੀ ਲੀਗਲ ਏਡ ਦੇ ਵਿੱਚ ਕਾਫੀ ਪੈਸਾ ਵਾ। ਠੀਕ ਹੈ ਜੀ। ਉਹ ਜਿਹੜੇ ਲਾਇਰਸ ਉਹ ਅਪੁਆਇੰਟ ਕਰਦੇ ਆ, ਉਹਨਾਂ ਨੂੰ ਫੀਸ ਮਿਲਦੀ, ਉਹਨਾਂ ਦੀ ਜੋ ਵੀ ਫੀਸ ਹੁੰਦੀ ਹੈ ਸਰਕਾਰ ਵੱਲੋਂ। ਪਰ ਸਿਸਟਮ ਹੈ ਕਿ ਫਿਰ ਮੈਂ ਕਹਾਂਗਾ ਕਿ ਇਹ ਚੀਜ਼ ਪਤਾ ਹੀ ਨਹੀਂ ਕਿਸੇ ਨੂੰ, ਨਹੀਂ ਪਤਾ ਭਾਜੀ, ਨਹੀਂ ਪਤਾ। ਸੋ ਦੋਸਤੋ, ਤੁਹਾਡਾ ਕੋਈ ਵੀ ਨੋਨ ਹੈ ਜਿਹੜਾ ਐਡਵੋਕੇਟ ਨੂੰ ਫੀਸ ਨਹੀਂ ਦੇ ਸਕਦਾ,
ਉਹ ਅਦਾਲਤ ਦੇ ਵਿੱਚ ਚਾਹੇ ਸਿਵਲ ਕੇਸ ਹੈ ਚਾਹੇ ਕ੍ਰਿਮੀਨਲ ਕੇਸ ਹੈ, ਉਹਦੇ ਲਈ ਜੱਜ ਨੂੰ ਰਿਕੁਐਸਟ ਕਰਕੇ ਉੱਥੇ ਫ੍ਰੀ ਲੀਗਲ ਏਡ ਕਾਉਂਸਲ ਬਣੇ ਨੇ, ਉੱਥੇ ਕੰਸਲਟੇਟਸ ਬਣੇ ਨੇ, ਉੱਥੇ ਆਫਿਸਰਸ ਬਣੇ ਨੇ, ਉਹਨਾਂ ਕੋਲ ਜਾ ਕੇ ਉਹਨਾਂ ਨੂੰ ਸਰਕਾਰ ਵਕੀਲ ਦਿੰਦੀ ਹੈ ਔਰ ਉਹ ਵਧੀਆ ਵਕੀਲ ਹੁੰਦੇ ਨੇ, ਕੋਈ ਮਾੜੇ ਵਕੀਲ ਨਹੀਂ ਹੁੰਦੇ। ਉਹਨਾਂ ਨੂੰ ਮਿਲ ਕੇ ਤੁਸੀਂ ਆਪਣੀ ਲਿਟੀਗੇਸ਼ਨ ਲੜ ਸਕਦੇ ਹੋ ਔਰ ਆਪਣੇ ਆਪ ਨੂੰ ਸਿਸਟਮ ਦੇ ਅੱਗੇ, ਜਿਹਨੂੰ ਕਹਿੰਦੇ ਨਾ, ਸਰੈਂਡਰ ਨਾ ਕਰੋ, ਫਾਈਟ ਕਰੋ। ਮੈਂ ਕਈ ਲੋਕਾਂ ਨੂੰ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਕਈ ਲੋਕੀ ਪਤਾ ਕਿਉਂ ਕਾਨੂੰਨ ਥੱਲੇ ਆ ਜਾਂਦੇ ਨੇ? ਕਿਉਂਕਿ ਉਹ ਕਾਨੂੰਨ ਨੂੰ ਫੇਸ ਨਹੀਂ ਕਰਦੇ। ਮੈਂ ਕਹਿੰਦਾ ਕਿਤੇ ਤੇ ਪਰਚਾ ਨਹੀਂ ਦਰਜ ਹੁੰਦਾ, ਕਿਤੇ ਤੇ ਝੂਠਾ ਕੇਸ ਨਹੀਂ ਪੈਂਦਾ, ਸੱਚਾ ਵੀ ਪੈਂਦਾ। ਸੁਧਰਨ ਦਾ ਰਾਈਟ ਤੇ ਹਰ ਇੱਕ ਕੋਲ ਹੈਗਾ ਨਾ, ਤੁਸੀਂ ਫੇਸ ਕਰੋ, ਲਾਅ ਤੋਂ ਭੱਜੋ ਨਾ। ਠੀਕ ਹੈ। ਜਿੰਨੇ ਲੋਕ ਤੁਸੀਂ ਦੇਖ ਲਓ ਲਾਅ ਤੋਂ ਭੱਜੇ ਆ ਨਾ, ਹਮੇਸ਼ਾ ਲਾਅ ਦੇ ਕਲਚਸ ਤੋਂ ਕੋਈ ਭੱਜ ਨਹੀਂ ਸਕਦਾ। ਸੋ ਫਸਟ ਡੇ ਲਾਅ ਨੂੰ ਫੇਸ ਕਰੋ, ਚੰਗਾ ਲਾਇਰ ਕਰੋ, ਆਪਣੀ ਗੱਲ ਦੱਸੋ, ਆਪਣੀ ਰਿਪਰੈਜ਼ੈਂਟੇਸ਼ਨ ਦਿਓ ਔਰ ਸਿਸਟਮ ਦੇ, ਜੇ ਤੁਸੀਂ ਉਸ ਪਿਊਨਿਟਿਵ ਸਿਸਟਮ ਦੇ ਵਿੱਚ ਆ ਹੀ ਗਏ ਹੋ ਤੇ ਉਹਦਾ ਪਾਰਟ ਬਣ ਕੇ ਉਹਨੂੰ ਫੇਸ ਕਰੋ। ਜਲਦੀ ਨਿਆਂ ਮਿਲਦਾ ਜਦੋਂ ਅਸੀਂ ਭੱਜਦੇ ਹਾਂ, ਤਾਂ ਕਹਿੰਦੇ ਨਾ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਨੈਵਰ। ਹਾਂ, ਬਿਲਕੁਲ ਸਹੀ ਗੱਲ ਹੈ। ਕਿਸੇ ਨੂੰ 37 ਸਾਲ ਬਾਅਦ 100 ਰੁਪਇਆ ਮਿਲਿਆ, ਕੀ ਮਿਲਿਆ? ਬਿਲਕੁਲ ਜ਼ਿੰਦਗੀ ਦੇ 37 ਸਾਲ। ਸਹੀ ਗੱਲ ਹੈ ਭਾਜੀ। ਕਿਸੇ ਨੂੰ 15 ਸਾਲ ਬਾਅਦ ਡਿਵੋਰਸ ਮਿਲਿਆ ਤੇ ਉਹ ਕੀ ਮਿਲਿਆ? ਜ਼ਿੰਦਗੀ ਦੇ 15 ਸਾਲ। ਕੋਈ ਚੋਰੀ ਦੇ ਝੂਠੇ ਕੇਸ 'ਚ, ਰੇਪ ਦੇ ਝੂਠੇ ਕੇਸ 'ਚ 10 ਸਾਲ ਬਾਅਦ ਬਰੀ ਹੋਇਆ ਤੇ ਉਹ ਜਸਟਿਸ ਕੀ ਮਿਲਿਆ? ਬਿਲਕੁਲ ਭਾਜੀ। ਜਸਟਿਸ 2 ਸਾਲ 2 ਸਾਲ 6 ਮਹੀਨੇ ਮਿਲਣਾ ਚਾਹੀਦਾ, ਉਹ ਜਸਟਿਸ ਹੋਣਾ ਚਾਹੀਦਾ ਤੇ ਉਹਦੇ ਨਾਲ ਸਿਸਟਮ ਦੇ ਵਿੱਚ ਚੇਂਜ ਆਊਗਾ। ਔਰ ਪਲੀਜ਼ ਕੋਈ ਵੀ ਲਾਅ, ਮਤਲਬ ਕਾਨੂੰਨ ਦੀ ਸਹਾਇਤਾ ਲੈਣੀ ਔਖੀ ਨਹੀਂ ਹੈ। ਕਾਨੂੰਨ ਦੀ ਸਹਾਇਤਾ ਲੈਣ ਵਾਸਤੇ ਫ੍ਰੀ ਲੀਗਲ ਏਡ ਕਾਉਂਸਲ ਵੀ ਨੇ ਔਰ ਬੜੇ ਜਸਟਿਸਏਬਲ ਜਿਹੜੇ ਨੇ ਲਾਇਰਸ ਨੇ। ਕੋਈ ਇਹੋ ਜਿਹੀ ਗੱਲ ਨਹੀਂ, ਆਪਣੀ ਗੱਲ ਜਾ ਕੇ ਦੱਸਿਆ ਕਰੋ। ਫਿਰ ਮੈਂ ਕਹਾਂਗਾ ਜਿਹੜੀ ਮਿਸਕਮਿਊਨੀਕੇਸ਼ਨ, ਅਸੀਂ ਕਿਸੇ ਨੂੰ ਕਮਿਊਨੀਕੇਟ ਨਹੀਂ ਕਰਦੇ, ਆਪਣੇ ਦਿਲ ਦੇ ਵਿੱਚ ਗੱਲ ਰੱਖਦੇ ਹਾਂ, ਉਹ ਦਿਲ ਦੇ ਵਿੱਚ ਹੀ ਘਰ ਕਰ ਜਾਂਦੀ। ਆਪਣੀ ਗੱਲ ਨੂੰ ਸ਼ੇਅਰ ਕਰੋ, ਪ੍ਰੋਬਲਮ ਨਿਕਲ ਆਉਂਦੀ ਹੈ, ਸੋਲਿਊਸ਼ਨ ਪ੍ਰੋਬਲਮ ਦਾ ਨਿਕਲ ਆਉਂਦਾ। ਕੀ ਬਾਤ ਹੈ ਭਾਜੀ। ਅੱਛਾ ਭਾਜੀ, ਮੈਨੂੰ ਇਹ ਵੀ ਚੀਜ਼ ਦੱਸਣਾ ਕਿ ਆਪਾਂ ਜਿੱਦਾਂ ਮੂਵੀਜ਼ 'ਚ ਕਈ ਵੇਖਦੇ ਹਾਂ, ਬੜਾ ਇੰਟਰਸਟਿੰਗ ਸਵਾਲ ਜੇ, ਆਪਾਂ ਕਈ ਵਾਰੀ ਮੂਵੀਜ਼ 'ਚ ਵੇਖਦੇ ਹਾਂ ਕਿ ਵਕੀਲ ਜਿਹੜੇ ਆ ਜਾਂ ਐਡਵੋਕੇਟਸ ਨੇ, ਉਹ ਜੱਜਿਸ ਨੂੰ, ਜਿੱਦਾਂ ਆਪਾਂ ਇੱਕ ਉਹ ਬੜਾ ਫੇਮਸ ਹੈ ਨਾ, ਦਾਮਿਨੀ ਪਿਕਚਰ ਆਈ ਸੀ ਸਨੀ ਦਿਓਲ, ਤਾਰੀਖ ਪੇ ਤਾਰੀਖ, ਉਹ ਇੱਦਾਂ ਉੱਚੀ ਬੋਲ ਸਕਦੇ ਆ ਜੱਜ ਦੇ ਨਾਲ ਜਾਂ ਜੱਜਿਸ ਦੇ ਨਾਲ, ਇੰਨੀ ਮਤਲਬ ਉਹ ਚੀਜ਼ ਕਰ ਸਕਦੇ ਆ? ਮੈਂ ਤੁਹਾਨੂੰ ਦੱਸਦਾ, ਦੇयर ਇਜ਼ ਆਲਵੇਜ਼ ਅ ਡੈਕੋਰਮ ਆਫ ਦੀ ਕੋਰਟ। ਹਾਂ, ਅੱਛਾ, ਉਸ ਡੈਕੋਰਮ ਦੇ ਵਿੱਚ ਤੁਸੀਂ ਜੱਜਿਸ ਦੀ ਰਿਸਪੈਕਟ ਕਰਕੇ, ਕੋਈ ਵੀ ਉਸ ਰਿਸਪੈਕਟ ਦਾਇਰੇ ਦੇ ਵਿੱਚ ਰਹਿ ਕੇ, ਵੇਖੋ ਜੱਜ ਨੂੰ ਰੱਬ ਨਾਲ ਲੋਕੀ ਕਹਿੰਦੇ ਨਾ, ਹਾਂ ਕਰਦੇ, ਐਵੇਂ ਤੇ ਨਹੀਂ ਜੱਜ ਲੱਗਿਆ। ਹਾਂ, ਸਹੀ ਗੱਲ ਹੈ ਭਾਜੀ। ਔਰ ਉਹ ਜਿਹੜੀ ਚੀਜ਼ ਹੈ, ਆਪਣੇ ਦਾਇਰੇ ਦੇ ਵਿੱਚ ਰਹਿ ਕੇ ਜੱਜਿਸ ਨਾਲ ਲੜ ਕੇ ਜਸਟਿਸ ਮਿਲਦਾ। ਠੀਕ ਹੈ। ਕਾਨੂੰਨ ਦੇ ਸਟਰੋਂਗ ਹੋਵੋ ਤੇ ਜੱਜਿਸ ਨਾਲ ਲੜੋ, ਜੱਜਿਸ ਨੂੰ ਵੀ ਮਜ਼ਾ ਆਉਂਦਾ। ਹਾਂ, ਉਸ ਡਿਬੇਟ ਦਾ। ਕਿਉਂਕਿ ਜੱਜ ਜਿਹੜਾ ਵਾ, ਜੱਜ ਮਤਲਬ ਇਟ ਇਜ਼ ਨਾਟ ਪ੍ਰੀਜ਼ਿਊਮਡ ਕਿ ਜੱਜ ਨੋਜ਼ ਦਾ ਲਾਅ। ਓਕੇ। ਇਹ ਲਾਇਰ ਨੇ ਉਹਨੂੰ ਲਾਅ ਦੱਸਣਾ। ਅੱਛਾ। ਜੱਜ ਕੋ ਇੱਕ ਦਿਨ ਦੇ ਵਿੱਚ 250 ਫਾਈਲਸ ਨੇ, ਨੋ ਡਾਊਟ ਹੀ ਕਲੀਅਰਡ PCS ਜੁਡੀਸ਼ੀਅਲ ਜੀ। ਇੱਕ ਲਾਇਰ ਨੇ PCS ਜੁਡੀਸ਼ੀਅਲ ਨਹੀਂ ਦਿੱਤਾ, ਪਰ ਉਹ ਰੋਜ਼ ਕੇਸ ਲੜਦਾ। ਠੀਕ ਹੈ। ਹਰ ਕੇਸ ਦੇ ਫੈਕਟਸ ਅਲੱਗ ਨੇ। ਹੁਣ 150 ਕੇਸ ਰੋਜ਼ ਲੱਗਾ, 150 ਦਾ ਲਾਅ ਜੱਜਿਸ ਲਈ ਯਾਦ ਰੱਖਣਾ ਨਹੀਂ ਰੱਖ ਸਕਦੇ। ਅਸੀਂ ਆਪਣਾ ਕੇਸ ਉਹਨਾਂ ਨੂੰ ਦੱਸਣਾ, ਅਸੀਂ ਆਪਣੇ ਕੇਸ ਦੇ ਆਪਣੇ ਪੁਆਇੰਟ ਦੱਸਣੇ ਆ ਤੇ ਉਹਦੇ ਨਾਲ ਲੜਨਾ ਪੈਂਦਾ। ਠੀਕ ਹੈ। ਔਰ ਉਹ ਦਾਮਿਨੀ ਦੇ ਵਿੱਚ, ਠੀਕ ਹੈ, ਮੈਂ ਇੱਦਾਂ ਕਈ ਵਾਰੀ ਲੜਿਆ। ਲੜੇ ਹੋ? ਕੋਈ ਕਿੱਸਾ ਸੁਣਾਓ ਹਾਂ, ਕਦੀ ਇੱਦਾਂ ਹੋਇਆ, ਕੋਈ ਕੇਸ ਇੱਦਾਂ ਦਾ ਆਇਆ ਹੋਵੇ ਜਿਹਦੇ ਵਿੱਚ ਇੱਦਾਂ ਕਰਨਾ ਪਿਆ? ਜਾਂ ਭਾਜੀ ਕੋਈ ਪਰਸੋਂ ਚੌਥ ਇੱਕ ਬੇਲ ਆਰਗਿਊ ਕਰ ਰਹੇ ਸੀ ਜੀ, ਔਰ ਹਜੇ ਉਹ ਪੱਕੀ ਬੇਲ ਨਹੀਂ ਹੋਈ, ਇਸ ਕਰਕੇ ਮੈਂ ਪੂਰੀ ਗੱਲ ਨਹੀਂ ਦੱਸ ਸਕਦਾ, ਨਾ ਹੋਵੇ ਕਿ ਆਪਾਂ ਨਾਮ ਕੋਈ ਨਹੀਂ, ਪਹਿਲੇ ਹਫਤੇ ਅਗਸਤ 'ਚ ਡਿਸਮਿਸ ਹੋ ਗਈ ਤੇ ਮੈਂ ਤੁਹਾਨੂੰ ਫੜ ਲੈਣਾ। ਤੇ ਉਹਦੇ ਵਿੱਚ ਮੈਨੂੰ ਆਨਰੇਬਲ ਜੱਜ ਨੂੰ ਕਨਵਿੰਸ ਕਰਨ ਲਈ ਜੀ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ। ਠੀਕ ਹੈ। ਬਹੁਤ ਜ਼ਿਆਦਾ ਗੱਲਾਂ ਕਰਨੀਆਂ ਪਈਆਂ, ਬਹੁਤ ਜ਼ਿਆਦਾ ਲਾਅ ਦੱਸਣਾ ਪਿਆ, ਬਹੁਤ ਜ਼ਿਆਦਾ ਦੂਸਰੇ ਕੌਂਸਲ ਨਾਲ ਲੜਨਾ ਪਿਆ। ਅੱਛਾ, ਉੱਥੇ ਬਕਾਇਦਾ ਫਿਰ ਬਹਿਸ ਹੁੰਦੀ ਹੈ? ਬਿਲਕੁਲ ਲੜਾਈ ਹੁੰਦੀ ਹੈ। ਕੀ ਬਾਤ। ਇਟ ਇਜ਼ ਅ ਫਾਈਟ। ਅੱਛਾ, ਫਾਈਟ ਫॉर ਦ ਰਾਈਟ। ਸਹੀ ਗੱਲ ਹੈ। ਤੁਸੀਂ ਮੈਨੂੰ ਪੇ ਕੀਤਾ ਵਾ, ਵਾਈ ਸ਼ੁਡ ਆਈ ਨਾਟ ਫਾਈਟ? ਬਿਲਕੁਲ। ਮਤਲਬ ਜੇ ਮੈਂ ਬੋਲ ਹੀ ਨਹੀਂ ਸਕਦਾ ਤੇ ਫਿਰ ਮੈਨੂੰ ਦੱਸੋ ਕਿ ਮੈਨੂੰ ਕਿਸੇ ਕੋ ਫੀਸ ਲੈਣ ਦਾ ਮੈਂ ਜਸਟਿਸ ਕਿਵੇਂ ਉਹਨੂੰ ਦਵਾਵਾਂਗਾ? ਲੜਨਾ ਪੈਂਦਾ, ਵੀ ਡੂ ਫਾਈਟ ਜੀ, ਐਂਡ ਉਹ ਫਾਈਟ ਕਰਕੇ ਇੱਦਾਂ ਉੱਚਾ ਬੋਲਣਾ ਵੀ ਪੈਂਦਾ। ਕਈ ਵਾਰੀ ਕੰਟੈਂਪਟਸ ਵੀ ਸਾਡੇ ਤੇ ਲੱਗ ਜਾਂਦੀਆਂ। ਅੱਛਾ। ਉਹ ਵੀ ਫੇਸ ਕਰੀ ਦੀਆਂ, ਪਰ ਅਲਟੀਮੇਟਲੀ ਜੱਜਿਸ ਆਰ ਵੈਰੀ ਫਰੈਂਡਲੀ। ਉਹ ਸਾਨੂੰ ਜਿਹੜਾ ਵਾ ਰਿਲੀਫ ਦਿੰਦੇ ਆ।
ਕਿਆ ਬਾਤ ਹੈ ਯਾਰ ਭਾਜੀ। ਅੱਛਾ ਭਾਜੀ, ਮੈਨੂੰ ਜਿਹੜੇ ਜਿਨ੍ਹਾਂ ਨੂੰ ਨਹੀਂ ਪਤਾ ਕੋਰਟ ਦੇ ਅੰਦਰ ਕੀ ਵਰਕਿੰਗ ਹੁੰਦੀ ਹੈ, ਕਿੱਦਾਂ ਹੁੰਦੀ ਆ, ਹੁਣ ਜਿੱਦਾਂ ਤੁਸੀਂ ਇਸ ਚੀਜ਼ ਨੂੰ ਟੌਪਿਕ ਨੂੰ ਟੱਚ ਕੀਤਾ ਕਿ ਕਈ ਵਾਰੀ ਆਪਣੇ ਨਾਲ ਦੇ ਵਕੀਲਾਂ ਨਾਲ ਲੜਨਾ ਵੀ ਪੈਂਦਾ। ਹੁਣ ਉਹੀ ਵਕੀਲ ਤੁਹਾਡੇ ਫਰੈਂਡ ਵੀ ਆ, ਮਤਲਬ ਉਹ ਜਿੱਦਾਂ ਸਪੋਰਟ, ਇਟਸ ਲਾਈਕ ਅ ਸਪੋਰਟ ਹੈ ਨਾ, ਖੇਡ ਹੈ ਇੱਕ ਤਰ੍ਹਾਂ ਦੀ। ਜਿੱਦਾਂ ਆਪਾਂ ਕਹਿੰਦੇ ਹਾਂ ਕਿ ਕ੍ਰਿਕਟ ਮੈਦਾਨ 'ਚ ਕੋਹਲੀ ਤੇ ਜੇ ਮੁਹੰਮਦ ਆਮਿਰ, ਉਹ ਪਾਕਿਸਤਾਨ ਦਾ ਬੋਲਰ, ਉਹ ਆਪਸ 'ਚ ਫਰੈਂਡ ਸੀਗੇ, ਪਰ ਜਦੋਂ ਆਪਣੇ ਦੇਸ਼ ਲਈ ਲੜਦੇ ਪਏ ਨੇ, ਉੱਥੇ ਖੇਡਦੇ ਪਏ, ਫਿਰ ਉਹ ਦੁਸ਼ਮਣ ਆ, ਫਿਰ ਉਹ ਆਪਣਾ ਇੱਕ ਹਰਾ ਕੇ ਹਾਂ ਲੱਗਦੇ ਆ। ਉਹ ਚੀਜ਼ ਮੈਨੂੰ ਦੱਸੋ ਕਿ ਅੰਦਰ ਤੁਸੀਂ ਪੂਰਾ ਬੈਸਦੇ ਪਏ ਹੋ, ਪਰ ਜਦੋਂ ਨਿਕਲੇ ਉਸ ਤੋਂ ਬਾਅਦ ਫਿਰ ਯਾਰੀ ਹੋ ਜਾਂਦੀ। ਜਦੋਂ ਇੰਟਰਵਿਊ ਕੁਝ ਲਾਇਰਸ ਨੇ ਵੇਖਣੀ ਹੈ ਨਾ, ਮੈਂ ਥੋੜਾ ਜਿਹਾ ਗੁੱਸੇ ਜਿਹੇ ਵਾਲਾ ਗਿਣਿਆ ਜਾਂਦਾ। ਅੱਛਾ। ਤੇ ਉਹਨਾਂ ਨੂੰ, ਮੇਰੇ ਤੁਸੀਂ ਸਾਰੇ ਭਰਾ ਹੋ, ਤੇ ਉਹਨਾਂ ਨੂੰ ਜਿਹੜੇ ਮੇਰਾ ਮਤਲਬ ਕਈ ਲਾਇਰਸ ਦੇ ਨਾਲ ਜੀ, ਉਹ ਵੀ ਸਾਨੂੰ ਇਸ ਤਰ੍ਹਾਂ ਟਰੀਟ ਕਰਦੇ ਆ ਜੀ ਕਿ ਉਹਦੇ ਵਿੱਚ ਉਹ ਮੈਨੂੰ ਧੱਕ ਰਿਹਾ ਹੁੰਦਾ ਮੋਢੇ ਨਾਲ ਤੇ ਮੈਂ ਉਹਨੂੰ ਧੱਕ ਰਿਹਾ ਹੁੰਦਾ। ਅੱਛਾ। ਉਹ ਪ੍ਰੋਪਰ ਫਾਈਟਸ ਚੱਲਦੀ ਆ। ਔਰ ਧਰਮ ਵਾਲੀ ਗੱਲ ਦੱਸੀਏ ਜੀ, ਕਈ ਵਾਰੀ ਫਾਈਟ ਦਾ ਲੈਵਲ ਉੱਥੇ ਤੱਕ ਪਹੁੰਚ ਸਕਦਾ ਕਿ ਉਹ ਮਤਲਬ ਬਿयॉन्ड ਐਕਸਪੈਕਟੇਸ਼ਨ ਵੱਧ ਜਾਂਦੀ ਹੈ। अच्छा। पर अल्टीमेटली जिस चाह की हमें चाह थी वो चाह हमें मिली नहीं, इस चाह को भी उस चाह से मिला दो जिस चाह की हमें उम्मीद थी। क्या बात। ਅਸੀਂ ਚਾਹ ਉਹਨਾਂ ਨਾਲ ਹੀ ਪੀਂਦੇ ਆ। ਅੱਛਾ। ਬਾਹਰ ਆ ਕੇ ਜੱਫੀ ਵੀ ਪਾਈ ਦੀ ਹੈ। ਵਿਕੀ ਦਾ ਨਹੀਂ, ਮਤਲਬ ਲੋਕੀ ਆ ਨਾ ਸੋਚ ਲੈਣ ਕਿ ਦੂਸਰੇ, ਸਾਡੇ ਇਹ ਬੜੀ ਪ੍ਰੋਬਲਮ ਹੈ ਕਿ ਉਹਨਾਂ ਦਾ ਕਲਾਇੰਟ ਕੋਰਟ ਦੇ ਵਿੱਚ ਯਾਰ ਹੱਥ ਤੇ ਮਿਲਾਉਣਾ ਹੀ ਹੈ, ਜਿਹਦੇ ਨਾਲ ਅੰਦਰ ਜਾ ਕੇ ਲੜਨਾ। ਅਸੀਂ ਮਤਲਬ ਇਕੱਠੇ ਚਾਹ ਪੀਂਦੇ ਆ, ਇਕੱਠੇ ਰੋਟੀ ਖਾਂਦੇ ਆ। ਕਿਸੇ ਲਾਇਰ ਨੂੰ ਪ੍ਰੋਬਲਮ ਹੈ, ਮੈਨੂੰ ਪ੍ਰੋਬਲਮ ਹੈ, ਉਹ ਭੱਜੇ ਆਉਂਦੇ ਨੇ। ਸਾਡੀ ਐਸੋਸੀਏਸ਼ਨ ਜਿਹੜੀ ਹੈ ਇਸੇ ਲਈ ਬਣੀ, ਇੱਕ ਦੂਜੇ ਦੀ ਸਟਰੋਂਗੈਸਟ ਐਸੋਸੀਏਸ਼ਨ ਹੈ ਸਾਡੀ। ਅੰਮ੍ਰਿਤਸਰ ਦੀ ਸਭ ਤੋਂ ਸਟਰੋਂਗੈਸਟ ਔਰ ਸਭ ਤੋਂ ਪੁਰਾਣੀ ਬਾਰ ਹੈ। ਕੀ ਬਾਤ ਹੈ। ਡਾਕਟਰ ਸੈਫੂਦੀਨ ਕਿਚਲੂ ਜੀ ਇਹਦੇ ਫਸਟ ਪ੍ਰੈਜ਼ੀਡੈਂਟ ਸੀ। ਠੀਕ ਹੈ ਜੀ। ਤੇ ਉਦੋਂ ਦੀ ਸਾਡੀ ਬਾਰ ਹੈ ਤੇ ਅਸੀਂ ਇੱਕ ਦੂਜੇ ਦੀ ਕਿਉਂ ਨਹੀਂ, ਸਾਨੂੰ ਸੀਨੀਅਰ ਲਾਇਰਸ ਬੜਾ ਪਿਆਰ ਕਰਦੇ ਆ, ਪਰ ਅਲਟੀਮੇਟਲੀ ਅੰਦਰ ਜਾ ਕੇ ਉਹ ਵੀ ਆਪਣਾ ਪੂਰਾ ਜ਼ੋਰ ਲਾ ਦਿੰਦੇ, ਅਸੀਂ ਵੀ ਲਾ ਦਿੰਦੇ ਆ, ਪਰ ਸਾਡੀ ਬਾਹਰ ਰਿਸਪੈਕਟ, ਪਿਆਰ, ਫੈਮਿਲੀ ਰਿਲੇਸ਼ਨਸ ਉੱਦਾਂ ਹੀ ਬਰਕਰਾਰ ਰਹਿੰਦੇ ਆ। ਪਰ ਜਿਹੜੀ ਸਾਡੇ ਕਲਾਇੰਟ ਦੀ ਸੀਕ੍ਰੇਸੀ ਹੈ, ਅਸੀਂ ਉਹ ਕਦੀ ਨਹੀਂ ਕਰ ਸਕਦੇ, ਕਿਉਂਕਿ ਉਹ ਫਿਰ ਪ੍ਰੋਫੈਸ਼ਨ ਦੇ ਨਾਲ ਮਿਸਕੰਡਕਟ ਹੋ ਜਾਂਦਾ। ਠੀਕ ਹੈ, ਕਲਾਇੰਟ ਦੇ ਨਾਲ ਕੋਈ ਧੋਖਾ ਨਹੀਂ, ਪਰ ਲਾਇਰ ਦੀ ਰਿਸਪੈਕਟ, ਪਿਆਰ ਪੂਰਾ। ਪਰ ਅੰਦਰ ਜੇ ਕੋਈ ਉਹ ਟੁੱਥ ਆਈਫੋਨ ਕੋਈ ਲੜੇਗਾ, ਤੁਮ ਮੁਝੇ ਖੂਨ ਦੋ ਮੈਂ तुम्हें ਆਜ਼ਾਦੀ ਦੂੰਗਾ, ਉਹ ਚੱਲਦਾ ਰਹਿੰਦਾ। ਉਹ ਮਤਲਬ ਅੰਦਰ ਉਹ ਬਹਿਸਬਾਜ਼ੀ ਚੱਲਣੀ ਹੈ ਜੀ, ਪੂਰੀ ਪ੍ਰੋਪਰ ਚੱਲਣੀ ਹੈ। ਅੱਛਾ ਭਾਜੀ, ਇੱਕ ਚੀਜ਼ ਦਾ ਮੇਰੇ ਦਿਮਾਗ ਦੇ ਵਿੱਚ ਆਇਆ, ਮੈਂ ਨਾ ਇੰਗਲਿਸ਼ ਇੱਕ ਮੂਵੀ ਹੈ ਸ਼ਾਇਦ ਮਰਸੀ ਕਰਕੇ ਆ, ਜੇ ਮੈਂ ਗਲਤ ਹੋਊਂਗਾ ਸ਼ਾਇਦ ਮਰਸੀ ਹੈ ਨਾ ਜੀ। ਉਹਦੇ ਵਿੱਚ ਉਹਨਾਂ ਨੇ ਨਾ ਵਿਖਾਇਆ ਸੀਗਾ ਕਿ ਅਮਰੀਕਾ ਦੇ ਵਿੱਚ ਕਾਫੀ ਸਾਲ ਪਹਿਲਾਂ ਇੱਕ ਇਨੋਸੈਂਸ ਪ੍ਰੋਜੈਕਟ ਚੱਲਿਆ ਸੀਗਾ, ਜਿਹੜੇ ਕੈਦੀ ਜੇਲ੍ਹ ਦੇ ਵਿੱਚ ਨੇ ਤੇ ਪਰ ਉਹ ਇਨੋਸੈਂਟ ਸੀਗੇ। ਉਹਨਾਂ ਦੇ ਕੇਸ ਉਹਨਾਂ ਨੇ ਫਿਰ ਤੋਂ ਚੁੱਕੇ, ਰੀਟ੍ਰਾਇਲ ਕੀਤੇ ਤੇ ਉਸ ਤੋਂ ਬਾਅਦ ਬਹੁਤ ਜਿੱਦਾਂ 10 ਚੋਂ ਮੇਰੇ ਹਿਸਾਬ ਨਾਲ 10 ਜਾਂ 9 ਤੇ ਬਰੀ ਹੋ ਗਏ ਕਿ ਉਹਨਾਂ ਦੇ ਕੇਸ ਹੀ ਉਹ ਗਲਤ ਵਿਚਾਰੇ ਸਜ਼ਾ ਭੁਗਤਦੇ ਪਏ ਸੀਗੇ। ਕੁਝ ਲੋਕ ਵਿਚਾਰੇ ਅੰਦਰ ਖਤਮ ਹੀ ਹੋ ਗਏ, ਮਾਰੀ ਗਏ, ਉਹ ਸਜ਼ਾ ਹੀ ਭੁਗਤਦੇ। ਆਪਣੇ ਇੱਥੇ ਕਦੀ ਉਹ ਮੁਹਿੰਮ ਚੱਲੀ ਹੈ ਜਾਂ ਤੁਹਾਨੂੰ ਲੱਗਦਾ ਬੀਇੰਗ ਐਨ ਐਡਵੋਕੇਟ? ਐਂਡ ਮੈਂ ਤੁਹਾਨੂੰ ਓਨੈਸਟਲੀ ਪੁੱਛਣ ਲੱਗਾ ਕਿਉਂਕਿ ਇਹ ਪੋਡਕਾਸਟ ਮੈਂ ਸੋਚੀ ਨਹੀਂ ਕਿ ਇੰਨੀ ਰॉ ਤੁਸੀਂ ਓਨੈਸਟੀ ਲੈ ਆਓਗੇ, ਇੰਨਾ ਤੁਸੀਂ ਸੱਚੀ ਮੈਨੂੰ ਨਹੀਂ ਲੱਗਾ ਕਿ ਤੁਸੀਂ ਇੰਨੇ ਬੇਬਾਕ ਤਰ੍ਹਾਂ ਜਵਾਬ ਦਿਓਗੇ। ਸੋ ਮੈਨੂੰ ਸੱਚੀ ਬੇਬਾਕੀ 'ਚ ਜਵਾਬ ਦਿਓ ਕਿ ਇਨੋਸੈਂਸ ਪ੍ਰੋਜੈਕਟ ਜਿੱਦਾਂ ਅਮਰੀਕਾ ਦੇ ਵਿੱਚ ਹੈ, ਇੱਥੇ ਕਦੀ ਚੱਲਿਆ ਜਿਹੜੀ ਸਾਡੀ ਨੌਲੇਜ 'ਚ ਨਹੀਂ ਹੈ, ਜਾਂ ਕਦੀ ਚੱਲ ਸਕਦਾ ਕਿ ਐਡਵੋਕੇਟ, ਪਤਾ ਨਹੀਂ ਮੈਨੂੰ ਕਹਿਣਾ ਚਾਹੀਦਾ ਕਿ ਨਹੀਂ, ਕਿ ਜਾਂ ਆਪਣੇ ਇੱਥੋਂ ਦੇ ਐਡਵੋਕੇਟਸ ਜਾਂ ਪੰਜਾਬ ਦੇ ਨਹੀਂ, ਇੰਡੀਆ ਪੂਰਾ ਮੈਂ ਗੱਲ ਕਹਾਂ, ਕੱਟ ਲਗਾ ਤੁਹਾਨੂੰ। ਹਾਂਜੀ, ਜੇ ਸਾਡੇ ਐਮਐਲਏ ਤੁਹਾਡੇ ਵਰਗੇ ਆ ਜਾਣ ਨਾ, ਔਰ ਇਟ ਇਜ਼ ਮਤਲਬ ਸੱਚੀ, ਮਤਲਬ ਛੱਡ ਦਿਓ ਤੁਸੀਂ ਇੰਟਰਵਿਊ ਨੂੰ, ਛੱਡ ਦਿਓ ਕਿ ਅਸੀਂ ਇੰਟਰਵਿਊ ਕਰ ਰਹੇ ਹਾਂ ਤੇ ਮੈਂ ਤੁਹਾਡੀ ਪ੍ਰਸ਼ੰਸਾ ਕਰਾਂ, ਤੁਸੀਂ ਮੇਰੀ ਕਰੋ, ਸਾਡੀ ਡੀਲ ਹੋਈ ਹੈ। ਨਹੀਂ ਨਾ, ਇਹੋ ਜਿਹਾ ਕੁਝ ਨਹੀਂ ਹੋਇਆ। ਮਤਲਬ ਜੋ ਮੈਨੂੰ ਤਾਂ, ਜੇ ਮੈਂ ਵਾਲੀਆਂ ਦੀ ਗੱਲ ਕਰਨੀ ਸੀ ਮੈਂ ਕਰਤੀ ਬਿਲਕੁਲ। ਤੇ ਜੇ ਹੁਣ ਤੁਹਾਡੀ ਤਾਰੀਫ ਕਰਨੀ ਬਣਦੀ ਹੈ, ਮਤਲਬ ਯੂ ਆਰ ਹੈਵਿੰਗ ਸੱਚ ਅ ਨੌਲੇਜ, ਵਾਈਡ ਨੌਲੇਜ। ਪਤਾ ਨਹੀਂ ਤੁਸੀਂ ਇਹ ਤਿਆਰੀ ਕਰਕੇ ਆਏ ਹੋ ਨਾ ਮੈਂ ਮਤਲਬ ਵਾਟ ਇਜ਼ ਦਿਸ। ਮਤਲਬ ਮੈਂ ਇੱਕ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਕਿੰਨੀ ਵਧੀਆ ਗੱਲ ਹੈ ਕਿ ਰੀਟ੍ਰਾਇਲ ਇਸ ਬੰਦੇ ਦੀ ਸੋਚ ਦੇ ਵਿੱਚ ਹੈ। ਸ਼ਾਇਦ ਮੇਰੀ ਸੋਚ 'ਚ ਕਦੀ ਨਹੀਂ ਆਇਆ, ਬਟ ਮੈਂ ਦੱਸਣਾ ਚਾਹੁੰਦਾ, ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ, ਅਸੀਂ ਅਮਰੀਕਾ ਤੋਂ ਕਿੰਨੇ ਸਾਲ ਪਿੱਛੇ ਹਾਂ? ਬਹੁਤ ਸਾਲ ਭਾਜੀ, 50-100 ਸਾਲ ਪਿੱਛੇ। ਹਾਂ, ਤੇ ਫਿਰ 100 ਸਾਲ ਬਾਅਦ ਰੀਟ੍ਰਾਇਲ ਆ ਜਾਊਗਾ ਇੱਥੇ ਯਾਰ ਭਾਜੀ, ਪਰ ਉਨੀ ਦੇਰ ਨੂੰ ਤੇ ਬਹੁਤ ਲੋਕ, ਦੇयर ਇਜ਼ ਅ ਸਿਸਟਮ ਆਫ ਅਪੀਲਸ, ਦੇयर ਇਜ਼ ਅ ਸਿਸਟਮ ਆਫ ਅਪੀਲਸ। ਬਟ ਉਹ ਵੀ ਫਿਰ ਉਹ ਤੁਹਾਡੀ ਗੱਲ, ਪਰ ਮੈਂ ਗੱਲ ਕਵਾਂ ਲੌਂਗ ਪ੍ਰੋਸੈਸ ਨੂੰ ਛੱਡ ਦਿਓ, ਕੋਈ ਜੁਡੀਸ਼ੀਅਲ ਸਿਸਟਮ ਇਹਨੂੰ ਗੁੱਸਾ ਨਾ ਕਰੇ ਮੇਰੀ ਗੱਲ ਦਾ, ਕਿਉਂਕਿ ਅਸੀਂ ਦਿਲ ਦੀ ਗੱਲ ਕਰਨੀ ਸੀ, ਦਿਲ ਦੀ ਗੱਲ ਕਰਾਂਗੇ, ਕਰਦੇ ਰਵਾਂਗੇ। ਬਿਲਕੁਲ ਠੀਕ ਹੈ। ਅਪੀਲ ਜੀ ਇਸੇ ਲਈ ਹੁੰਦੀ ਹੈ ਕਿ ਤੁਸੀਂ ਪਿੱਛੇ ਕੁਝ ਨਹੀਂ ਸੀ ਕੀਤਾ, ਜੇ ਤੁਹਾਨੂੰ ਲੱਗਦਾ ਤੁਹਾਡੇ ਖਿਲਾਫ ਗਲਤ ਫੈਸਲਾ ਹੋ ਗਿਆ, ਅਪੀਲ ਕਰੋ। ਠੀਕ ਹੈ। ਪਰ ਮੈਨੂੰ ਲੱਗ ਰਿਹਾ ਜੀ ਕਿ ਆਪਣੀ ਵਕਾਲਤ ਦੇ ਵਿੱਚ ਮੈਂ ਰੋਂਗ ਵੀ ਹੋ ਸਕਦਾ ਵਾਂ, ਮੇਰਾ ਆਪਣਾ ਵਿਊ ਹੈ। ਜੀ
ਤੇ ਹਰ ਸਿਟੀਜ਼ਨ ਦਾ ਰਾਈਟ ਆ ਆਪਣਾ ਵਿਊ ਰੱਖਣ ਦਾ, ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ ਵਿਦ ਲਿਮਿਟੇਸ਼ਨਸ ਜੀ। ਔਰ ਅਪੀਲ ਦੇ ਵਿੱਚ ਮੈਨੂੰ ਲੱਗ ਰਿਹਾ ਕਿ ਮੱਖੀ ਤੇ ਮੱਖੀ ਵੱਜ ਰਹੀ ਹੈ। ਅੱਛਾ, ਮਤਲਬ 60 to 70% ਆਫ ਜੱਜਿਸ ਹਾਂਜੀ ਜੋ ਫੈਸਲਾ ਕੀਤਾ ਹੁੰਦਾ ਉਹਨੂੰ ਹੀ ਬਹਾਲ ਕਰ ਦਿੰਦੇ ਨੇ। ਹਾਂ ਮਤਲਬ ਜਿਹੜਾ ਸਬਸਟੈਂਸ਼ੀਅਲ ਕੁਐਸਚਨ ਆਫ ਲਾਅ ਅਪੀਲ 'ਚ ਵੇਖਣਾ ਹੁੰਦਾ ਹਾਂਜੀ ਕਿ ਕੁਐਸਚਨ ਆਫ ਲਾਅ ਕੀ ਹੈ ਜਿਹੜਾ ਛੁੱਟ ਗਿਆ ਪਿੱਛੇ। ਠੀਕ ਹੈ, ਲੋਅਰ ਜੱਜ ਨੇ ਠੀਕ ਕੋਈ ਹੈ ਚੀਜ਼ ਛੱਡਤੀ ਜਿਹੜੀ ਅਸੀਂ ਵੇਖਣੀ ਹੈ। ਠੀਕ ਹੈ, ਮੈਂ ਕਹਿੰਦਾ 45% ਜੱਜਿਸ ਉਹ ਵੇਖਦੇ ਆ, ਠੀਕ ਹੈ ਜੀ। ਪਰ ਜੇ ਉਹ 100% ਵੇਖਣਾ ਸ਼ੁਰੂ ਕਰ ਦੇਣ ਤੇ ਰੀਟਰਾਇਲ ਹੀ ਹੈ ਅਪੀਲ। ਅਪੀਲ ਦੀ ਪ੍ਰੋਵੀਜ਼ਨ ਹੈ ਸੀਆਰਪੀਸੀ ਦੇ ਵਿੱਚ, ਸੀਪੀਸੀ ਦੇ ਵਿੱਚ। ਠੀਕ ਹੈ ਜੀ। ਸੀਆਰਪੀਸੀ ਕ੍ਰਿਮੀਨਲ ਲਾਅ ਨਾਲ ਡੀਲ ਕਰਦੀ ਹੈ, ਸੀਪੀਸੀ ਸਿਵਲ ਲਾਅ ਨਾਲ, ਜਿਵੇਂ ਦਮਾਨੀ ਘਰ ਦੇ ਮੁਕੱਦਮੇ, ਰੈਂਟ ਦੇ ਮੁਕੱਦਮੇ, ਉਹਨਾਂ ਨਾਲ ਡੀਲ ਕਰਦੀ ਹੈ। ਦੇयर ਇਜ਼ ਅ ਪ੍ਰੋਵੀਜ਼ਨ ਆਫ ਅਪੀਲ। ਪਰ ਜੇ ਮੱਖੀ ਤੇ ਮੱਖੀ ਨਾ ਵੱਜੇ ਨਾ ਤੇ ਸਿਸਟਮ ਨੂੰ ਫੈਸਲੇ ਪਲਟੇ ਜਾਣ, ਹਾਂ ਬਹੁਤ ਤਗੜੇ ਲੈਵਲ ਤੇ ਮੈਂ ਕਹਿੰਦਾ ਲੋਕਾਂ ਦਾ ਜੁਡੀਸ਼ੀਅਲ ਸਿਸਟਮ ਦੇ ਵਿੱਚ ਬਿਲਕੁਲ ਜਿਹੜਾ ਤੁਸੀਂ ਕਹਿੰਦੇ ਹੋ ਨਾ ਅੰਦਰ ਹੈ ਜੀ, ਉਹ ਅਪੀਲ ਸਿਰਫ ਪੈਸੇ ਕਰਕੇ ਨਹੀਂ ਕਰਦੇ ਕਿ ਪੈਸਾ ਹੈਗਾ ਨਹੀਂ ਫਿਰ ਵਕੀਲ ਨੇ 50,000 ਲੱਖ ਰੁਪਏ ਮੰਗ ਲੈਣਾ। ਉਹ ਇਸ ਲਈ ਵੀ ਕਰਦੇ ਆ ਕਿ ਫੈਸਲਾ ਠੀਕ ਨਹੀਂ ਹੋਣਾ ਤੇ ਕਿਉਂ ਫਿਰ 2 ਸਾਲ ਵਰਤਨੇ, ਉਹਨਾਂ ਚੰਗਾ 3 ਸਾਲ ਕੱਟ ਹੀ ਲਈਏ। ਬਿਲਕੁਲ ਸਹੀ ਗੱਲ ਹੈ ਭਾਜੀ। ਸੋ ਰੀਟਰਾਇਲ ਸਿਸਟਮ ਅਪੀਲ ਦੇ ਵਿੱਚ ਆਲਰੇਡੀ ਹੈਗਾ, ਪਰ ਜਿਵੇਂ ਅਮਰੀਕਾ ਨੇ ਕਰਕੇ ਬਰੀ ਕੀਤਾ ਉਹ ਸਿਸਟਮ ਇੱਥੇ ਠੀਕ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਜਦੋਂ ਲਾਇਰਸ ਇਹਦੇ ਉੱਤੇ ਵਰਕ ਕਰਨਗੇ, ਜੁਡੀਸ਼ੀਅਲ ਸਿਸਟਮ ਜੱਜਿਸ ਇਹਦੇ 'ਤੇ ਵਰਕ ਕਰਨਗੇ, ਸੁਪਰੀਮ ਕੋਰਟ, ਆਨਰੇਬਲ ਸੁਪਰੀਮ ਕੋਰਟ ਦੇ ਇਹਦੇ 'ਤੇ ਫੈਸਲੇ ਆਉਣਗੇ ਤੇ ਹੋ ਜਾਊਗਾ। ਪਰ ਸਟਿਲ ਆਈ ਫੀਲ ਇਹ ਲੈਕ ਹੈਗਾ ਨਾ ਭਾਜੀ। ਇਸੇ ਚੀਜ਼ ਤੇ ਮੈਨੂੰ ਦੱਸਣਾ ਕਿ ਤੁਹਾਨੂੰ ਯਾਦ ਹੋਊਗਾ ਜਦੋਂ ਅਜਮਲ ਕਸਾਬ ਆਇਆ, ਬਿਲਕੁਲ ਜੀ, ਉਹ ਫੜਿਆ ਗਿਆ, ਉਹਦਾ ਵੀ ਕੇਸ ਲੜਨ ਲਈ ਹਨਾ ਜੀ ਅਦਾਲਤ ਨੇ ਇੱਕ ਐਡਵੋਕੇਟ ਕੀਤਾ। ਬਟ ਭਾਜੀ ਜਿਹੜੇ ਆਪਣੀ ਪਬਲਿਕ ਆ ਉਹਨੇ ਉਸ ਐਡਵੋਕੇਟ ਨੂੰ ਬਹੁਤ ਅਬਿਊਜ਼ ਕੀਤਾ ਹਨਾ, ਉਹਦਾ ਘਰੋਂ ਨਿਕਲਣਾ ਬੰਦ, ਉਹਦੀ ਫੈਮਿਲੀ ਨੂੰ ਅਬਿਊਜ਼ ਕੀਤਾ, 2-3 ਵਾਰੀ ਪਥਰਾਵ ਕੀਤਾ, ਸ਼ਾਇਦ ਉਹਦੇ ਇੰਕ ਵੀ ਸੁੱਟੀ ਗਈ, ਹਾਂ ਥ੍ਰੈਟ ਵੀ ਕੀਤਾ ਉਹਨੂੰ। ਹਾਂ ਉੱਥੇ ਭਾਜੀ ਬੀਇੰਗ ਐਨ ਐਡਵੋਕੇਟ ਤੁਹਾਡਾ ਕੀ ਨਜ਼ਰੀਆ ਕਿ ਅੱਛਾ ਡਾਕਟਰ ਨੂੰ ਕੋਈ ਨਹੀਂ ਕੋਈ ਕਹਿੰਦਾ ਕਿ ਜੇ ਅਜਮਲ ਕਸਾਬ ਦਾ ਕੋਈ ਲਿਵਰ ਜਾਂ ਕੋਈ ਹਨਾ ਟ੍ਰੀਟਮੈਂਟ ਕੀਤਾ, ਡਾਕਟਰਸ ਨੂੰ ਕਿਸੇ ਨੇ ਕੋਈ ਨਹੀਂ ਕੁਛ ਨਹੀਂ ਕਿਹਾ। ਮੈਂ ਉਸ ਚੀਜ਼ ਨੂੰ ਬੜਾ ਧਿਆਨ ਨਾਲ ਫੋਲੋ ਕੀਤਾ ਹਨਾ ਜੀ, ਫੋਲੋ ਕੀਤਾ ਸੀਗਾ। ਐਡਵੋਕੇਟ ਨੂੰ ਮੈਨੂੰ ਲੱਗਦਾ ਕਿ ਉਹਦਾ ਘਰੋਂ ਨਿਕਲਣਾ ਵੀ ਹਰਾਮ ਕਰਤਾ ਸੀਗਾ ਲੋਕਾਂ ਨੇ, ਸੌਰੀ ਟੂ ਯੂਜ਼ ਦੈਟ ਵਰਡ, ਬਟ ਕੀਤਾ ਸੀਗਾ ਲੋਕਾਂ ਨੇ। ਉੱਥੇ ਫਿਰ ਇੱਕ ਐਡਵੋਕੇਟ ਹੋਣ ਦੇ ਨਾਤੇ ਕਦੀ ਦਿਲ 'ਚ ਉਹ ਚੀਜ਼ ਆਉਂਦੀ ਹੈ ਭਾਜੀ ਕਿ ਜੇ ਆਪਾਂ ਇਹ ਫੇਮਸ ਕੇਸ ਜੇ ਫੜ ਲਿਆ, ਅੱਛਾ ਇਹ ਵੀ ਚੀਜ਼ ਹੁੰਦੀ ਹੈ ਭਾਜੀ ਕਿ ਕਈ ਐਡਵੋਕੇਟਸ ਨਾ ਕਰ ਦਿੰਦੇ ਆ ਵੱਡੇ ਗੈਂਗਸਟਰ ਹਨਾ, ਉੱਥੇ ਫਿਰ ਤੁਹਾਡਾ ਬੀਇੰਗ ਐਨ ਐਡਵੋਕੇਟ ਆਉਂਦਾ ਕਦੀ ਦਿਲ 'ਚ ਕਿ ਜੇ ਆਪਾਂ ਆਹ ਕੇਸ ਫੜ ਲਿਆ ਮੇਰੀ ਫੈਮਿਲੀ ਜਾਂ ਮੇਰੇ ਤੇ ਉਹ ਚੀਜ਼ ਨਾ ਆ ਜੇ, ਤੇ ਜਾਂ ਇੱਕ ਐਡਵੋਕੇਟ ਹੋਣ ਦੇ ਨਾਤੇ ਆਹ ਜਦੋਂ ਤੁਸੀਂ ਇਹ ਵੇਖਦੇ ਹੋ ਦੁਨੀਆ ਦਾ ਵਿਤਕਰਾ, ਉੱਥੇ ਫਿਰ ਦਿਲ ਦੁਖਦਾ? ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਜਿਸ ਕੋਈ ਵੀ ਉਹੋ ਜਿਹੀ ਗੱਲ ਜਿਹਦੇ 'ਚ ਤੁਹਾਡੀ ਫੈਮਿਲੀ ਇਫੈਕਟ ਹੋਵੇ ਤੁਸੀਂ ਉਹ ਨਹੀਂ ਕਰੋਗੇ? ਨਹੀਂ ਕਰੂੰਗਾ। ਮੈਂ ਵੀ ਇੱਕ ਹਿਊਮਨ ਬੀਇੰਗ ਹਾਂ, ਬਿਲਕੁਲ, ਨੋ ਡਾਊਟ ਆਮ ਐਨ ਐਡਵੋਕੇਟ, ਪਰ ਮੇਰਾ ਵੀ ਦਿਲ ਉਹੀ ਹੈ, ਮੇਰਾ ਵੀ ਪਰਿਵਾਰ ਉਹੀ ਹੈ। ਬਿਲਕੁਲ, ਜਿਸ ਚੀਜ਼ ਦੇ ਵਿੱਚ ਮੈਨੂੰ ਪਤਾ ਹੋਵੇ ਮੇਰੀ ਫੈਮਿਲੀ ਨੂੰ ਥ੍ਰੈਟ ਆ ਉਹਨੂੰ ਅਸੀਂ ਵੀ ਛੱਡਦੇ ਹਾਂ। ਕਈ ਵਾਰੀ ਉਹ ਕੇਸਿਸ ਹੁੰਦੇ ਆ ਜਿਹਦੇ ਵਿੱਚ ਸ਼ਾਇਦ ਤੁਹਾਨੂੰ ਮੈਂ ਕਹਿੰਦਾ ਘੋੜਾ ਘਾਹ ਨਾਲ ਦੋਸਤੀ ਕਰੇਗਾ ਤੇ ਉਹਨੂੰ ਛੱਡੀਦਾ। ਪਰ ਮੈਂ ਇੱਕ ਸਿਸਟਮ ਦੱਸਣਾ ਚਾਹੁੰਦਾ ਕਿ ਜਿਹੜੀ ਲਾਅ ਹੈ ਸਾਰਿਆਂ ਲਈ ਇਕੁਅਲ ਹੈ। ਜੇ ਕੋਈ ਵੀ ਉਹ ਟੈਰਰਿਸਟ ਵੀ ਸੀ ਤੇ ਉਹਦੇ ਲਾਇਰ ਨੇ ਉਹਨੂੰ ਰਿਪਰੈਜ਼ੈਂਟ ਕੀਤਾ ਤੇ ਮੈਂ ਉਹਦੀ ਐਪਰੀਸੀਏਸ਼ਨ ਕਰਦਾ ਲਾਇਰ ਦੀ। ਠੀਕ ਹੈ ਕਿ ਤੂੰ ਇੰਨੀ ਪ੍ਰੋਬਲਮਸ ਤੋਂ ਬਾਅਦ ਵੀ ਠੀਕ ਆ, ਉਹਨੂੰ ਜਸਟਿਸ ਜੋ ਸੀ ਉਹਨੂੰ ਮਿਲਣਾ ਹੀ, ਫਾਂਸੀ ਸਜ਼ਾ ਹੋਈ, ਸਭ ਕੁਝ ਹੋਇਆ, ਉਹ ਸਜ਼ਾ ਤੇ ਹੋਣੀ ਸੀ। ਉਹਨੇ ਜੋ ਕ੍ਰਾਈਮ ਅਗੇਂਸਟ ਸਟੇਟ ਕੀਤਾ ਸੀ, ਸਾਡੀ ਸਟੇਟ ਆਫ ਭਾਰਤ ਦੇ ਅਗੇਂਸਟ ਉਹਨੇ ਕ੍ਰਾਈਮ ਕੀਤਾ ਸੀ, ਠੀਕ ਹੈ, ਔਰ ਟੈਰਰਿਸਟ ਐਕਟ ਜਿਹੜਾ ਸੀ ਉਸ ਤੋਂ ਉੱਤੇ ਕੋਈ ਨਹੀਂ ਸੀ, ਠੀਕ ਹੈ, ਉਹ ਉਹਨੂੰ ਸਜ਼ਾ ਮਿਲੀ। ਪਰ ਉਹਦੀ ਰਿਪਰੈਜ਼ੈਂਟੇਸ਼ਨ ਜੇ ਨਾ ਹੁੰਦੀ, ਤੁਹਾਨੂੰ ਇਹ ਗੱਲ ਦੱਸਾਂ, ਜੇ ਉਹਦੀ ਰਿਪਰੈਜ਼ੈਂਟੇਸ਼ਨ ਥਰੂ ਅ ਲਾਇਰ ਨਾ ਹੁੰਦੀ ਅੱਜ ਤੱਕ ਇਹ ਕੇਸ ਮੁੱਕਣਾ ਹੀ ਨਹੀਂ ਸੀ। ਅੱਛਾ, ਉਹ ਆਲਰੇਡੀ 5 ਸਾਲ ਕੇ ਕਿੰਨੇ ਸਾਲ ਚੱਲਿਆ ਹੈਗਾ? 5 ਸਾਲ ਕੇਸ ਚੱਲਿਆ ਤੇ ਉਸ ਤੋਂ ਵੀ ਅੱਗੇ ਚੱਲੀ ਜਾਣਾ ਹੈ, ਕਿਉਂਕਿ ਉਹਨੇ ਉਹ ਹਰ ਗੱਲ ਅਪੀਲ ਦੇ ਵਿੱਚ ਉਹਨੇ ਇਹੀ ਗੱਲ ਦੀ ਅਪੀਲ ਕਰਨੀ ਸੀ ਕਿ ਆਈ ਹੈਵ ਨਾਟ ਬੀਨ ਰਿਪਰੈਜ਼ੈਂਟਡ ਬਾਈ ਅ ਲਾਇਰ, ਮਾਈ ਰਾਈਟ ਟੂ ਗੈਟ ਰਿਪਰੈਜ਼ੈਂਟ ਫਰੋਮ ਅ ਲਾਇਰ ਇਜ਼ ਵਿਸ਼ੀਏਟਡ ਬਿਕੋਜ਼ ਧੱਕੇ ਨਾਲ ਡਰਾ ਕੇ ਮੈਨੂੰ ਲਾਇਰ ਨਹੀਂ ਕਰਨ ਦਿੱਤਾ।